किमें सच हो सकते ने खूबसूरत ख्वाब, किमें थमीए बेकाबू ख्यालां दे सैलाब, किमें जिंदगी नाल हो जाए मुहब्बत बेहिसाब, किमें खुद ही लिखिए अपनी जिंदगी दी किताब। की तुसी भी लभ रहे हो इन्हां सवालां दे जवाब? तां सुनो द नवजोत ढिल्लों शो, ओनली ऑन AM 600 शेरे पंजाब। ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋ ਦੇ ਵਿੱਚ ਤੁਹਾਨੂੰ ਸਭ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ 23 ਮਾਰਚ ਹੈ, 23 ਮਾਰਚ 2023 ਅਤੇ ਹਰ 23 ਮਾਰਚ ਨੂੰ ਅਸੀਂ ਹਮੇਸ਼ਾ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਬਾਰੇ ਗੱਲ ਕਰਨੀ ਵੀ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਔਖੀ ਗੱਲ ਹੈ, ਕਿਉਂਕਿ ਉਹ ਲੋਕ ਉਹੋ ਜਿਹੀ ਸੋਚ ਰੱਖਦੇ ਸਨ, ਉਹੋ ਜਿਹੀ ਫਿਲੋਸਫੀ ਰੱਖਦੇ ਸਨ ਅਤੇ ਉਸ ਤਰੀਕੇ ਦੀ ਉਹਨਾਂ ਨੇ ਜ਼ਿੰਦਗੀ ਜੀਵੀ ਹੈ ਜਿਹੜੀ ਕਈ ਵਾਰ ਇਵੇਂ ਲੱਗਦਾ ਆਮ ਬੰਦੇ ਦੀ ਸਮਝ ਦੇ ਵਿੱਚ ਜਾਂ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦੀ। ਇਸੇ ਕਰਕੇ ਉਹਨਾਂ ਨੂੰ ਯਾਦ ਕਰਨਾ ਅੱਜ ਵੀ ਬਣਦਾ ਹੈ। ਅੱਜ ਦੇ ਦਿਨ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਅਤੇ ਉਹਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਹਜ਼ਾਰਾਂ ਸ਼ਹਾਦਤਾਂ ਹੋਈਆਂ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ, ਉਸ ਆਜ਼ਾਦੀ ਲਈ ਜਿਸ ਉੱਤੇ 75 ਸਾਲ ਬਾਅਦ ਵੀ ਸੈਂਕੜੇ ਸਵਾਲੀਆ ਚਿੰਨ੍ਹ ਲੱਗਦੇ ਨੇ ਅਤੇ ਇਹਨਾਂ ਸਵਾਲੀਆ ਚਿੰਨ੍ਹਾਂ ਦਾ ਮਿਟਣਾ ਤਾਂ ਦੂਰ, ਸਗੋਂ ਹਰ ਸਾਲ ਇਹਨਾਂ ਦੀ ਗਿਣਤੀ ਹੋਰ ਵੱਧਦੀ ਜਾ ਰਹੀ ਹੈ। ਇਹਨਾਂ ਸੈਂਕੜੇ ਸਵਾਲਾਂ ਦਰਮਿਆਨ ਇਹ ਸਵਾਲ ਹਰ ਸਾਲ ਹੋਰ ਵੀ ਇਸ ਤਰ੍ਹਾਂ ਲੱਗਦਾ ਕਿ ਗੂੜਾ ਹੁੰਦਾ ਜਾਂਦਾ ਹੈ ਜਾਂ ਮੋਟੇ ਅੱਖਰਾਂ ਦੇ ਵਿੱਚੋਂ ਉੱਭਰਦਾ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਹ ਕੀ ਬੇਅਰਥੀਆਂ ਹੋ ਗਈਆਂ, ਕਿਉਂਕਿ ਉਹ ਆਜ਼ਾਦੀ ਜਿਸ ਦਾ ਉਹਨਾਂ ਨੇ ਸੁਪਨਾ ਲਿਆ ਸੀ ਉਹ ਕਿਤੇ ਦਿਸਦੀ ਨਹੀਂ ਹੈ। ਅੱਜ ਉਹਨਾਂ ਸ਼ਹੀਦਾਂ ਵਿੱਚੋਂ ਨਾਇਕ ਮੰਨੇ ਜਾਂਦੇ ਨੌਜਵਾਨ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਉਹਨਾਂ ਨੂੰ ਫਾਂਸੀ 'ਤੇ ਚੜ੍ਹਾਏ ਜਾਣ ਦਾ ਦਿਨ ਹੈ। ਉਹਨਾਂ ਸ਼ਹੀਦਾਂ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਹਰ ਸਾਲ ਅਸੀਂ ਯਾਦ ਕਰਦੇ ਹਾਂ, ਪਰ 24 ਸਾਲ ਦੇ ਭਗਤ ਸਿੰਘ ਦਾ ਨਾਮ ਵਿਸ਼ੇਸ਼ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦਾ। ਜਦੋਂ ਵੀ ਉਸ ਦਾ ਨਾਮ ਲਿਆ ਜਾਂਦਾ ਵਿਸ਼ੇਸ਼ ਸਨਮਾਨ ਅਤੇ ਪਿਆਰ ਦੇ ਨਾਲ ਲਿਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਬਾਰੇ ਜਦੋਂ ਗੱਲ ਕਰਦੇ ਹਾਂ ਉਹਦੀ ਜ਼ਿੰਦਗੀ ਇੰਨੀ ਛੋਟੀ ਸੀ, ਪਰ ਉਹ ਇੰਨਾ ਪ੍ਰਭਾਵ ਕਿਵੇਂ ਛੱਡ ਗਈ ਕਿ ਅਸੀਂ ਅੱਜ ਇੰਨੇ ਸਾਲਾਂ ਬਾਅਦ ਵੀ ਉਸ ਨੂੰ ਇੰਨੇ ਮਾਣ ਦੇ ਨਾਲ ਯਾਦ ਕਰ ਰਹੇ ਹਾਂ। ਦੁਨੀਆ ਦੇ ਸ਼ਾਇਦ ਹਰ ਹਿੱਸੇ ਦੇ ਵਿੱਚ ਬੈਠੇ ਲੋਕ ਜਿਹੜੇ ਭਗਤ ਸਿੰਘ ਨੂੰ ਜਾਣਦੇ ਨੇ, ਜਿਨ੍ਹਾਂ ਨੇ ਭਗਤ ਸਿੰਘ ਨੂੰ ਪੜ੍ਹਿਆ, ਭਗਤ ਸਿੰਘ ਦੀ ਕੁਰਬਾਨੀ ਬਾਰੇ ਵਾਕਫ ਨੇ। ਅੱਜ ਦੇ ਦਿਨ ਇਹ ਯਾਦ ਕਰਨਾ ਬਣਦਾ ਕਿ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਜੇ ਅਸੀਂ ਸ਼ਹੀਦ ਭਗਤ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ ਤਾਂ ਕਿਉਂ ਕਰ ਰਹੇ ਹਾਂ। ਜਿਹੜੇ ਲੋਕ ਸ਼ਹੀਦ ਭਗਤ ਸਿੰਘ ਦੀ ਸੋਚ ਬਾਰੇ ਨਾਅਰੇ ਲਾਉਂਦੇ ਨੇ ਕਿ ਭਗਤ ਸਿਆਂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਕੀ ਮਤਲਬ ਹੈ ਉਹਦਾ? ਉਹਦੀ ਕੋਈ ਸੈਂਸ ਵੀ ਬਣਦੀ ਹੈ ਜਦੋਂ ਇਹ ਅਸੀਂ ਗੱਲਾਂ ਕਰ ਰਹੇ ਹਾਂ? ਦੂਸਰੇ ਪਾਸੇ ਭਗਤ ਸਿੰਘ ਬਾਰੇ ਵੀ ਬਹੁਤ ਸਾਰੇ ਵਿਵਾਦ ਖੜ੍ਹੇ ਕੀਤੇ ਜਾਂਦੇ ਨੇ। ਅੱਜ ਭਗਤ ਸਿੰਘ ਦੀ ਜ਼ਿੰਦਗੀ, ਉਹਨਾਂ ਦੀ ਸੋਚ, ਉਹਨਾਂ ਦੇ ਲੋਕਾਂ ਲਈ ਯੋਗਦਾਨ ਬਾਰੇ ਗੱਲਬਾਤ ਕਰਨ ਦੇ ਲਈ ਮੈਂ ਆਪਣੇ ਨਾਲ ਜਿਸ ਇਨਸਾਨ ਨੂੰ, ਜਿਸ ਸ਼ਖਸੀਅਤ ਨੂੰ ਸੱਦਾ ਦਿੱਤਾ ਹੈ ਉਹ ਇੱਕ ਇਤਿਹਾਸਕਾਰ ਨੇ। ਉਹ ਜੇ ਅਸੀਂ ਇਹ ਕਹਿ ਲਈਏ ਕਿ 2-4 ਆਰਟੀਕਲ ਪੜ੍ਹ ਕੇ ਜਾਂ ਕੋਈ ਖਬਰ ਪੜ੍ਹ ਕੇ ਜਾਂ ਖਬਰਾਂ ਦੇ ਉੱਤੇ ਹੁੰਦੀ ਟਿੱਪਣੀ ਪੜ੍ਹ ਕੇ ਜਾਂ ਕੁਝ ਸਟੋਰੀਜ਼ ਦੇਖ ਕੇ, ਰੀਲਸ ਦੇਖ ਕੇ, ਜਿਹੋ ਜਿਹਾ ਅੱਜ ਕੱਲ੍ਹ ਟਰੈਂਡ ਚੱਲਦਾ ਹੈ, ਉਹ ਦੇਖ ਕੇ ਕੌਮੈਂਟ ਨਹੀਂ ਕਰਨ ਵਾਲਿਆਂ ਵਿੱਚੋਂ, ਸਗੋਂ ਉਹ ਇੱਕ ਚਿੰਤਕ ਨੇ, ਇੱਕ ਵਿਦਵਾਨ ਨੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਰਹੇ ਨੇ, ਪੜ੍ਹਾਉਂਦੇ ਰਹੇ ਨੇ। ਉਹਨਾਂ ਨੇ ਉੱਥੋਂ ਹੀ ਮਾਡਰਨ ਹਿਸਟਰੀ ਦੇ ਵਿੱਚ PhD ਕੀਤੀ ਹੈ। ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਰਹੇ ਨੇ। ਅੱਜ ਕੱਲ੍ਹ ਅੰਬੇਦਕਰ ਯੂਨੀਵਰਸਿਟੀ ਦਿੱਲੀ ਦੇ ਵਿੱਚ ਹੀ ਉਹ ਪੜ੍ਹਾ ਰਹੇ ਨੇ। ਪੰਜਾਬ ਸਾਂਝੀਵਾਲ ਜੱਥਾ ਸ਼ੁਰੂ ਕੀਤਾ ਗਿਆ ਅਤੇ ਇੱਕ ਹੋਰ ਉਹਨਾਂ ਦੀ ਔਰਗੇਨਾਈਜੇਸ਼ਨ ਹੈ ਅਦਾਰਾ 23 ਮਾਰਚ। ਸੋ ਅੱਜ 23 ਮਾਰਚ ਦੇ ਮੌਕੇ 'ਤੇ ਉਹਨਾਂ ਦੇ ਨਾਲ ਮੈਂ ਇਸੇ ਕਰਕੇ ਗੱਲਬਾਤ ਕਰ ਰਹੀ ਹਾਂ ਕਿ ਉਹਨਾਂ ਦੇ ਕੋਲ ਜਿਹੜੀ ਜਾਣਕਾਰੀ ਹੋਊਗੀ ਇਤਿਹਾਸ ਬਾਰੇ, ਉਹ ਬਹੁਤ ਪੁਖਤਾ ਜਾਣਕਾਰੀ ਹੋਊਗੀ। ਜਿਹੜੀਆਂ ਉਹਨਾਂ ਦੀਆਂ ਟਿੱਪਣੀਆਂ ਹੋਣਗੀਆਂ ਉਹ ਬਹੁਤ ਜ਼ਿੰਮੇਵਾਰੀ ਵਾਲੀਆਂ ਹੋਣਗੀਆਂ। ਮੈਂ ਆਪਣੇ ਨਾਲ ਸ਼ਾਮਿਲ ਕਰ ਰਹੀ ਹਾਂ, ਸਵਾਗਤ ਕਰਦੀ ਹਾਂ ਡਾਕਟਰ ਸੁਮੇਲ ਸਿੰਘ ਸਿੱਧੂ ਹੁਣਾਂ ਦਾ।
ਡਾਕਟਰ ਸਮੇਲ ਸਿੰਘ ਜੀ, ਜੀ ਆਇਆਂ ਨੂੰ। ਜੀ ਬਹੁਤ ਮਿਹਰਬਾਨੀ ਨਵਜੋਤ ਜੀ ਤੁਹਾਡੀ, ਔਰ ਬਹੁਤ ਸ਼ੁਕਰੀਆ ਆਪਣੇ ਸਰੋਤਿਆਂ ਦੇ ਤੇ ਆਪਣੇ ਇਸ ਪ੍ਰੋਗਰਾਮ ਦੇ ਸਨਮੁਖ ਕਰਨ ਦੇ ਲਈ। ਡਾਕਟਰ ਸਮੇਲ ਸਿੰਘ ਜੀ, ਮੈਂ ਅੱਜ ਭਗਤ ਸਿੰਘ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਪਾਸ਼ ਬਾਰੇ ਵੀ ਗੱਲ ਕਰਾਂਗੀ ਕਿਉਂਕਿ ਪਾਸ਼ ਦੀ ਵੀ ਅੱਜ ਬਰਸੀ ਹੈ। ਉਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ, ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਹੋਣਗੇ ਉਹ ਅੱਜ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ, ਕਿਤੇ ਜਾ ਕੇ ਉਹਨਾਂ ਦੇ ਦਿਲ ਦੇ ਵਿੱਚ ਕੋਈ ਸਵਾਲ ਹੋਣਗੇ ਉਹ ਵੀ ਕਰ ਸਕਣਗੇ। ਪਰ ਇੱਕ ਜਿਹੜਾ ਅਕਸਰ ਸਵਾਲ ਉਠਾਇਆ ਜਾਂਦਾ, ਮੈਂ ਉੱਥੋਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ। ਉਹ ਨਾ ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰਨੀ ਹੈ, ਨਾ ਮੈਂ ਪਾਸ਼ ਬਾਰੇ, ਨਾ ਕੋਈ ਹੋਰ। ਉਹ ਤੁਹਾਡਾ ਆਪਣਾ ਜਿਹੜਾ ਸਬਜੈਕਟ ਹੈ, ਕਹਿੰਦੇ ਕਿ ਜਿਹੜਾ ਇਤਿਹਾਸ ਹੁੰਦਾ ਉਹ ਵੀ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਉਹ ਬਹੁਤ ਜ਼ਿਆਦਾ ਅਸੀਂ ਉਹਦੇ 'ਤੇ ਭਰੋਸਾ ਨਹੀਂ ਕਰ ਸਕਦੇ। ਖਾਸ ਕਰਕੇ ਲੋਕ ਕਿਤਾਬਾਂ 'ਤੇ ਬਹੁਤ ਸਾਰੇ ਸਵਾਲ ਉਠਾਉਂਦੇ ਨੇ, ਕਿਉਂਕਿ ਤੁਹਾਡੀ ਜਿਹੜੀ ਜਾਣਕਾਰੀ ਹੋਏਗੀ ਉਹਦਾ ਸੋਰਸ ਵੀ ਮੈਂ ਸਮਝਦੀ ਹਾਂ ਕਿ ਕਿਤਾਬਾਂ ਹੀ ਹੋਣਗੀਆਂ। ਸੋ ਇਤਿਹਾਸ ਨੂੰ ਸਹੀ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕਦਾ। ਤੁਹਾਡੀ ਹੁਣ ਤੱਕ ਜਿੰਨੀ ਐਜੂਕੇਸ਼ਨ ਆ, ਜਿੰਨਾ ਤੁਹਾਡਾ ਸਟੱਡੀ ਆ, ਤੁਹਾਡੀ ਅਧਿਐਨ ਆ, ਇਹ ਜੇ ਤੁਸੀਂ ਥੋੜ੍ਹਾ ਜਿਹਾ ਸਪਸ਼ਟ ਕਰ ਸਕੋ ਕਿ ਅਸੀਂ ਇਤਿਹਾਸਕਾਰਾਂ ਤੇ ਇਤਿਹਾਸ 'ਤੇ ਕਿੰਨਾ ਕੁ ਭਰੋਸਾ ਕਰ ਸਕਦੇ ਹਾਂ। ਇੱਕ ਤੇ ਇਸ ਤੁਹਾਡੇ ਨੁਕਤੇ ਦਾ ਜਵਾਬ ਦੇ ਦੋ ਪਹਿਲੂ ਹੋ ਸਕਦੇ ਹੈ ਜੀ। ਪਹਿਲਾ ਤੇ ਇਹ ਕਿ ਇਤਿਹਾਸ ਵਿਸ਼ੇ ਦਾ ਆਪਣਾ ਘੇਰਾ ਕੀ ਹੈ, ਅਸੀਂ ਇਤਿਹਾਸ ਕਹਿੰਦੇ ਕਿਹਨੂੰ ਹੈ ਜੀ। ਔਰ ਮੇਰਾ ਖਿਆਲ ਹੈ ਕਿ ਜਿਹੜੇ ਇਹਨਾਂ ਵਿਸ਼ਿਆਂ ਦੇ ਬਾਬਤ ਜਾਣਦੇ ਨੇ ਉਹ ਤੇ ਸ਼ਾਇਦ ਦੱਸ ਸਕਦੇ ਨੇ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੂੰ ਔਰ ਲਿਖਣ ਵਾਲਿਆਂ ਨੂੰ ਵੀ ਹਜੇ ਤੱਕ ਇਸ ਗੱਲ ਦਾ ਪਤਾ ਨਹੀਂ ਹੈ ਕਿ ਅਤੀਤ ਤੇ ਇਤਿਹਾਸ ਦੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ। ਅਤੀਤ ਇਤਿਹਾਸ ਨਹੀਂ ਹੁੰਦਾ। ਇਤਿਹਾਸ ਅਤੀਤ ਦੀ ਇੱਕ ਸਮਝਦਾਰੀ ਹੁੰਦੀ ਹੈ ਜੀ, ਤੇ ਉਹ ਕੋਈ ਇੱਕ ਨਹੀਂ ਹੋਏਗੀ, ਉਹ ਮਲਟੀਪਲ ਹੋ ਸਕਦੀਆਂ ਨੇ, ਇੱਕ ਤੋਂ ਵੱਧ ਹੋ ਸਕਦੀਆਂ। ਨੰਬਰ 1 ਜੀ, ਉਹਨਾਂ ਦੇ ਇੱਕ ਤੋਂ ਵੱਧ ਹੋਣ ਦੇ ਨਾਲ ਉਹ ਇਨਐਗਜ਼ੈਕਟ ਨਹੀਂ ਹੋ ਜਾਂਦੀਆਂ। ਉਹ ਇਹ ਨਹੀਂ ਹੋ ਜਾਂਦੀਆਂ ਕਿ ਫਿਰ ਇਹ ਝੂਠ ਨੇ, ਜੀ ਨਹੀਂ। ਉਸ ਅਤੀਤ ਦੇ ਮਰਮ ਤੱਕ ਪਹੁੰਚਣ ਦੇ ਲਈ ਕਿਹੜੀਆਂ ਪਹੁੰਚ ਵਿਧੀਆਂ ਨੇ, ਕਿਸ ਕਿਸਮ ਦੇ ਫੈਕਟਸ ਉਹ ਆਪਣੇ ਲਈ ਜਨਰੇਟ ਕਰਦੀਆਂ ਨੇ, ਤੇ ਕੌਣ ਹੈ ਐਸਾ ਜਿਹਦੇ ਕੋਲ ਇੱਕ ਬਿਹਤਰ ਤਰੀਕਾਕਾਰ ਹੈ ਜਿਹਦੇ ਨਾਲ ਕਿ ਕਿਸੇ ਦੇ ਖੋਜੇ ਹੋਏ ਤੱਥਾਂ ਦੀ ਸ਼ਾਇਦ ਵਿਆਖਿਆ ਜਾਂ ਉਹਨਾਂ ਨੂੰ ਲੜੀਬੱਧ ਤੁਸੀਂ ਵਧੀਆ ਕਰ ਸਕਦੇ ਹੋ। ਸੋ ਇਹਦੇ ਅੰਦਰ ਇਹ ਇੱਕ ਬੜੀ ਇਤਿਹਾਸ ਕਦੇ ਇਵੇਂ ਇਕਹਿਰਾ ਨਹੀਂ ਹੁੰਦਾ। ਔਰ ਇਤਿਹਾਸਕਾਰਾਂ ਦੇ ਵਿੱਚ ਜਿਹੜੀ ਇੱਕ ਬਹਿਸ ਚੱਲ ਰਹੀ ਹੁੰਦੀ ਹੈ ਕਿਸੇ ਵੀ ਮੁੱਦੇ ਨੂੰ ਲੈ ਕੇ, ਉਹਦੇ ਕਿੰਨਾ ਵਜ਼ਨ ਹੈ ਇਤਿਹਾਸ ਦੀ ਤੋਰ ਦੇ ਵਿੱਚ, ਇਹ ਗੱਲ ਫੰਡਾਮੈਂਟਲ ਹੈ ਕਿ ਕੋਈ ਦੂਸਰੀ ਗੱਲ ਫੰਡਾਮੈਂਟਲ ਹੈ। ਕਿ ਭਗਤ ਸਿੰਘ ਇਸ ਕਰਕੇ ਵੱਡਾ, ਜੇ ਆਪਾਂ ਭਗਤ ਸਿੰਘ ਦੇ ਉੱਪਰ ਵੀ ਲਾਉਣਾ ਹੋਵੇ ਕਿ ਉਹ ਵੱਡਾ ਕੁਝ ਕਰ ਗਿਆ, ਕਿ ਜਾਂ ਇੰਨੀ ਛੋਟੀ ਉਮਰ ਦੇ ਵਿੱਚ ਉਹ ਜੋ ਵੀ ਕਰ ਗਿਆ ਉਹ ਇਹਦੇ ਲਈ ਵੱਡਾ ਹੈ, ਕਿ ਜਾਂ ਉਹਨੇ ਫਾਂਸੀ ਤੋਂ ਇਨਕਾਰ ਨਹੀਂ ਕੀਤਾ ਤੇ ਇਹ ਗੱਲ ਉਹਦੀ ਕਿਸੇ ਵੀ ਕਰਨੀ ਦੇ ਉੱਪਰ ਵੱਡੀ ਪੈ ਜਾਂਦੀ ਹੈ, ਕਿ ਕੀ ਕਿਤੇ ਇਹ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਭਗਤ ਸਿੰਘ ਬਣਦਾ ਹੈ। ਮੈਨੂੰ ਇਹ ਲੱਗਦਾ ਕਿ ਇਹ ਬੜੇ ਸੇਲੀਐਂਟ ਕੁਐਸਚਨਸ ਹੁੰਦੇ ਨੇ, ਔਰ ਜ਼ਿੰਮੇਵਾਰ ਇਤਿਹਾਸਕਾਰ ਇਹਨਾਂ ਦੇ ਨਾਲ ਇੰਜ ਨਜਿੱਠਦਾ ਹੈ। ਪਹਿਲੀ ਗੱਲ ਤੇ ਇਹ ਕਿ ਇਤਿਹਾਸ ਦੇ ਵਿਸ਼ੇ ਦੇ ਵਿੱਚ ਇੱਕ ਬਹਿਸ ਹੁੰਦੀ ਹੈ, ਨੰਬਰ 1, ਇਹ ਅਤੀਤ ਦੇ ਵੱਲ ਇੱਕ ਪਹੁੰਚ ਹੁੰਦੀ ਹੈ, ਨੰਬਰ 2, ਔਰ ਉਹਨੂੰ ਲੈ ਕੇ ਤੁਹਾਡੀਆਂ ਜਿਹੜੀਆਂ ਪਹੁੰਚ ਵਿਧੀਆਂ ਨੇ ਜਿਹਦੇ ਨਾਲ ਤੁਸੀਂ ਇਤਿਹਾਸ ਦੇ ਸੱਚ ਨੂੰ, ਅਤੀਤ ਦੇ ਸੱਚ ਨੂੰ ਉਜਾਗਰ ਕਰਨ ਨੂੰ ਇਤਿਹਾਸ ਆਖਿਆ ਜਾ ਸਕਦਾ। ਇਹਦੀ ਆਪਾਂ ਇੱਕ ਸ਼ਾਰਟ ਹੈਂਡ ਡੈਫੀਨੇਸ਼ਨ ਲੈ ਲੈਂਦੇ ਹਾਂ। ਜਿਹੜੀ ਗੱਲ ਰਹੀ ਦੂਸਰੀ, ਕਿ ਇਹ ਕਰਦਿਆਂ ਹੋਇਆਂ ਜਦੋਂ ਕੋਈ ਇਤਿਹਾਸਕਾਰ ਇਸ ਕਿਸਮ ਦੇ ਨਾਲ ਐਂਟਰ ਕਰਦਾ ਹੈ ਤਾਂ ਅਸੀਂ ਉਹਦੇ ਵਿੱਚ ਸਭ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਇਤਿਹਾਸ ਨੇ ਆਪਣੇ ਤੋਂ ਪਹਿਲਾਂ ਹੋਏ ਕੰਮ ਦੇ ਕਿਹੜੇ ਪੱਖ ਨੂੰ ਬਿਲਕੁਲ ਛੂਹਿਆ ਹੀ ਨਹੀਂ ਹੈ। ਉਹਦੇ ਕੋਲ ਇਹ ਗੱਲ ਨਹੀਂ ਹੁੰਦੀ ਕਿ ਜੀ ਮੈਂ ਇੱਧਰ ਨਹੀਂ ਸੀ ਵੇਖ ਰਿਹਾ। ਜੇ ਉਹ ਇਹ ਆਖੇ ਜੀ ਮੈਂ ਭਗਤ ਸਿੰਘ ਦੀ ਸਿਰਫ ਦੋਸਤੀਆਂ ਦੀ ਹਿਸਟਰੀ ਲਿਖਣੀ ਚਾਹੁੰਦਾ, ਤਾਂ ਅਸੀਂ ਆਖਾਂਗੇ ਵੀ ਇਹ ਠੀਕ ਹੈ ਜੀ। ਤੇ ਪਰ ਇਹਦੇ ਤੋਂ ਜਿਹੜੇ ਉਹ ਜਨਰਲਾਈਜ਼ਡ ਕਨਕਲੂਜਨਸ ਜਿਹੜੇ ਤੁਸੀਂ ਡਰਾ ਕਰਦੇ ਹੋ, ਕਿੱਥੋਂ ਤੱਕ ਉਹ ਵੈਲਿਡ ਨੇ। ਛੋਟੇ ਆਸਪੈਕਟ ਦੇ ਬਾਰੇ ਸਟੱਡੀ ਕਰਕੇ ਉਹਨੂੰ ਇੱਕ ਵੱਡੀ ਸਟੇਟਮੈਂਟ ਦੇ ਨਾਲ ਜੋੜਨਾ, ਇਹ ਸਾਰੇ ਕੰਮ ਇਹਦੇ 'ਚ ਚੱਲਦੇ ਰਹਿੰਦੇ ਨੇ। ਤੇ ਜਿਹੜੇ ਇਤਿਹਾਸਕਾਰਾਂ ਦੀ ਗੱਲ ਆਪਾਂ ਆਮ ਫਹਿਮ ਢੰਗ ਦੇ ਨਾਲ ਕਰਦੇ ਹਾਂ
ਕਿ ਜੀ ਇਹ ਤਾਂ ਐਵੇਂ ਝੂਠ ਹੁੰਦਾ ਹੈ ਕਿ ਸੱਚ ਹੁੰਦਾ ਹੈ। ਜੀ ਜੀ, ਉਹ ਅਸੀਂ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੀ ਇਤਿਹਾਸ ਵਿਸ਼ੇ ਦੇ ਵਿੱਚ ਤੇ ਇਤਿਹਾਸਕਾਰੀ ਦੇ ਵਿੱਚ ਜਿਨ੍ਹਾਂ ਦੀ ਕੋਈ ਬਹੁਤੀ ਟ੍ਰੇਨਿੰਗ ਨਹੀਂ ਹੋਈ ਹੁੰਦੀ। ਉਹ ਐਮੇਚਿਓਰ ਹੁੰਦੇ ਨੇ, ਉਹਨਾਂ ਨੂੰ ਆਪਣਾ ਲੱਭ ਗਿਆ ਹੋਇਆ ਕੋਈ ਤੱਥ ਬਹੁਤ ਵੱਡਾ ਲੱਗਣ ਲੱਗ ਜਾਂਦਾ ਹੈ। ਉਹ ਉਹਦੇ ਤੇ ਸਾਰੀ ਗੱਲ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਇੱਕ ਕਿਸਮ ਦੇ ਨਾਲ ਪੋਪੂਲਰ ਲੈਵਲ ਦੇ ਉੱਪਰ ਇਹੋ ਜਿਹਾ ਇੱਕ ਰੌਲਾ ਪਿਆ ਰਹਿੰਦਾ। ਤੇ ਅਨਫੋਰਚੂਨੇਟਲੀ ਸਾਨੂੰ ਜਿਹੜੀ ਤੀਜੀ ਗੱਲ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਪੰਜਾਬੀ ਭਾਈਚਾਰਾ ਥੋੜਾ ਪਛੜਿਆ ਹੋਇਆ ਭਾਈਚਾਰਾ ਹੈ ਇੰਟੈਲੈਕਚੁਅਲੀ, ਵਿਚਾਰਾਂ ਦੇ ਪੱਖ ਤੋਂ। ਇਹਦੇ ਅੰਦਰ ਇਸ ਕਰਕੇ ਇਹਦੇ ਲਈ ਇੱਕ ਕੰਮ ਸੌਖਾ ਇਹ ਹੈ ਕਿ ਵਿਚਾਰਾਂ ਦੇ ਮੇਲ ਜੋਲ, ਵਿਚਾਰਾਂ ਦੇ ਉਸਾਰ ਪਸਾਰ ਨੂੰ ਦਾ ਅਧਿਐਨ ਕਰਨ ਦੀ ਥਾਂ ਇਹਦੇ ਲਈ ਇਹ ਸੌਖਾ ਹੈ ਕਿ ਉਹਨਾਂ ਨੂੰ ਮੱਥਾ ਟੇਕ ਲੈਂਦਾ ਹੈ। ਆਪ ਉਸ ਉਲਝਣ 'ਚ ਨਹੀਂ ਪੈਂਦਾ। ਉਹਨਾਂ ਕਿਸੇ ਦੀ ਗੱਲ ਮੰਨ ਕੇ ਕਿਸੇ ਦੇ ਮਗਰ ਲੱਗ ਸਕਦਾ ਹੈ ਤੇ ਕਿਸੇ ਦੀ ਗੱਲ ਮੰਨ ਕੇ ਕਿਸੇ ਦੀ ਪੱਗ ਵੀ ਲਾ ਸਕਦਾ ਹੈ। ਇਹ ਇਹਦੇ ਲਈ ਸੌਖੇ ਕੰਮ ਨੇ। ਆਪ ਉਸ ਗਾਰ ਦੇ ਵਿੱਚ ਉਤਰਨ ਨੂੰ ਸਾਡੇ ਲੋਕ ਤਿਆਰ ਨਹੀਂ ਤੇ ਇਸ ਗੱਲ ਦਾ ਫਾਇਦਾ ਸਾਡੇ ਜ਼ਰਾ ਜਿਹੜੇ ਟੇਢੇ ਵਿੰਗੇ ਬੰਦੇ ਨੇ ਉਹ ਇਹਨਾਂ ਦੇ ਵਿੱਚ ਆਪਣਾ ਮਸੱਦ ਚਲਾ ਕੇ ਉਹ ਇਸ ਕਿਸਮ ਦੀਆਂ ਪ੍ਰਵਿਰਤੀਆਂ ਨੂੰ ਹੋਰ ਤਕੜਾ ਕਰੀ ਰੱਖਦੇ ਜੀ। ਇੱਕ ਰੌਲਾ ਤੇ ਇਤਿਹਾਸ ਦੇ ਮਰਮ ਦਾ ਪਿਆ ਰਹਿੰਦਾ, ਇੱਕ ਰੌਲਾ ਮੈਨੂੰ ਲੱਗਦਾ ਆਡੀਅנס ਜਾਂ ਰੀਡਰਸ ਦੇ ਪੱਧਰ ਦੇ ਉੱਪਰ ਵੀ ਪਿਆ ਰਹਿੰਦਾ। ਜਵਾਬ ਥੋੜਾ ਲੰਬਾ ਹੋ ਗਿਆ ਜੀ। ਹਾਂਜੀ, ਆਪਾਂ ਹੁਣ ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰਦੇ ਹਾਂ। ਸੋ ਉਮੀਦ ਹੈ ਕਿ ਕਿਉਂਕਿ ਮੈਂ ਇਸ ਲਈ ਵੀ ਇਹ ਸਵਾਲ ਤੁਹਾਨੂੰ ਕੀਤਾ ਸੀ ਕਿ ਅਗਾਂਹ ਜਾ ਕੇ ਆਪਾਂ ਇਸ ਬਾਰੇ ਲਿਸਨਰਸ ਜਿਹੜੇ ਅਜੇ ਉਹ ਸਵਾਲ ਲੈ ਕੇ ਆਉਣ, ਐਟਲੀਸਟ ਉਹਨਾਂ ਨੂੰ ਕਲੈਰਿਟੀ ਹੋਵੇ ਇਸ ਚੀਜ਼ ਦੀ ਕਿ ਜਿਹੜੀਆਂ ਗੱਲਾਂ ਹੋ ਰਹੀਆਂ ਕਿਸ ਰੈਫਰੈਂਸ ਦੇ ਵਿੱਚੋਂ ਇਹ ਆ ਰਹੀਆਂ ਜਾਂ ਕਿਸ ਸਟੱਡੀ ਦੇ ਵਿੱਚੋਂ ਆ ਰਹੀਆਂ। ਸੋ ਲੱਖਾਂ ਸ਼ਹੀਦ ਹੋਏ ਨੇ ਭਾਰਤ ਦੇ ਵਿੱਚ ਆਜ਼ਾਦੀ ਦੇ ਲਈ। ਹਮੇਸ਼ਾ ਸਵਾਲ ਇਹ ਉੱਠਦਾ ਵੀ ਹੈ ਅਤੇ ਇਹ ਕਰਨਾ ਵੀ ਬਣਦਾ ਹੈ ਕਿ ਸ਼ਹੀਦ ਭਗਤ ਸਿੰਘ ਹੀ ਨਾਇਕ ਕਿਉਂ ਬਣਿਆ। ਈਵਨ ਜੇ ਅਸੀਂ ਦੇਖਦੇ ਹਾਂ ਆਮ ਲੋਕਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਲੋਕ ਇਸ ਹੱਦ ਤੱਕ ਵੀ ਜਾਂਦੇ ਆ, ਖਾਸ ਕਰਕੇ ਕਈ ਨੌਜਵਾਨ, ਕਿ ਜਿਵੇਂ ਉਹ ਉਹਨੂੰ ਪੂਜਦੇ ਹੈਗੇ ਆ। ਸੋ ਸ਼ਹੀਦ ਭਗਤ ਸਿੰਘ ਦਾ 24 ਸਾਲ ਦੀ ਉਮਰ ਦੇ ਵਿੱਚ ਨਾਇਕ ਬਣ ਜਾਣਾ, ਕਿਉਂਕਿ ਇਹ ਤਾਂ ਉਹੋ ਜਿਹੀ ਉਮਰ ਹੁੰਦੀ ਆ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਹਜੇ ਤਾਂ ਸਾਡੇ ਵਿਚਾਰ ਨਹੀਂ ਪਰਿਪੱਕ ਹੋਏ ਹੁੰਦੇ, ਹਾਲੇ ਕੱਚੀ ਉਮਰ ਹੁੰਦੀ ਹੈ, ਹਜੇ ਕਈ ਤਰ੍ਹਾਂ ਦੇ ਸਾਡੇ ਖਿਆਲ ਬਣਨੇ ਨੇ ਤਾਂ ਕਈ ਤਰ੍ਹਾਂ ਦੇ ਖਿਆਲ ਸਾਡੇ ਟੁੱਟਣੇ ਨੇ। ਜੇ ਇਹਦਾ ਤੁਸੀਂ ਦੱਸ ਸਕੋ ਕਿ ਇਹਦੇ ਨਾਇਕ ਬਣਨ ਦਾ ਕੀ ਕਾਰਨ ਹੈ ਭਗਤ ਸਿੰਘ ਦਾ। ਤੁਸੀਂ ਸਹੀ ਆਖਿਆ ਕਿ ਸਾਡੇ ਆਜ਼ਾਦੀ ਸੰਘਰਸ਼ ਦੇ ਦੌਰਾਨ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਭਗਤ ਸਿੰਘ ਦਾ ਨਾਮ ਹੀ ਏਡਾ ਵੱਡਾ ਕਿਉਂ ਰਹਿ ਜਾਂਦਾ। ਇੱਕ ਤੇ ਮੈਨੂੰ ਔਰ ਉਹੀ ਨਹੀਂ, ਉਹਨਾਂ ਦੇ ਨਾਲ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਵੀ ਉਹਨਾਂ ਦੇ ਨਾਲ ਹੀ ਫਾਂਸੀਆਂ ਤੇ ਉੱਪਰ ਚੜ੍ਹੇ ਤੇ ਫਿਰ ਵੀ ਅਸੀਂ ਭਗਤ ਸਿੰਘ ਦਾ ਹੀ ਨਾਂ ਲੈਂਦੇ ਹਾਂ। ਤੇ ਕਈ ਜਣੇ ਇਹ ਇਤਰਾਜ਼ ਵੀ ਕਰਦੇ ਆ ਕਿ ਤੁਸੀਂ ਸੁਖਦੇਵ ਤੇ ਰਾਜਗੁਰੂ ਦਾ ਨਾਮ ਉਵੇਂ ਕਿਉਂ ਨਹੀਂ ਲੈ ਰਹੇ, ਨਾਲ ਨਾਲ ਲਿਆ ਕਰੋ ਵਗੈਰਾ ਵਗੈਰਾ। ਇਹ ਸਵਾਲ ਦਿਲਚਸਪ ਹੈ ਔਰ ਮੈਨੂੰ ਇਹ ਲੱਗਦਾ ਕਿ ਇੱਥੋਂ ਭਗਤ ਸਿੰਘ ਦੇ ਬਾਰੇ ਸਾਨੂੰ ਕੁਝ ਸੁਝਣਾ ਸ਼ੁਰੂ ਹੁੰਦਾ। ਉਹ ਇਹ ਕਿ ਭਗਤ ਸਿੰਘ ਦਾ ਨਾਮ ਦੇ ਵਿੱਚ ਉਹ ਸਾਰੀਆਂ ਸ਼ਹੀਦੀਆਂ, ਉਹ ਸਾਰੀਆਂ ਕੁਰਬਾਨੀਆਂ ਸ਼ਾਮਿਲ ਨੇ ਜਿਹੜਿਆਂ ਵੀ ਲੋਕਾਂ ਨੇ ਕੀਤੀਆਂ। ਭਗਤ ਸਿੰਘ ਉਹਨਾਂ ਦਾ ਨੁਮਾਇੰਦਾ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ। ਉਹਦੇ ਪਿੱਛੇ ਕੋਈ ਬਹੁਤ ਵੱਡਾ ਸੰਗਠਨ ਨਹੀਂ ਸੀ ਜੀ, ਉਹਦੇ ਪਿੱਛੇ ਕੋਈ ਹੋਰ ਕੋਈ ਬਹੁਤ ਵੱਡਾ ਤੰਤਰ ਨਹੀਂ ਸੀ। ਸਿਰਫ ਲੋਕਾਂ ਦੀ ਉਮੰਗ ਸੀ, ਉਹਨਾਂ ਦੀ ਭਾਵਨਾ ਸੀ ਤੇ ਭਗਤ ਸਿੰਘ ਨੂੰ ਲੈ ਕੇ ਬਹੁਤ ਸਾਰਾ ਮੋਹ ਤੇ ਸਤਿਕਾਰ ਸੀ ਕਿ ਇਹ ਬੱਚਾ ਸਾਡੇ ਲਈ ਸ਼ਹੀਦ ਹੋਇਆ, ਇਹਨੇ ਸਾਡੀ ਗੈਰਤ ਨੂੰ ਇਸਨੇ ਖੜਾ ਰੱਖ ਲਿਆ ਪਈ ਜੀ। ਤੋ ਭਗਤ ਸਿੰਘ ਦੀ ਸ਼ਹਾਦਤ ਦੇ ਅੰਦਰ ਇੱਕ ਤੇ ਇਹ ਸਾਰੇ ਹਜ਼ਾਰਾਂ ਨਾਮ ਸ਼ਾਮਿਲ ਨੇ, ਪਹਿਲੀ ਗੱਲ। ਤੇ ਇਹ ਉਹਨਾਂ ਸਾਰਿਆਂ ਨਾਵਾਂ ਦੀ ਸਿਖਰ ਹੈ। ਇਹ ਵੀ ਹੈ, ਇਹ ਦੋਵੇਂ ਗੱਲਾਂ ਇਕੱਠੀਆਂ ਸ਼ਾਮਿਲ। ਉਹਦਾ ਫੈਲਾਅ ਵੀ ਹੈ ਇਹਨਾਂ ਸਾਰਿਆਂ ਦੇ ਵਿੱਚ ਤੇ ਇਹਨਾਂ ਸਾਰਿਆਂ ਨੂੰ ਜੋੜ ਕੇ ਭਗਤ ਸਿੰਘ ਵਰਗਾ ਇੱਕ ਮੁਜੱਸਮਾ ਵੀ ਬਣ ਜਾਂਦਾ ਜੀ। ਜਿਹੜੀ ਦੂਸਰੀ ਗੱਲ ਇਹਦੇ ਨਾਲ ਜੋੜ ਕੇ ਸਾਨੂੰ ਵੇਖਣੀ ਚਾਹੀਦੀ ਹੈ ਉਹ ਇਹ ਕਿ ਆਪਣੇ ਸਾਥੀਆਂ ਦੇ ਵਿੱਚੋਂ ਜਿਨ੍ਹਾਂ ਸਾਰੇ ਜਵਾਨ ਹੀ ਸਨ ਤੇ ਬਹੁਤਾ ਕਿਸੇ ਨੂੰ ਸਮਾਂ ਨਹੀਂ ਮਿਲਿਆ, ਬਾਕੀਆਂ ਦੇ ਕੋਲ ਉਮਰਾਂ ਸੀ, ਉਹਨਾਂ ਨੇ ਚਿੱਠੀਆਂ ਲਿਖੀਆਂ, ਉਹਨਾਂ ਨੇ ਦਸਤਾਵੇਜ਼ ਲਿਖੇ, ਉਹਨਾਂ ਨੂੰ ਉਮਰ ਵੱਡੀ, ਜਵਾਹਰ ਲਾਲ ਨਹਿਰੂ ਹੋ ਜਾਣ, ਮਹਾਤਮਾ ਗਾਂਧੀ ਹੋ ਜਾਣ, ਸੁਭਾਸ਼ ਚੰਦਰ ਬੋਸ ਵੀ ਇੱਕ ਹੱਦ ਤੱਕ ਕਾਫੀ ਉਮਰ ਸੀ ਉਹਨਾਂ ਦੀ ਜੀ, ਤੇ ਹੋਰ ਲੋਕਾਂ ਨੂੰ ਸਮਾਂ ਮਿਲਿਆ, ਅਖਬਾਰ ਕੱਢੇ ਉਹਨਾਂ ਨੇ ਵਗੈਰਾ ਵਗੈਰਾ। ਸਾਨੂੰ ਉਹਨਾਂ ਦੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਨੇ। ਭਗਤ ਸਿੰਘ ਆਪਣੇ ਸਾਥੀਆਂ ਦੇ ਵਿੱਚੋਂ ਮੇਰੇ ਮੁਤਾਬਕ
ਉਹਦਾ ਆਪਣੇ ਸਾਥੀਆਂ ਦੇ ਵਿੱਚ ਵੀ ਜਿਹੜਾ ਆਦਰ ਸੀ ਉਹ ਦੋ ਵਜ੍ਹਾਵਾਂ ਕਰਕੇ ਸੀ। ਉਹਦੀ ਜਿਹੜੀ ਇੱਕ ਬੌਧਿਕ ਸਮਰੱਥਾ ਕਰਕੇ ਕਿ ਉਹ ਜਿੰਨਾ ਗਹਿਰਿਆਂ ਜਾ ਕੇ ਜਿੰਨਿਆਂ ਪਸਾਰਾਂ ਨੂੰ ਲੈਂਦਾ ਹੋਇਆ ਤੇ ਜਿੰਨਾ ਪਰਤਦਾਰ ਸੋਚ ਸਕਦਾ ਸੀ। ਲੀਡਰਸ਼ਿਪ ਦਾ ਇੱਕ ਬਹੁਤ ਵੱਡਾ ਗੁਣ ਹੁੰਦਾ ਹੈ ਜਦੋਂ ਤੇ ਸਭ ਕੁਝ ਸਵਾਰਾ ਚੱਲ ਰਿਹਾ ਹੋਵੇ, ਤੁਸੀਂ ਇੱਕ ਕਾਲ ਦਿਓ, ਤੁਹਾਡੇ ਬੋਲ ਦੇ ਉੱਤੇ ਲੋਕ ਇਕੱਤਰ ਹੋਣ, ਤੁਹਾਡੇ ਸਾਹਮਣੇ ਇੱਕ ਸਪਸ਼ਟ ਨਿਸ਼ਾਨਾ ਹੋਵੇ, ਤੁਸੀਂ ਆਪਣੇ ਦਲ ਬਲ ਨਾਲ ਉਹਨਾਂ ਨੂੰ ਮਜਬੂਰ ਕਰ ਲਿਆ, ਪਿੱਛੇ ਧੱਕ ਲਿਆ, ਤਾਂ ਉਦੋਂ ਬਹੁਤ ਸਾਰੇ ਨੇਤਾ ਸੌਖਿਆਂ ਬਣ ਜਾਂਦੇ। ਪਰ ਜਦੋਂ ਟੁੱਟਾਂ ਫੁੱਟਾਂ ਦਾ ਦੌਰ ਹੋਵੇ, ਤੁਹਾਡੇ ਉੱਪਰ ਹਮਲੇ ਹੋ ਰਹੇ ਹੋਣ, ਸੰਗਠਨ ਟੁੱਟ ਬਿਖਰ ਰਿਹਾ ਹੋਵੇ, ਜਿਸ ਬੰਦੇ ਦੇ ਉੱਪਰ ਤੁਹਾਡਾ ਅਕੀਦਾ ਹੋਵੇ ਉਹ ਲਾਂਭੇ ਹੋ ਗਿਆ ਹੋਵੇ, ਤੁਹਾਡੇ ਤੇ ਆ ਕੇ ਗੱਲ ਪੈ ਗਈ ਹੋਵੇ, ਉਸ ਵੇਲੇ ਉਸ ਗੰਢਲ ਚੌਧ ਦੇ ਵਿੱਚੋਂ ਸਾਫ਼ ਗੋਈ ਦੇ ਨਾਲ ਇੱਕ ਕਲੈਰਿਟੀ ਦੇ ਵੱਲ ਜਾ ਸਕਣਾ ਤੇ ਉਹਦੇ ਤੇ ਬਾਕੀਆਂ ਨੂੰ ਤੋੜ ਸਕਣਾ, ਇਹ ਵੱਡਾ ਟੈਸਟ ਹੁੰਦਾ ਹੈ ਲੀਡਰਸ਼ਿਪ ਦਾ। ਮੈਨੂੰ ਯਾਦ ਹੈ ਕਿ ਟ੍ਰੋਟਸਕੀ ਇਹ ਕਹਿੰਦਾ ਹੈ ਕਿ ਲੈਨਨ ਦਾ ਕੱਦ ਓਡਾ ਨਹੀਂ ਹੈ ਜਿਸਮਾਨੀ ਤੌਰ ਤੇ, ਪਰ ਜੋ ਉਹਦੀ ਇੱਕ ਇੰਟੈਲੈਕਚੁਅਲ ਐਬਿਲਿਟੀ ਹੈ ਉਸਦੀ, ਉਹ ਜਿਵੇਂ ਗੱਲ ਨੂੰ ਐਕਸਪਲੇਨ ਕਰ ਸਕਦਾ ਆਮ ਬੋਲਸ਼ੇਵਿਕ ਨੂੰ, ਉਹ ਆਪਣੀ ਬੌਧਿਕ ਸਮਰੱਥਾ ਕਰਕੇ ਬੋਲਸ਼ੇਵਿਕਾਂ ਦਾ ਨੇਤਾ ਬਣਿਆ ਹੈ। ਔਰ ਮੈਨੂੰ ਇਹ ਭਗਤ ਸਿੰਘ ਦੇ ਬਾਰੇ ਇਸ ਗੱਲ ਨੇ ਹਮੇਸ਼ਾ ਕਾਇਲ ਕੀਤਾ ਕਿ ਉਹ ਸਾਰੇ ਇਹ ਮੰਨਦੇ ਨੇ ਕਿ ਉਹ ਸਾਰੇ ਜੁੱਟ ਦੇ ਵਿੱਚੋਂ ਜਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਸੀ ਜਾਂ ਉਸ ਤੋਂ ਪਹਿਲਾਂ ਵੀ, ਤਾਂ ਦੋ ਜਣੇ ਆਊਟਸਟੈਂਡਿੰਗ ਨੇ ਉਹਦੇ ਵਿੱਚੋਂ, ਸ਼ਹੀਦ ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ। ਨੰਬਰ 2 ਜਿਹੜੀ ਗੱਲ ਜੁੜਦੀ ਹੈ ਕਿ ਭਗਤ ਸਿੰਘ ਦੀ ਬੌਧਿਕ ਸਮਰੱਥਾ ਬੋਲਚਾਲ ਦੇ ਵਿੱਚ ਤੇ ਹੋਏਗੀ, ਪਰ ਉਹ ਸਾਡੇ ਕੋਲ ਲਿਖਤਾਂ ਦੇ ਰੂਪ ਵਿੱਚ ਵੀ ਪਹੁੰਚ ਗਈ ਹੈ। ਉਹ ਜਿਹੜੀਆਂ ਲਿਖਤਾਂ ਆ ਉਹਨਾਂ ਨਾਲ ਕੋਈ ਛੇੜਖਾਨੀ ਤਾਂ ਨਹੀਂ ਹੋਈ, ਕੋਈ ਛੇੜਛਾੜ ਤਾਂ ਨਹੀਂ ਹੋਈ ਉਹ ਜਿਵੇਂ ਲਿਖੀਆਂ ਸੀ ਉਸੇ ਤਰ੍ਹਾਂ ਮੌਜੂਦ ਨੇ ਇਸ ਵੇਲੇ ਆਪਣੇ ਕੋਲ? ਮੇਰਾ ਖਿਆਲ ਹੈ ਜੀ ਕਿ ਕੋਈ ਇਹਦੇ ਬਾਬਤ ਤੇ ਕੋਈ ਵਿਵਾਦ ਕਿਸੇ ਇੱਕ ਅੱਧੀ ਗੱਲ ਬਾਰੇ ਹੋ ਗਿਆ ਹੋਵੇ, ਪਰ ਮੈਨੂੰ ਯਾਦ ਨਹੀਂ ਆਉਂਦਾ, ਕਿਉਂਕਿ ਇਹ ਜਿਹੜੀ ਖੋਜ ਹੈ ਇਹ ਚੱਲਦੀ ਰਹਿੰਦੀ ਹੁੰਦੀ ਹੈ। ਕੋਈ ਵੀ ਚੀਜ਼ ਜਿਹੜੀ ਅੱਜ ਆਪਾਂ ਨੂੰ ਸਹੀ ਲੱਗ ਰਹੀ ਹੈ, ਇਹਦੀ ਕੋਈ ਹੋਰ ਚੀਜ਼ ਮਿਲ ਸਕਦੀ ਹੈ, ਤਾਂ ਉਸ ਕਿਸਮ ਦਾ ਤੇ ਇੱਕ ਹਮੇਸ਼ਾ ਹੀ ਰਹਿੰਦਾ ਹੈ ਕਿ ਨਵੀਆਂ ਚੀਜ਼ਾਂ ਆ ਜਾਣਗੀਆਂ। ਭਗਤ ਸਿੰਘ ਦੇ ਕਿਸੇ ਥਾਂ ਤੋਂ ਕੋਈ 2 ਖੱਤ ਰਿਕਵਰ ਹੋ ਜਾਣਗੇ, ਉਹਦੇ ਨਾਲ ਕੋਈ ਨਵਾਂ ਪਾਸਾ ਸ਼ਾਇਦ ਸਮਝ ਆ ਜਾਏ, ਇਸ ਦੀ ਤੇ ਸੰਭਾਵਨਾ ਹਮੇਸ਼ਾ ਰਹਿੰਦੀ ਹੈ। ਪਰ ਜਿੰਨੀ ਸਾਡੇ ਕੋਲ ਡਾਕੂਮੈਂਟਸ ਅਵੇਲੇਬਲ ਨੇ ਉਹਦੇ ਵਿੱਚ ਭਗਤ ਸਿੰਘ ਦੀਆਂ ਜਿਹੜੀਆਂ ਲਿਖਤਾਂ ਨੇ, ਔਰ ਲਿਖਤਾਂ ਦੇ ਅੰਦਰ ਇੱਕ ਸਫਾਈ ਹੈ ਜਿਹੜੀ, ਜਿਹੜਾ ਇੱਕ ਵਿਸ਼ਲੇਸ਼ਣੀ ਐਨਾਲਿਟੀਕਲ ਜਿਹੜੀ ਉਹਨਾਂ ਦੀ ਦਾ ਰਿਗਰ ਹੈ, ਇਹ ਰੇਅਰ ਹੈ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਲਿਖਤ ਨੂੰ ਵਿਸ਼ਲੇਸ਼ਣੀ ਦਰਜੇ ਤੱਕ ਲਿਜਾ ਸਕਣਾ ਔਰ ਉਸ ਨੂੰ ਇੰਜ ਸਾਧ ਸਕਣਾ। ਇਹ ਤੇ ਵੱਡੀ ਉਮਰ ਤੱਕ ਦੇ ਬੰਦਿਆਂ ਤੋਂ ਨਹੀਂ ਹੋ ਸਕਿਆ ਹੁੰਦਾ। ਸੱਚੀ ਗੱਲ ਹੈ ਇਹ, ਐਗਜ਼ੈਕਟਲੀ। ਮੈਂ ਉਹਨਾਂ ਦੀਆਂ ਖਾਸ ਕਰਕੇ ਜਿਹੜੀਆਂ ਕੁਝ ਚੋਣਵੀਆਂ ਲਿਖਤਾਂ ਉਹ ਮੈਂ ਪੜ੍ਹ ਰਹੀ ਸੀ, ਮੈਂ ਦੇਖ ਰਹੀ ਸੀ। ਇੱਕ ਤਾਂ ਉਹਨਾਂ ਦਾ ਜਿਹੜਾ ਲੇਖ ਆ, ਮੈਂ ਨਾਸਤਿਕ ਕਿਉਂ ਹਾਂ, ਦੂਸਰਾ ਅਛੂਤ ਦਾ ਸਵਾਲ, ਇਹ 2 ਲੰਬੇ ਲੇਖ ਨੇ, ਪਰ ਇੰਨੀ ਜ਼ਿਆਦਾ ਉਹ ਫਲੋ ਦੇ ਵਿੱਚ ਚੱਲ ਰਹੇ ਆ, ਇੰਨੀ ਜ਼ਿਆਦਾ ਸਪਸ਼ਟਤਾ ਹੈ, ਉਹ ਲੱਗਦਾ ਨਹੀਂ ਕਿ ਵੀ ਇੰਨੀ ਘੱਟ ਉਮਰ ਦਾ ਕੋਈ ਨੌਜਵਾਨ ਇਸ ਹੱਦ ਤੱਕ ਕਲੀਅਰ ਹੋ ਸਕਦਾ, ਸਪਸ਼ਟ ਹੋ ਸਕਦਾ ਵੱਖ-ਵੱਖ ਐਂਗਲਸ ਤੋਂ, ਪਰ ਉਹਨੇ ਲਿਖਿਆ ਵੀ ਕਮਾਲ ਦਾ ਹੈ। ਸੁਮੇਲ ਸਿੱਧੂ ਜੀ, 1 ਮਿੰਟ ਕਮਰਸ਼ੀਅਲ ਬ੍ਰੇਕ ਲਈ ਰੁਕਣਾ ਪੈਣਾ, ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ ਜੀ। The Navjot Tillu Show, only on AM 600, Sher-e Punjab। ਸ਼ੇਰੇ ਪੰਜਾਬ AM 600, ਤੁਸੀਂ ਇਸ ਵੇਲੇ ਸ਼ਾਮਿਲ ਹੋ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਅੱਜ ਸ਼ਹੀਦ ਭਗਤ ਸਿੰਘ ਬਾਰੇ ਅਸੀਂ ਕੁਝ ਗੱਲਾਂ ਬਾਤਾਂ ਕਰ ਰਹੇ ਹਾਂ। ਮੇਰੇ ਨਾਲ ਡਾਕਟਰ ਸੁਮੇਲ ਸਿੰਘ ਸਿੱਧੂ ਇਸ ਵੇਲੇ ਇੰਡੀਆ ਤੋਂ, ਦਿੱਲੀ ਤੋਂ ਟੈਲੀਫੋਨ ਲਾਈਨ 'ਤੇ ਮੌਜੂਦ ਨੇ। ਇਹਨਾਂ ਵੱਲੋਂ ਇੱਕ ਅਦਾਰਾ 23 ਮਾਰਚ ਵੀ ਚਲਾਇਆ ਜਾਂਦਾ, ਮੇਰੀ ਉਹਦੇ ਬਾਰੇ ਵੀ ਉਤਸੁਕਤਾ ਹੈ, ਥੋੜ੍ਹੀ ਇਹਨਾਂ ਕੋਲੋਂ ਪੁੱਛਦੇ ਹਾਂ। ਡਾਕਟਰ ਸੁਮੇਲ ਸਿੱਧੂ ਜੀ, ਉਹ ਕੀ ਹੈ ਅਦਾਰਾ 23 ਮਾਰਚ? ਜੀ ਮਿਹਰਬਾਨੀ। 2013 ਦੇ ਵਿੱਚ, ਬਲਕਿ 2012 ਦੀ ਦਸੰਬਰ ਨੂੰ ਦਿੱਲੀ ਦੇ ਵਿੱਚ ਇੱਕ ਮਾਸ ਗੈਂਗਰੇਪ ਹੋਇਆ ਸੀ ਬੱਚੀ ਦਾ, ਜਿਸ ਨੂੰ ਲੈ ਕੇ ਕਿ ਜਵਾਨਾਂ ਨੇ ਬਹੁਤ ਵਿਦਰੋਹ ਪ੍ਰੋਟੈਸਟ ਇੱਥੇ ਕੀਤੇ ਸਨ, ਤੇ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਸੀ, ਬਲਕਿ ਲਗਭਗ
ਗੈਰ ਹਾਜ਼ਰ ਸਨ। ਤੇ ਸਾਨੂੰ ਉੱਥੇ ਲੱਗਿਆ ਕਿ ਪੰਜਾਬੀਆਂ ਨੂੰ ਇਹਨਾਂ ਸਾਂਝੇ ਸੰਘਰਸ਼ਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਤੇ ਉਦੋਂ ਪੰਜਾਬ ਸਾਂਝੀਵਾਲ ਜਥਾ ਜਾਂ ਪੰਜਾਬ ਸੋਲੀਡੈਰਿਟੀ ਗਰੁੱਪ ਦੇ ਬੈਨਰ ਹੇਠ ਨੌਜਵਾਨਾਂ ਨੇ ਮੈਂ ਉਹਨਾਂ ਨੂੰ ਇੱਧਰਲੇ ਪਾਸੇ ਤੋਰਿਆ। ਤੇ ਉਸ ਤੋਂ ਬਾਅਦ ਫਿਰ ਦਿੱਲੀ ਦੇ ਵਿੱਚ ਗਦਰੀਆਂ ਨੂੰ ਲੈ ਕੇ, ਹੋਰਾਂ ਨੂੰ ਲੈ ਕੇ ਤੇ ਫਿਰ ਕਾਰਵਾਈ ਚੱਲਦੀ ਰਹੀ। ਤੇ ਅਸੀਂ ਸੰਨ 2013 ਵਿੱਚ ਪੰਜਾਬੀ ਬੋਲੀ ਮੋਰਚਾ ਦਿੱਲੀ ਦੀਆਂ ਸੜਕਾਂ ਦੇ ਵਿੱਚ ਲਗਾਤਾਰ 250 ਦਿਨ ਚਲਾਇਆ। ਇਹ ਸ਼ਾਇਦ ਸਭ ਤੋਂ ਵੱਡਾ ਮੋਰਚਾ, ਔਰ ਇਹਦੇ ਚਲਾਉਂਦਿਆਂ ਹੋਇਆਂ ਸਾਨੂੰ ਇਹ ਅਹਿਸਾਸ ਹੋਇਆ ਕਿ ਜ਼ੁਬਾਨ ਦੀ ਲੜਾਈ ਦਰਅਸਲ ਵਿਚਾਰਾਂ ਦੀ ਲੜਾਈ ਹੈ। ਤੇ ਇਹ ਪੰਜਾਬੀ ਦੇ ਵਿੱਚ ਜਿਹੜਾ ਵਿਚਾਰਕ ਸੰਕਟ ਹੈ ਕਿ ਸਾਨੂੰ ਸੋਚਣ ਵਿਚਾਰਨ ਦਾ ਵਿੱਚ ਇੱਕ ਲੋਕਾਂ ਦੇ ਨਾਲੋਂ ਟੁੱਟ ਚੁੱਕੇ ਹਾਂ ਤੇ ਸਾਡੇ ਉਸ ਦੀ ਕੋਈ ਜਿਹੜੀ ਦਿਸ਼ਾ ਹੈ ਸੋਚ ਵਿਚਾਰ ਦੀ ਸਾਡੇ ਅਕਾਦਮੀਆਂ ਦੇ ਵਿੱਚ, ਸੰਸਥਾਵਾਂ ਦੇ ਵਿੱਚ, ਉਹ ਬੜੀ ਹੀ ਮਤਲਬ ਉਹਨੂੰ ਕੀ ਆਖੀਏ, ਉਹਨੂੰ ਕਰਾਇਤ ਆਉਂਦੀ ਆ ਉਹਦੇ ਵੱਲ ਵੇਖ ਕੇ ਕਿ ਕੀ ਕਰੀ ਜਾਂਦੇ ਸੀ। ਸਾਨੂੰ ਫਿਰ ਇਹ ਲੱਗਿਆ ਕਿ ਸਾਡੇ ਕੋਲ ਕਿਹੜੇ ਸੋਮੇ ਹੋਣ। ਤੇ ਉਸ ਐਜੀਟੇਸ਼ਨ ਦੇ ਦੌਰਾਨ ਸਾਨੂੰ ਇਸ ਗੱਲ ਦਾ ਖਿਆਲ ਆਇਆ ਕਿ ਵਿਚਾਰਕ ਤਿਆਰੀ ਦੇ ਲਈ ਇੱਕ ਪਲੇਟਫਾਰਮ ਖੜਾ ਕੀਤਾ ਜਾਣਾ ਚਾਹੀਦਾ ਹੈ। ਤੇ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਪਾਸ਼ ਦੋਵੇਂ, ਤੁਸੀਂ ਦੋਵਾਂ ਦਾ ਜ਼ਿਕਰ ਕੀਤਾ, 23 ਮਾਰਚ ਦਾ ਜਿਹੜਾ ਦਿਨ ਹੈ, ਇਹਨੂੰ ਮੈਨੂੰ ਇਹ ਲੱਗਣਾ ਸ਼ੁਰੂ ਹੋਇਆ ਕਿ ਇਹ ਪੰਜਾਬੀ ਇਤਿਹਾਸ ਦਾ ਉਹ ਬਹੁਤ ਤਰਾਸਦੀ ਪੂਰਨ ਤੇ ਸੰਗੀਨ ਦਿਨ ਹੈ, ਜਿਸ ਦਿਨ ਕਿ ਸਾਡੇ ਦੋ ਮੌਲਿਕ ਚਿੰਤਕਾਂ ਨੂੰ ਬਲ ਨਾਲ, ਹਿੰਸਾ ਦੇ ਨਾਲ, ਉਹਨਾਂ ਦੇ ਚਿੰਤਨ ਦੇ ਨਾਲ ਪੰਜਾਬ ਨੇ ਜਿਹੜੇ ਨਵੇਂ ਦਿਸਹੱਦਿਆਂ ਤੱਕ ਜਾਣਾ ਸੀ, ਇਸ ਦੁਨੀਆ ਦੇ ਵਿੱਚ ਆਪਣਾ ਰੰਗ ਹੋਰ ਭਰਨਾ ਸੀ, ਕਿ ਸਾਡੀ ਉਹ ਪਗਡੰਡੀ ਗਾਇਬ ਕਰ ਦਿੱਤੀ ਗਈ ਹੈ। ਜੇ ਉਹ ਗਾਇਬ ਕਰ ਦਿੱਤੀ ਗਈ ਹੈ ਤਾਂ ਸਾਡੇ ਲਈ ਇਹ ਦੋਵੇਂ ਤੇ ਇਹਨਾਂ ਦੇ ਨਾਲ ਜੁੜੀ ਜਿਹੜੀ ਇੱਕ ਪੂਰੀ ਚਿੰਤਨ ਧਾਰਾ ਹੈ, ਉਹ ਸਾਡਾ ਸੋਮਾ ਹੈ ਵਿਚਾਰਕ ਦਾ। ਤੇ ਫਿਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਵੀ ਤੇ ਉਸ ਲੀਹ ਨੂੰ ਅਗਾਂਹ ਤੋਰਨ ਦੇ ਲਈ ਅਸੀਂ ਅਦਾਰਾ 23 ਮਾਰਚ ਦਾ ਗਠਨ ਕੀਤਾ। ਤੇ ਮੈਂ ਬੜੇ ਮਾਣ ਨਾਲ ਇਸ ਗੱਲ ਨੂੰ ਕਹਿ ਸਕਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਸ ਕਿਸਮ ਦਾ ਬੌਧਿਕ ਕੰਮ, ਜਿਸ ਕਿਸਮ ਦੇ ਨਾਲ ਚਿੰਤਨ ਨੂੰ ਲੋਕਾਂ ਦੇ ਨਾਲ ਜੋੜਨ ਦਾ, ਜਿਹੜੀ ਇਹ ਨਾ ਮੁਕਤਸਰ ਦੇ ਵਿੱਚ ਜਿਹੜਾ ਗੁਰਦੁਆਰੇ ਦਾ ਨਾਮ ਹੈ ਟੁੱਟੀ ਗੰਢੀ ਸਾਹਿਬ, ਜਿੱਥੇ ਬੇਦਾਵਾ ਪਾੜਿਆ ਗਿਆ ਤੇ ਉਹ ਦੁਬਾਰਾ ਇਕੱਠੇ ਹੋਏ, ਮੈਨੂੰ ਉਵੇਂ ਹੀ ਲੱਗਦਾ ਕਿ ਜਿਹੜੀ ਸਾਡੀ ਟੁੱਟੀ ਹੋਈ ਹੈ ਨਾ ਲੋਕਾਂ ਦੇ ਨਾਲੋਂ, ਵਿਚਾਰਵਾਨਾਂ ਦੀ ਜਾਂ ਵਿਚਾਰਕ ਪਰੰਪਰਾ ਦੀ, ਉੱਥੇ ਵੀ ਇੱਕ ਟੁੱਟੀ ਗੰਢੀ ਨੂੰ, ਉਸ ਟੁੱਟੀ ਨੂੰ ਦੁਬਾਰਾ ਗੰਢਣ ਦਾ ਇੱਕ ਕੰਮ ਹੈ ਕਿ ਅਸੀਂ ਜ਼ੁਬਾਨ ਦੇ ਅੰਦਰ ਚਿੰਤਨ ਕਿਵੇਂ ਕੀਤਾ ਜਾਵੇ ਤੇ ਪੰਜਾਬੀ ਚਿੰਤਨ ਪਰੰਪਰਾ ਅਸੀਂ ਦੁਬਾਰਾ ਤੋਂ ਕਿਵੇਂ ਖੜੀ ਕਰਕੇ ਦਿਖਾਈਏ। ਤੇ 10 ਸਾਲਾਂ ਦੇ ਵਿੱਚ ਮੈਂ ਇਹ ਗੱਲ ਨੂੰ ਬੜੇ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਕਿ ਅਸੀਂ ਇਹਦੇ ਵਿੱਚ ਇੱਕ ਲੀਡਿੰਗ ਰੋਲ ਅਦਾ ਕੀਤਾ ਹੈ ਕੁਝ ਮੁਸ਼ਕਿਲ ਸਵਾਲਾਂ ਨੂੰ ਕੇਂਦਰ ਦੇ ਵਿੱਚ ਲਿਆਉਣ ਦੇ ਲਈ। ਡਾਕਟਰ ਸਿੱਧੂ, ਇੱਕ ਹੋਰ ਜਿਹੜੀ ਚੀਜ਼ ਹੈ, ਕਿਉਂਕਿ ਤੁਸੀਂ ਚਿੰਤਨ ਦੀ ਗੱਲ ਕਰ ਰਹੇ ਹੋ, ਸੋਚ ਦੀ ਗੱਲ ਕਰ ਰਹੇ ਹੋ, ਸ਼ਹੀਦ ਭਗਤ ਸਿੰਘ ਬਹੁਤ ਪੜ੍ਹਦੇ ਸਨ, ਇਸ ਗੱਲ ਤੋਂ ਆਪਾਂ ਵਾਕਿਫ ਹਾਂ। ਪਰ ਮੈਂ ਕਈ ਵਾਰ ਆਪ ਹੈਰਾਨ ਹੁੰਦੀ, ਜਿਵੇਂ ਉਹਨਾਂ ਦੀਆਂ ਮੈਂ ਵੀ ਲਿਖਤਾਂ ਪੜ੍ਹ ਰਹੀ ਸੀ, ਕਿ ਜਿਸ ਵੇਲੇ ਉਹ ਇਸ ਦੁਨੀਆ ਤੋਂ ਗਏ ਆ ਉਸ ਵੇਲੇ ਤਾਂ ਉਮਰ ਉਹਨਾਂ ਦੀ 24 ਸਾਲ ਸੀ। ਯਕੀਨਨ ਤੌਰ 'ਤੇ ਉਸ ਤੋਂ ਪਹਿਲਾਂ ਪੜ੍ਹਦੇ ਰਹੇ ਹੋਣਗੇ। ਜਦੋਂ ਆਪਾਂ ਹੁਣ ਨੌਜਵਾਨਾਂ ਨੂੰ ਇੱਕ ਸੇਧ ਦੇਣ ਦੀ ਗੱਲ ਕਰਦੇ ਹਾਂ, ਜਾਂ ਅਸੀਂ ਕਹਿੰਦੇ ਹਾਂ ਕਿ ਨੌਜਵਾਨ ਜਿਹੜੇ ਆ ਉਹ ਕਿਸ ਪਾਸੇ ਜਾ ਰਹੇ ਆ, ਆਪਾਂ ਐਂਗਜ਼ਾਇਟੀ ਦੀ ਅਕਸਰ ਗੱਲ ਕਰਦੇ ਹਾਂ ਕਿ ਪਤਾ ਨਹੀਂ ਕਿਉਂ ਉਹਨਾਂ ਦੇ ਵਿੱਚ ਇਹ ਚੀਜ਼ ਹੈਗੀ ਆ, ਬੇਚੈਨੀ ਬਹੁਤ ਜ਼ਿਆਦਾ ਹੈ ਨੌਜਵਾਨਾਂ ਦੇ ਵਿੱਚ। ਮੈਂ ਹੈਰਾਨ ਹੁੰਦੀ ਹਾਂ ਕਿ ਅਸੀਂ ਪੇਰੈਂਟਿੰਗ 'ਤੇ ਵੀ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਾਂ ਕਿ ਸਾਨੂੰ ਬੱਚਿਆਂ ਦੀ ਪੇਰੈਂਟਿੰਗ ਐਵੇਂ ਕਰਨੀ ਚਾਹੀਦੀ, ਉਵੇਂ ਕਰਨੀ ਚਾਹੀਦੀ ਆ। ਸ਼ਹੀਦ ਭਗਤ ਸਿੰਘ ਇੱਕ ਨੌਜਵਾਨ ਦੇ ਤੌਰ 'ਤੇ ਜਾਂ ਉਸ ਤੋਂ ਵੀ ਪਹਿਲਾਂ ਇੱਕ ਬੱਚੇ ਦੇ ਤੌਰ 'ਤੇ ਕਿਹੋ ਜਿਹੇ ਮਾਹੌਲ ਦੇ ਵਿੱਚ ਸੀ, ਕਿਹੋ ਜਿਹੇ ਲੋਕਾਂ ਦੀ ਸੰਗਤ ਦੇ ਵਿੱਚ ਸੀ, ਇਸ ਚੀਜ਼ ਨੇ ਤਾਂ ਅਸਰ ਕੀਤਾ ਹੀ ਹੋਊਗਾ। ਪਰ ਨਾਲ ਸਵਾਲ ਇਹ ਵੀ ਪੈਦਾ ਹੁੰਦਾ ਕਿ ਉਹਦੀ ਜਿਹੜੀ ਇੰਡੀਪੈਂਡੈਂਟ ਸੋਚ ਸੀ ਇਹਨਾਂ ਸਾਰੀਆਂ ਚੀਜ਼ਾਂ ਤੋਂ, ਚਾਹੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ, ਆਲੇ ਦੁਆਲੇ ਦੇ ਲੋਕਾਂ ਤੋਂ, ਉਹ ਇੰਡੀਪੈਂਡੈਂਟ ਕਿਵੇਂ ਹੋ ਕੇ ਵਿਚਰ ਸਕਿਆ ਤੇ ਇੰਨੀ ਸਪਸ਼ਟ ਸੋਚ ਕਿਵੇਂ ਰੱਖ ਸਕਿਆ। ਤੁਸੀਂ ਜੇ ਇਹਦੇ ਬਾਰੇ ਥੋੜ੍ਹੀ ਰੌਸ਼ਨੀ ਪਾ ਸਕੋ ਕਿ ਸ਼ਹੀਦ ਭਗਤ ਸਿੰਘ ਦੀ ਜਿਹੜੀ ਆਪਣੀ ਇੰਡੀਪੈਂਡੈਂਟ ਸੋਚ ਸੀ, ਉਹਦੀ ਟੁੱਟ ਭੱਜ ਵੀ ਹੁੰਦੀ ਰਹੀ ਸਮੇਂ ਦੇ ਨਾਲ ਨਾਲ, ਜਾਂ ਉਹ ਕਿਸੇ ਇੱਕੋ ਹੀ ਲੀਹ 'ਤੇ ਚੱਲਦੇ ਰਹੇ? ਬਹੁਤ ਹੀ ਦਿਲਚਸਪ ਮੌਜੂ ਹੈ, ਬਹੁਤ ਹੀ ਸ਼ਾਨਦਾਰ ਸਵਾਲ, ਔਰ ਇਹਦਾ ਜਵਾਬ ਦੇਣਾ ਵੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਕਿਹੜਿਆਂ ਪਹਿਲੂਆਂ ਨੂੰ ਰੌਸ਼ਨ ਕਰ ਸਕਦੇ ਹਾਂ। ਇੱਕ ਤੇ ਆਪਾਂ ਆ ਜਾਈਏ ਭਗਤ ਸਿੰਘ ਦੇ ਪਰਿਵਾਰਕ ਪਿਛੋਕੜ ਦੇ ਵੱਲ। ਭਗਤ ਸਿੰਘ ਹੁਣਾਂ ਦੇ ਉੱਪਰ ਆਪਣੇ ਪਿਤਾ ਦੇ ਨਾਲੋਂ ਵੀ ਆਪਣੇ ਦਾਦਾ ਜੀ ਦੀ ਸੰਗਤ ਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਬਿਤਾਉਂਦੇ ਸਨ, ਸਰਦਾਰ ਅਰਜਨ ਸਿੰਘ ਹੁਣੀ। ਔਰ ਉਹਨਾਂ ਦੇ ਜਿਹੜੇ ਪਿਤਾ ਜੀ ਸਨ
ਸਮਝ ਲਓ ਕਿ ਭਗਤ ਸਿੰਘ ਹੁਣਾਂ ਦੇ ਪਰਦਾਦਾ ਜੀ ਹੋ ਗਏ ਸਰਦਾਰ ਫਤਿਹ ਸਿੰਘ, ਉਹ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦੇ ਵਿੱਚ ਵੱਡੇ ਅਹੁਦੇ ਦੇ ਉੱਪਰ ਸਨ ਤੇ ਲੜੇ ਵੀ ਉਹ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਹੋਈਆਂ। ਤੇ ਇਹ ਉਸ ਪਰਿਵਾਰ ਦੇ ਵਿੱਚ ਦੀ ਗੱਲ ਭਗਤ ਸਿੰਘ ਤੱਕ ਪਹੁੰਚਦੀ ਹੈ ਕਿ ਫਤਿਹ ਸਿੰਘ ਹੁਣਾਂ ਦੀਆਂ ਜਾਇਦਾਦਾਂ ਕੁਰਕ ਹੋਈਆਂ ਜਦੋਂ ਅੰਗਰੇਜ਼ਾਂ ਨੇ 1849 ਜਾਂ ਦੇ ਵਿੱਚ ਜਦੋਂ ਪੰਜਾਬ ਦੇ ਉੱਪਰ ਕਬਜ਼ਾ ਕੀਤਾ। ਵੱਡਿਆਂ ਸਰਦਾਰਾਂ ਦੀਆਂ ਜ਼ਮੀਨਾਂ ਕੁਰਕ ਹੋਈਆਂ ਤੇ ਮਜੀਠੀਏ ਤੇ ਹੋਰ ਉਹਦੇ ਵਿੱਚ ਇਹਨਾਂ ਦੀਆਂ ਵੀ ਜਾਇਦਾਦਾਂ ਕੁਰਕ ਹੋਈਆਂ। ਬਹੁਤਿਆਂ ਦੀਆਂ ਜਾਇਦਾਦਾਂ 1857 ਦੇ ਵਿਦਰੋਹ ਸਮੇਂ ਅੰਗਰੇਜ਼ਾਂ ਦੀ ਮਦਦ ਕਰਨ ਦੇ ਇਵਜ਼ ਦੇ ਵਿੱਚ ਬਹਾਲ ਹੋ ਗਈਆਂ। ਮਜੀਠੀਏ ਵਗੈਰਾ ਦੁਬਾਰਾ ਤੋਂ ਬਹਾਲ ਕਰਵਾ ਗਏ ਆਪਣੀਆਂ ਜਾਇਦਾਦਾਂ ਅੰਗਰੇਜ਼ਾਂ ਦੀ ਮਦਦ ਕਰਕੇ। ਸਰਦਾਰ ਫਤਿਹ ਸਿੰਘ ਹੁਣਾਂ ਨੇ 57 ਦੇ ਵਿਦਰੋਹ ਵੇਲੇ ਅੰਗਰੇਜ਼ਾਂ ਦੀ ਮਦਦ ਤੇ ਆਉਣੋਂ ਮਨਾ ਕਰ ਦਿੱਤਾ। ਅੱਛਾ, ਹਾਂਜੀ। ਸੋ ਇਹਨਾਂ ਨੇ ਆਪਣੀ ਜਾਇਦਾਦ ਬਹਾਲ ਉਦੋਂ ਇਹਨਾਂ ਦੀ ਨਾ ਹੋਈ, ਇਹਨਾਂ ਦੀ ਜਾਇਦਾਦ ਕੁਰਕ ਹੀ ਰਹੀ। ਤੇ ਇਸ ਗੱਲ ਨੂੰ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਬੜੇ ਮਾਣ ਦੇ ਨਾਲ ਪੀੜ੍ਹੀ ਦਰ ਪੀੜ੍ਹੀ ਅੱਗੇ ਦੱਸਿਆ ਜਾਂਦਾ ਸੀ। ਔਰ ਭਗਤ ਸਿੰਘ ਹੁਣਾਂ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਹੁਣਾਂ ਨੇ ਵੀ ਆਪਣੇ ਦੌਰ ਦੇ ਵਿੱਚ ਜਿਹੜੀਆਂ ਵੀ ਅੰਗਰੇਜ਼ ਵਿਰੋਧੀ ਤਨਜ਼ੀਮਾਂ ਬਣਦੀਆਂ ਸਨ, ਜਥੇਬੰਦੀਆਂ ਹੁੰਦੀਆਂ ਸਨ, ਕੋਈ ਰਸਾਲਾ ਕੱਢਦਾ ਹੈ, ਕੋਈ ਐਕਟੀਵਿਟੀ ਕਰਦਾ, ਤਾਂ ਉਹਦੀ ਇੱਕ ਮਦਦ ਕਰਨ ਦਾ ਜਾਂ ਉਹਦੇ ਨਾਲ ਰਹਿਣ ਦਾ ਇੱਕ ਰੁਝਾਨ ਹੁੰਦਾ ਸੀ। ਪਰਿਵਾਰ ਦੇ ਵਿੱਚ ਆਰੀਆ ਸਮਾਜ ਦੇ ਨਾਲ ਵੀ ਇਹਨਾਂ ਦਾ ਮਿਲਵਰਤਨ ਵੀ ਰਿਹਾ ਤੇ ਇਹ ਇੱਕ ਕਿਸਮ ਦੇ ਨਾਲ ਆਰੀਆ ਸਮਾਜੀ ਐਥਿਕ ਵਾਲਾ ਪਰਿਵਾਰ ਵੀ ਸੀ। ਠੀਕ ਹੈ। ਨੰਬਰ 3 ਕਿ ਜਿਹੜੇ ਭਗਤ ਸਿੰਘ ਹੁਣਾਂ ਦੇ ਚਾਚਾ ਜੀ ਸਨ ਸਰਦਾਰ ਅਜੀਤ ਸਿੰਘ, ਜਿਹੜੇ ਕਿ ਇਹਨਾਂ ਦੇ ਪਿਤਾ ਜੀ ਹੁਣਾਂ ਦੇ ਪੀੜ੍ਹੀ ਦੇ ਵਿੱਚੋਂ ਉਦੋਂ ਤਿੰਨੇ ਹੀ ਜਣੇ ਨਹੀਂ ਸਨ। ਸਰਦਾਰ ਸਵਰਨ ਸਿੰਘ ਜਿਹੜੇ ਇੱਕ ਹੋਰ ਚਾਚਾ ਜੀ ਸਨ, ਇਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਤੇ ਸਰਦਾਰ ਅਜੀਤ ਸਿੰਘ ਜੀ। ਤੇ ਉਹਨੂੰ ਆਪਾਂ ਇੰਜ ਵੇਖ ਲਈਏ ਕਿ ਭਗਤ ਸਿੰਘ ਪਾਸ਼ ਬਹੁਤ ਬਾਅਦ ਚ ਜਦੋਂ ਸੁਰਜੀਤ ਪਾਤਰ ਦੇ ਨਾਲ ਆਪਣੇ ਸੰਬੰਧ ਦੇ ਬਾਰੇ ਇੱਕ ਨਜ਼ਮ ਲਿਖਦਾ ਉਹ, ਤੇ ਉਹਦੇ ਵਿੱਚ ਇੰਨੇ ਮੋਹ ਦੇ ਨਾਲ ਭਗਤ ਸਿੰਘ ਦਾ ਜ਼ਿਕਰ ਆਉਂਦਾ ਹੈ ਕਿ ਮੈਂ ਹੈਰਾਨ ਹੋ ਜਾਨਾ। ਉਹ ਕਹਿੰਦਾ ਕਿ ਸਾਨੂੰ ਦੇਖ ਕੇ ਰੇਤ ਦਿਆਂ ਟਿੱਬਿਆਂ ਵਿੱਚ ਸਾਡਾ ਜਨਮ ਦੋਹਾਂ ਦਾ ਹੋਇਆ ਸੀ, ਮਤਲਬ ਪਾਸ਼ ਤੇ ਪਾਤਰ ਦਾ। ਸਾਨੂੰ ਵੇਖ ਕੇ ਮਾਂ ਦਾ ਚਿਹਰਾ ਪਹਿਲਾਂ ਹੱਸਿਆ ਤੇ ਫਿਰ ਰੋਇਆ ਸੀ। ਹੱਸਿਆ ਇਸ ਲਈ ਕਿ ਚੱਲਦਾ ਰਹਿ ਜੂ ਜੱਗ ਵਿੱਚ ਨਾਮ ਸਾਡਾ ਏ, ਰੋਇਆ ਇਸ ਲਈ ਕਿੰਜ ਕੱਟਾਂਗੇ ਜੀਵਨ ਪੰਧ ਦੁਰਾਡਾ ਏ। ਅੱਗੇ ਦੇਖੋ, ਕਹਿੰਦਾ ਨਾ ਤਾਂ ਉਸ ਦਿਨ ਸਾਡੇ ਬਾਪੂ ਪੈਰ ਵਤਨ ਵਿੱਚ ਪਾਇਆ ਸੀ, ਨਾ ਹੀ ਸਾਡਾ ਚਾਚਾ ਉਸ ਦਿਨ ਜੇਲੋਂ ਛੁੱਟ ਕੇ ਆਇਆ ਸੀ। ਵਾਹ। ਵੀ ਅਸੀਂ ਕੋਈ ਭਗਤ ਸਿੰਘ ਵੀ ਸ਼ਾਇਦ ਨਹੀਂ ਸਾਂ, ਉਹ ਇਹ ਵੀ ਕਹਿ ਰਿਹਾ। ਤੇ ਫਿਰ ਉਹ ਅੱਗੇ ਗੱਲ ਕਰਦਾ ਕਿ ਪਾਸ਼ ਪਾਤਰ ਨੇ ਕੀ ਕੀਤਾ। ਕਹਿੰਦਾ ਉਸ ਚਿੜੀਆਂ ਦੇ ਜ਼ਖਮ ਪਲੋਸੇ ਤੇ ਮੈਂ ਰਿਹਾ ਟੋਹ ਵਿੱਚ ਬਾਜ਼ਾਂ ਦੀ, ਮੈਂ ਗਾਲਾਂ ਦੀ ਡਿਗਰੀ ਕੀਤੀ ਤੇ ਉਸ ਕੀਤੀ ਰਾਗਾਂ ਦੀ। ਵਾਹ। ਤੁਰਦੇ ਤੁਰਦੇ ਰਾਹ ਦੇ ਵਿੱਚ ਆਇਆ ਐਸਾ ਇੱਕ ਪੜਾ, ਰੁਲਦੇ ਰੁਲਦੇ ਰੁਲ ਗਏ ਯਾਰੋ, ਮੈਂ ਤੇ ਪਾਤਰ ਸਕੇ ਭਰਾ। ਮੈਂ ਬਹੁਤ ਸੋਚਦਾ ਹੁੰਦਾ ਕਿ ਇਹਦੇ ਚ ਬਾਕੀ ਤੇ ਸਭ ਕੁਝ ਦੋਹਾਂ ਦਾ ਬੜਾ ਇੱਕ ਨਿੱਜੀ ਤੇ ਦੋਵੇਂ ਦੁਆਬੇ ਦੇ ਨੇ। ਇੱਕ ਉਸ ਕਿਸਮ ਦੀ ਇੱਕ ਬਹੁਤ ਮੁਹੱਬਤ ਦੇ ਨਾਲ ਭਿੱਜੀ ਹੋਈ ਇੱਕ ਨਜ਼ਮ ਹੈ, ਔਰ ਪਾਸ਼ ਦਾ ਇੱਕ ਵੱਖਰਾ ਰੰਗ ਉਗੜਦਾ ਇਹਦੇ ਵਿੱਚੋਂ। ਜਿਹੜੀ ਆਹ ਵਿਚਕਾਰ ਲਾਈਨ ਹੈ ਕਿ ਨਾ ਹੀ ਉਸ ਦਿਨ ਸਾਡਾ ਬਾਪੂ ਜੇਲੋਂ ਛੁੱਟ ਕੇ ਆਇਆ ਸੀ ਤੇ ਨਾ ਹੀ ਕਿਸੇ ਨੇ ਪੈਰ ਵਤਨ ਵਿੱਚ ਪਾਇਆ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਭਗਤ ਸਿੰਘ ਦੀ ਇਹ ਰੈਫਰੈਂਸ ਕਿਵੇਂ ਆਉਂਦੀ ਆ ਉਹਦੇ ਵਿੱਚ, ਵੀ ਅਸੀਂ ਕੋਈ ਉਹੇ ਜਿਹੇ ਤੇ ਨਹੀਂ ਸਾਂ ਯਾਰ। ਪਰ ਮੈਨੂੰ ਫਿਰ ਇਹ ਲੱਗਿਆ ਕਿ ਭਗਤ ਸਿੰਘ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਜਵਾਨੀ ਦੇ ਸਾਹਮਣੇ ਇੱਕ ਆਦਰਸ਼ ਬਣ ਕੇ ਕਿਵੇਂ ਖੜਾ ਹੋ ਗਿਆ। ਹਾਂਜੀ, ਇਹੀ ਵਾਲੀਆਂ ਜਿਹੜੀਆਂ ਇਹੀ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਿਆ ਸੀ ਕਿ ਵੀ ਮਾਹੌਲ ਜਿਹੜਾ ਸੀ, ਜਿਵੇਂ ਹੁਣ ਅਕਸਰ ਕਿਹਾ ਜਾਂਦਾ ਕਿ ਉਸ ਆਰੀਆ ਸਮਾਜੀ ਸਨ, ਉਹਨਾਂ ਦੇ ਦਾਦੇ ਪੜਦਾਦੇ, ਉਹਨਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਇੱਕ ਨਾਸਤਿਕ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਉਣਾ ਔਰ ਇੰਨਾ ਸਪਸ਼ਟਤਾ ਦੇ ਨਾਲ ਇਹ ਸਾਰੀਆਂ ਗੱਲਾਂ ਕਹਿਣੀਆਂ। ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦੀ ਹਾਂ, ਅੱਜ ਵੈਸਟ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਦੇ ਦਿਨ ਨੂੰ 23 ਮਾਰਚ ਨੂੰ ਨਾਸਤਿਕਤਾ ਦੇ ਦਿਨ ਦੇ ਤੌਰ 'ਤੇ ਮਨਾਉਂਦੇ ਆ। ਆਪਣੀ ਗੱਲ ਦੇ ਵਿੱਚੋਂ ਹੀ ਮੈਨੂੰ ਇਸ ਗੱਲ ਦਾ ਖਿਆਲ ਆ ਗਿਆ, ਉਹਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ। ਪਰ ਦੂਸਰੀ ਚੀਜ਼ ਜਿਹੜੀ ਮੇਰਾ ਇਹ ਸਵਾਲ ਸੀ ਕਿ ਇੰਨੀ ਥੋੜ੍ਹੀ ਉਮਰ ਦੇ ਵਿੱਚ ਇੰਨੀ ਇੰਡੀਪੈਂਡੈਂਟ ਤੇ ਸਪਸ਼ਟ ਸੋਚ ਜਿਹੜੀ ਸੀ ਉਹ ਕਿੱਥੋਂ ਆਈ ਉਹਨਾਂ ਦੇ ਵਿੱਚ, ਇੰਨੀ ਪਰਪੱਕਤਾ? ਬਿਲਕੁਲ, ਇੱਕ ਤੇ ਉਹਦਾ ਸੋਮਾ ਪਰਿਵਾਰ ਦੇ ਵਿੱਚ ਦੀ ਇੱਕ ਮਾਹੌਲ ਸੀ ਜਿਸ ਦੇ ਅੰਦਰ ਕਿ
ਰੈਜ਼ਿਸਟੈਂਸ ਦਾ, ਵਿਰੋਧ ਦਾ ਤੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਇੱਕ ਜਿਹੜੀ ਚਿੰਗ ਜਿਹੜੀ ਉੱਥੇ ਹਮੇਸ਼ਾ ਮਗਦੀ ਰਹੀ। ਇਹ ਬੜੀ ਵੱਖਰੀ ਕਿਸਮ ਦਾ ਪਰਿਵਾਰ ਸੀ ਜਿਹਦੇ ਅੰਦਰ ਬਹੁਤ ਸਾਰੇ ਬਾਗੀਆਂ ਦਾ, ਨੇਤਾਵਾਂ ਦਾ ਆਉਣ ਜਾਣ ਸੀ ਤੇ ਲਗਾਤਾਰ, ਔਰ ਖੁਦ ਉਸ ਤੋਂ ਇਹਨਾਂ ਤੋਂ ਪਹਿਲੀ ਪੀੜ੍ਹੀ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਪਰ 1907-8 ਵਾਲੇ ਨੇਤਾ ਉਸ ਐਜੀਟੇਸ਼ਨ ਦੇ ਸਰਦਾਰ ਅਜੀਤ ਸਿੰਘ, ਜਿਨ੍ਹਾਂ ਦੇ ਬਾਰੇ ਇਹ ਆਖਿਆ ਜਾਂਦਾ ਕਿ ਬਹੁਤ ਸਾਰੇ ਗਦਰੀ ਜਿਹੜੇ ਕਿ ਬਾਅਦ ਦੇ ਵਿੱਚ ਗਦਰ ਲਹਿਰ 'ਚ ਸਰਗਰਮ ਹੋਏ, ਇਹਨਾਂ ਨੇ 1907-8 ਦੇ ਦੌਰਾਨ ਜਿਹੜੀ ਕੈਨਾਲ ਕਾਲੋਨੀਜ਼ ਐਜੀਟੇਸ਼ਨ ਦੇ ਵਿੱਚ ਅਜੀਤ ਸਿੰਘ ਹੁਣਾਂ ਦੇ ਭਾਸ਼ਣ ਸੁਣ ਕੇ ਉਹਨਾਂ ਦੇ ਉੱਪਰ ਉਹਨਾਂ ਦਾ ਬਹੁਤ ਅਸਰ ਸੀ, ਜਿਹੜਾ ਕਿ ਬਾਅਦ ਦੇ ਵਿੱਚ ਸਾਹਮਣੇ ਆਇਆ। ਸੋ ਐਡਾ ਵੱਡਾ ਬੰਦਾ, ਪਰ ਏਦਾਂ ਵੀ ਨਹੀਂ ਸੀ ਕਿ ਵੀ ਇਸ ਤਰ੍ਹਾਂ ਵੀ ਨਹੀਂ ਸੀ ਕਿ ਬਹੁਤ ਛੇਤੀ ਕਿਸੇ ਦੇ ਪ੍ਰਭਾਵ ਹੇਠ ਆ ਜਾਂਦੇ ਸੀ, ਕਿ ਜਿਵੇਂ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਉਹ ਬਹੁਤ ਛੇਤੀ ਵੀ ਇੱਕ ਦੇ ਜਾਂ ਦੂਸਰੇ ਜਾਂ ਤੀਸਰੇ ਕਿਸੇ ਸੋਚ ਦੇ ਪ੍ਰਭਾਵ ਹੇਠ ਆ ਜਾਂਦੇ ਸੀ। ਇਸ ਤਰ੍ਹਾਂ ਵੀ ਨਹੀਂ ਸੀ। ਇਜ਼ ਦੈਟ ਰਾਈਟ? ਇਸ ਤਰ੍ਹਾਂ ਦੇਖੋ, ਇਸ ਤਰ੍ਹਾਂ ਹੁੰਦਾ, ਮੈਂ ਤਾਂ ਹੀ ਕਹਿ ਰਿਹਾ ਕਿ ਭਗਤ ਸਿੰਘ ਦੀ ਜਿਹੜੀ ਬੁਨਿਆਦ ਰੱਖੀ ਜਾ ਰਹੀ ਹੈ ਨਾ, ਉਹ ਬੜੀ ਠੋਸ ਹੈ, ਉਹ ਕੋਈ ਇੱਕਦਮ ਨਹੀਂ ਆ ਰਹੀ, ਔਰ ਉਹਦੇ ਲਈ ਇੱਕ ਬਚਪਨ ਤੋਂ ਹੀ ਤੁਹਾਡੇ ਆਸ-ਪਾਸ ਹੀ ਇਹੋ ਜਿਹੇ ਬੰਦਿਆਂ ਦਾ ਰਹਿਣ ਕਰਨਾ ਕਿ ਬੰਦੇ ਭੱਜੇ ਹੋਏ ਨੇ। ਭਗਤ ਸਿੰਘ ਆਪਣੀ ਚਾਚੀ ਜੀ ਸਰਦਾਰਨੀ ਹਰਨਾਮ ਕੌਰ ਹੁਣਾਂ ਦੇ ਬਹੁਤ ਨਜ਼ਦੀਕ ਸਨ। ਜਿਹੜੇ ਸਰਦਾਰ ਅਜੀਤ ਸਿੰਘ ਹੁਣਾਂ ਦੀ ਪਤਨੀ ਸਨ, ਉਹ ਉਦਾਸ ਰਹਿੰਦੇ ਸਨ ਤੇ ਭਗਤ ਸਿੰਘ ਉਹਨਾਂ ਦੇ ਬਹੁਤ ਨਜ਼ਦੀਕ ਸਨ ਤੇ ਉਹ ਪਿੱਛੋਂ ਕਸੂਰ ਤੋਂ ਆਉਂਦੇ ਸਨ, ਜਿਹੜਾ ਬੁੱਲੇ ਸ਼ਾਹ ਦਾ ਸ਼ਹਿਰ ਹੈ, ਔਰ ਉਹਦੇ ਚੱਲਦਿਆਂ ਉਹ ਬੁੱਲੇ ਸ਼ਾਹੀ ਇੱਕ ਕਸੂਰ ਦੀ ਇੱਕ ਫਜ਼ਾ ਵੀ ਉਸ ਘਰ ਦੇ ਅੰਦਰ ਸਾਹ ਲੈਂਦੀ ਸੀ। ਸੋ ਭਗਤ ਸਿੰਘ ਜਿਹੜੀਆਂ ਬਲਵਾਨ ਔਰਤਾਂ ਔਰ ਬਹਾਦਰ ਤੇ ਗੁਣੀ ਮਰਦਾਂ ਦੀ ਇੱਕ ਪਰਿਵਾਰ ਦੇ ਵਿੱਚ ਉਹ ਪੈਦਾ ਹੋ ਰਿਹਾ ਸੀ, ਵੇਖ ਰਿਹਾ ਸੀ ਇਹ ਸਾਰਾ ਕੁਛ। ਉਹਦੇ ਲਈ ਇਹ ਓਪਰਾ ਨਹੀਂ ਸੀ, ਉਹਦੇ ਲਈ ਇਹ ਕੋਈ ਬਹੁਤ ਔਖਾ ਨਹੀਂ ਸੀ। ਨੰਬਰ 2 ਕਿ ਭਗਤ ਸਿੰਘ ਦੀ ਜਿਹੜੀ ਵੱਡੀ ਤਰਬੀਅਤ ਹੋਈ ਕਿ ਜਦੋਂ ਉਹ ਪੜ੍ਹਨ ਲੱਗਦਾ ਹੈ, ਜਿਸ ਗੱਲ ਨੂੰ ਆਪਾਂ 3 ਇਨਸੀਡੈਂਟਸ ਨੇ ਜਿਨ੍ਹਾਂ ਨੇ ਭਗਤ ਸਿੰਘ ਦੀ ਇੱਕ ਇਨਕਲਾਬੀ ਦੇ ਤੌਰ ਦੇ ਉੱਪਰ ਜਿਹਨੂੰ ਇਫੈਕਟ ਕੀਤਾ। ਜਲਿਆਂਵਾਲੇ ਬਾਗ ਦਾ ਸਾਕਾ 1919 ਦਾ, 1920 ਦਾ ਨਨਕਾਣਾ ਸਾਹਿਬ ਦਾ ਖੂਨੀ ਸਾਕਾ ਜਿੱਥੇ 80 ਅਕਾਲੀਆਂ ਦੀ ਸ਼ਹਾਦਤ ਹੁੰਦੀ ਹੈ ਜੀ, ਤੇ 1920-21 ਦੇ ਵਿੱਚ ਜਿਹੜਾ ਮਹਾਤਮਾ ਗਾਂਧੀ ਨੇ ਨਾਮ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ। ਜੀ ਸਮੇਲ ਜੀ, ਮੈਂ ਇਹ ਗੱਲ ਤੁਹਾਡੀ ਇਸ ਤੋਂ ਬਾਅਦ ਅੱਗੇ ਆਪਾਂ ਵਧਾਵਾਂਗੇ। ਇੱਕ ਕਮਰਸ਼ੀਅਲ ਬ੍ਰੇਕ ਦਾ ਵੀ ਸਮਾਂ ਹੋਣ ਵਾਲਾ। ਤੁਸੀਂ ਇਹ ਜਿਹੜੀਆਂ ਗੱਲਾਂ ਕੀਤੀਆਂ ਕਿ 3 ਚੀਜ਼ਾਂ ਤੋਂ ਜਾਂ 3 ਘਟਨਾਵਾਂ ਤੋਂ ਬਾਅਦ ਉਹਨਾਂ ਦੇ ਉੱਤੇ ਕਿਹੋ ਜਿਹਾ ਅਸਰ ਹੋਇਆ, ਸਾਡੇ ਕੁਝ ਲਿਸਨਰਸ ਨੇ ਬਹੁਤ ਦੇਰ ਤੋਂ ਟੈਲੀਫੋਨ ਲਾਈਨਸ ਉਹਨਾਂ ਦੀਆਂ ਹੋਲਡ ਨੇ। ਮੈਂ ਚਾਹੁੰਦੀ ਹਾਂ ਖਬਰਾਂ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਵੀ ਨਾਲ ਲੈ ਲਈਏ। ਜੀ ਹਾਂਜੀ, ਮਨਜੀਤ ਸਿੰਘ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਰਾਜਨੀਤੀ ਸਰਵੇ ਪਰ ਥੋੜਾ ਸੁਧਾਰ ਦੀ ਕਰਨਾ ਜੀ। ਦੂਜੀ ਗੱਲ ਜਿਹੜਾ ਮੈਂ ਕੁਐਸਚਨ ਕਰ ਲਈ ਤੁਸੀਂ ਕਰਤਾ ਵੀ ਸ਼੍ਰੋਮਣੀ ਕਮੇਟੀ, ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਕਰਤਾਰ ਸਿੰਘ ਸਰਾਭਾ ਦਾ ਵੀ ਭਗਤ ਸਿੰਘ ਉੱਤੇ ਕੋਈ ਅਸਰ ਪਿਆ ਹੈ ਤੇ ਗਦਰ ਪਾਰਟੀ ਦਾ ਤਾਂ ਤੁਸੀਂ ਦੱਸ ਹੀ ਦਿੱਤਾ। ਬਸ ਇੰਨੀ ਹੈ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਥੋੜੀ ਡਿਸਟਰਬੈਂਸ ਵੀ ਹੈ ਟੈਲੀਫੋਨ ਲਾਈਨ ਦੇ ਵਿੱਚ। ਗੁਰਮੇਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਨਤੀ ਹੈ ਜੀ ਕਿ ਭਗਤ ਸਿੰਘ ਨੂੰ ਸ਼ਹੀਦੀ ਦਾ ਦਰਜਾ ਮਿਲ ਗਿਆ ਆਪਣਾ ਚਲੋਰਾ ਸਾਹਿਬ ਨੂੰ ਤੇ ਆਪਣੇ ਨੇਤਾ ਜੀ ਨੂੰ, ਉਹਨਾਂ ਕੋਲ ਹੈਗਾ ਸ਼ਹੀਦੀ ਦਾ ਦਰਜਾ? ਸੈਂਟਰ ਗੌਰਮੈਂਟ ਨੇ ਦੇਤਾ ਕਿ ਨਹੀਂ? ਸੋ ਸਵਾਲ ਸੀ ਇਹਨਾਂ ਦਾ, ਕਹਿੰਦੇ ਸ਼ਹੀਦੀ ਦਾ ਦਰਜਾ ਮਿਲ ਗਿਆ ਇਹਨਾਂ ਨੂੰ? ਨਹੀਂ ਜੀ, ਇਸ ਕਿਸਮ ਦਾ ਦਰਜਾ ਸਰਕਾਰ ਨੇ ਤੇ ਕੀ ਦੇਣਾ ਹੁੰਦਾ, ਉਹ ਤੇ ਰਿਕਾਰਡਸ ਦੇ ਵਿੱਚ ਹੈਗਾ ਹੀ ਹੈ। ਫਰੀਡਮ ਫਾਈਟਰ ਨੇ, ਲੋਕਾਂ ਦੇ ਮਨਾਂ ਦੇ ਵਿੱਚ ਨੇ। ਇੰਜ ਤੇ ਮਹਾਤਮਾ ਗਾਂਧੀ ਨੂੰ ਵੀ ਜਿਹੜਾ ਅਸੀਂ ਫਾਦਰ ਆਫ ਦ ਨੇਸ਼ਨ ਜਾਂ ਰਾਸ਼ਟਰਪਿਤਾ ਕਹਿ ਦਿੰਦੇ, ਉਹ ਵੀ ਕੋਈ ਦਰਜਾ ਕੋਈ ਵਿਧਾਨਕ ਤੌਰ ਤੇ ਥੋੜਾ ਮਿਲਿਆ ਹੋਇਆ। ਉਹ ਤੇ ਆਪ ਹੀ ਅਸੀਂ ਉਹਨਾਂ ਨੂੰ ਮੰਨਦੇ ਹਾਂ, ਉਹਨਾਂ ਦੇ ਬਾਰੇ ਇਹ ਗੱਲ ਪਹਿਲਾਂ ਹੀ ਚੱਲ ਚੁੱਕੀ ਸੀ। ਸੋ ਉਹ ਤੇ ਕੋਈ ਮਸਲਾ ਹੀ ਨਹੀਂ ਹੈ ਕਿ ਭਗਤ ਸਿੰਘ ਨੂੰ ਇਹ ਜਾਂ ਇਹਨਾਂ ਨੂੰ ਕੋਈ ਸਰਕਾਰੀ ਦਰਜੇ ਦੀ ਲੋੜ ਹੈ ਕਿ ਉਹ ਇਹਨਾਂ ਨੂੰ ਸ਼ਹੀਦ ਗਰਦਾਨੇਗੀ ਤਾਂ ਇਹ ਸ਼ਹੀਦ ਮੰਨੇ ਜਾਣਗੇ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਔਰ ਇਹ ਬਦਲਦਾ ਰਹਿੰਦਾ। ਪਰ ਇੱਕ ਹੋਰ ਵੀ ਚੀਜ਼ ਹੈ, ਬਹੁਤ ਵਾਰੀ ਹੁਣ ਪੜ੍ਹਨ ਦੇ ਵਿੱਚ ਆਉਂਦਾ, ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਟਿੱਪਣੀਆਂ ਆਉਂਦੀਆਂ। ਅੱਜ ਵੀ ਮੈਂ ਦੇਖ ਰਹੀ ਸੀ, ਕੁਝ ਲੋਕ ਵੀ ਨੇ ਜਿਹੜੇ ਕਹਿੰਦੇ ਕਿ ਅਸੀਂ ਨਹੀਂ ਮੰਨਦੇ। ਉਹਨਾਂ ਦਾ ਇਤਰਾਜ਼ ਕੀ ਹੈ, ਇਹ ਵੀ ਤੁਹਾਡੀ ਜ਼ਰੂਰ ਜਾਣਕਾਰੀ 'ਚ ਹੋਊਗਾ। ਇਹ ਹੁਣ ਦੇਖੋ ਜੀ, ਇੱਕ ਤੇ ਇਹ ਗੱਲ ਹੈ ਵੀ ਅਸੀਂ ਕੋਈ ਮਨਾਉਣ ਤੇ ਬੈਠੇ ਨਹੀਂ ਕਿ ਉਹ ਤੁਸੀਂ ਮੰਨ ਜਾਓ ਕਿ ਮੈਂ ਤੁਹਾਨੂੰ ਕੋਈ ਕੈਮਿਸਟਰੀ ਦਾ ਐਕਸਪੈਰੀਮੈਂਟ ਤੇ ਹੈ ਨਹੀਂ ਕਿ ਇਹਦੇ ਅੰਦਰ ਜਿਹੜੇ ਮੈਂ ਕੈਮੀਕਲ ਸੋਲਿਊਸ਼ਨ ਤਿਆਰ ਕਰ ਰਿਹਾ ਹਾਂ ਕਿ ਜੇ ਤੇ ਇਹਦਾ ਰੰਗ ਨੀਲੇ ਤੋਂ ਲਾਲ ਹੋ ਗਿਆ ਤਾਂ ਉਹ ਸ਼ਹੀਦ ਹੈ, ਤੇ ਜੇ ਨੀਲਾ ਹੀ ਰਹਿ ਗਿਆ ਤਾਂ ਉਹ ਫਿਰ ਨਹੀਂ ਹੈ। ਇਹ ਤੇ ਮੈਂ ਨਹੀਂ ਕਰਨਾ, ਨਾ ਹੀ ਇਹ ਹੁੰਦਾ ਹੈ। ਤੇ ਜਿਹਨੇ ਨਹੀਂ ਮੰਨਣਾ
ਉਹ ਪੂਰਾ ਆਜ਼ਾਦ ਹੈ ਕਿ ਉਹ ਬਿਲਕੁਲ ਨਾ ਮੰਨੇ। ਅਸੀਂ ਉਹਨੂੰ ਮਨਾਉਣ ਦੇ ਲਈ ਬਿਲਕੁਲ ਵੀ ਸਾਡੀ ਕੋਈ ਇੱਛਾ ਨਹੀਂ। ਮੇਰਾ ਸਵਾਲ ਤਾਂ ਸੀ ਤੁਹਾਡੇ ਲਈ ਇਹ ਕਿ ਵੀ ਕੀ ਭਗਤ ਸਿੰਘ ਤੇ ਕੋਈ ਕੁਐਸਚਨ ਕੀਤੇ ਜਾਂਦੇ ਨੇ? ਬਹੁਤ ਕੁਐਸਚਨ ਤੇ ਮਹਾਤਮਾ ਗਾਂਧੀ ਤੇ ਕੀਤੇ ਜਾਂਦੇ ਨੇ। ਕੁਐਸਚਨਸ ਤੁਸੀਂ ਕਿਸੇ ਦਾ ਨਾਮ ਲਓ ਤੇ ਮੈਂ ਕਰ ਸਕਦਾ ਕੁਐਸਚਨ ਤੇ ਆਪਾਂ ਗੁਰੂ ਨਾਨਕ ਸਾਹਿਬ ਤੇ ਵੀ ਕਰ ਸਕਦੇ ਹਾਂ ਕਿ ਜਿਹੜੇ ਬੰਦੇ ਨੇ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਦਾ ਹੀ ਖਿਆਲ ਨਹੀਂ ਰੱਖਿਆ ਤੇ ਨਿਕਲ ਗਿਆ ਉਹ ਆਪਦੇ ਹੀ ਉਹਦੇ ਵਿੱਚ, ਤੇ ਅਸੀਂ ਉਹਨੂੰ ਕਿੰਨਾ ਕੁ ਮੰਨ ਸਕਦੇ ਹਾਂ ਜੀ ਕਿ ਉਹਨਾਂ ਨੇ ਕੋਈ ਸਹੀ ਮਿਸਾਲ ਸੈੱਟ ਕੀਤੀ ਹੈ। ਜੇ ਮੈਂ ਚਾਹਾਂ ਤੇ ਮੈਂ ਇੱਕ ਵੀ ਬੰਦਾ ਸੁੱਕਾ ਨਹੀਂ ਜਾਣ ਦਿਆਂਗਾ। ਇਹ ਬਹੁਤ ਸੌਖਾ ਹੈ ਕਿਸੇ ਦੇ ਲੀੜੇ ਕੱਪੜੇ ਲਾ ਦੇਣੇ। ਜੀ ਜੀ। ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਦਲੀਲ ਕੀ ਦੇ ਰਹੇ ਹਾਂ ਉਹਦੇ ਪਿੱਛੇ। ਦਿੱਕਤ ਇਹ ਬਣੀ ਕਿ ਬਹੁਤ ਸਾਰਿਆਂ ਨੂੰ ਇਹ ਲੱਗਣਾ ਸ਼ੁਰੂ ਹੋਇਆ ਕਿ ਭਗਤ ਸਿੰਘ ਦਾ ਜਿੱਦਾਂ ਕੱਦ ਕਾਠ ਬਣਦਾ ਜਾ ਰਿਹਾ ਹੈ, ਜਿੱਦਾਂ ਉਹਦਾ ਪਸਾਰਾ ਹੋ ਰਿਹਾ ਹੈ, ਕਿ ਇਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੇ ਇੱਕ ਤਰ੍ਹਾਂ ਦੇ ਨਾਲ ਕਲਾਵੇ 'ਚ ਲੈ ਕੇ ਤੇ ਇਹਨੇ ਤੇ ਇੱਥੇ ਸਮਾਜਵਾਦ ਦੇ ਵੱਲ ਤੋਰ ਦੇਣਾ ਸਾਰਿਆਂ ਨੂੰ। ਤੇ ਇਸ ਦੇ ਨਾਲ ਟੱਕਰ ਲੈਣ ਦੇ ਲਈ ਦੋ ਕਿਸਮ ਦੀਆਂ ਚੀਜ਼ਾਂ ਸਾਹਮਣੇ ਆਈਆਂ। ਪਹਿਲੀ ਤੇ ਇਹ ਆਈ ਕਿ ਸਿੱਖਾਂ ਦਾ ਇੱਕ, ਮੈਂ ਥੋੜਾ ਜਿਹਾ ਕਹੂੰਗਾ, ਜਿਹੜਾ ਕੰਜ਼ਰਵੇਟਿਵ ਜਾਂ ਫੰਡਾਮੈਂਟਲਿਸਟ ਧੜਾ ਹੈ, ਉਹਦੇ ਵਿੱਚੋਂ ਸਭ ਤੋਂ ਪਹਿਲੀ ਪਹਿਲ ਕਰਦੇ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਅੱਛਾ। ਜਿਹੜੇ ਆਪਣੀਆਂ ਜੇਲ੍ਹ ਚਿੱਠੀਆਂ ਦੇ ਵਿੱਚ ਇਸ ਗੱਲ ਦਾ ਕਹਿਣ ਦਾ ਸਭ ਤੋਂ ਪਹਿਲਾਂ ਉਹ ਇਹ ਮਸਲਾ ਖੜਾ ਕਰਦੇ ਆ ਕਿ ਭਗਤ ਸਿੰਘ ਡੋਲ ਗਿਆ ਸੀ ਤੇ ਉਹਨੇ ਮਸ਼ਹੂਰੀ ਲੈਣ ਦੇ ਲਈ ਕਿ ਮੈਂ ਉਦੋਂ ਤੱਕ ਦੇਸ਼ ਦਾ ਨਾਇਕ ਨਹੀਂ ਬਣ ਸਕਣਾ ਜਿੰਨਾ ਚਿਰ ਤੱਕ ਮੇਰੇ ਸਿਰ ਤੇ ਪੱਗ ਹੈ। ਅੱਛਾ। ਤੇ ਉਹਨੇ ਇਸ ਕਰਕੇ ਆਪਣੀ ਵਾਲ ਕਟਾਏ ਤੇ ਹੈਟ ਪਾਇਆ ਤਾਂ ਕਿ ਉਹਦੀ ਮਸ਼ਹੂਰੀ ਸਾਰੇ ਮੁਲਕ ਦੇ ਵਿੱਚ ਹੋ ਸਕੇ। ਤੇ ਜਦੋਂ ਉਹਦੀ ਮੇਰੇ ਨਾਲ ਗੱਲ ਹੋਈ ਤਾਂ ਉਹ ਇਸ ਗੱਲ ਤੇ ਰਾਜ਼ੀ ਹੋ ਗਿਆ ਤੇ ਉਹਨੇ ਫਿਰ ਵਾਲ ਵਧਾਉਣੇ ਸ਼ੁਰੂ ਕੀਤੇ। ਤੇ ਇਸ ਦੇ ਸਬੂਤ ਵਜੋਂ ਉਹਨਾਂ ਨੇ ਭਗਤ ਸਿੰਘ ਦੀ ਉਹ ਤਸਵੀਰ ਜਿਹਦੇ ਵਿੱਚ ਉਹ ਅਲਾਣੀ ਮੰਜੀ ਤੇ ਬੈਠਾ ਹੈ, ਉਹਦੇ ਸਿਰ ਤੇ ਜੂੜਾ ਹੈ, ਸਿਰੋਂ ਨੰਗਾ ਹੈ, ਬੇੜੀਆਂ ਹੱਥਕੜੀਆਂ 'ਚ ਬੈਠੇ ਨੇ ਤੇ ਇੱਕ ਸੱਜਣ ਦੇ ਨਾਲ ਉਹ ਗੱਲ ਕਰ ਰਿਹਾ, ਉਹਨਾਂ ਨੇ ਇਸ ਤਸਵੀਰ ਨੂੰ ਸਬੂਤ ਵਜੋਂ ਪੇਸ਼ ਕੀਤਾ ਤੇ ਉਹ ਜੇਲ੍ਹ ਚਿੱਠੀਆਂ ਦੇ ਸੰਸਕਰਣ ਦੇ ਵਿੱਚ ਉਹ ਚਿੱਠੀ ਤੇ ਇਹ ਕਲੇਮ ਛਪਿਆ, ਜਿਹਦੇ ਨਾਲ ਇਹ ਚਰਚਾ ਸ਼ੁਰੂ ਹੋਈ। ਨੰਬਰ 2, ਔਰ ਬਾਅਦ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਇਹ ਜਿਹੜੀ ਤਸਵੀਰ ਹੈ ਇਹ ਤੇ 1925-26 ਦੇ ਕਰੀਬ ਦੀ ਹੈ, ਸ਼ਾਇਦ ਉਸ ਤੋਂ ਵੀ ਪਹਿਲਾਂ ਦੀ ਹੋਵੇ, ਜਦੋਂ ਬੱਬਰਾਂ ਨੂੰ ਤੇ ਜੈਤੋ ਦੇ ਮੋਰਚੇ ਵਾਲਿਆਂ ਨੂੰ ਜਦੋਂ ਉਹਨੇ ਲੰਗਰ ਛਕਾਇਆ ਤੇ ਉਹ ਪੁਲਿਸ ਦੀਆਂ ਨਿਗਾਹਾਂ 'ਚ ਆਇਆ ਤੇ ਉਹਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ, ਛੱਡ ਦਿੱਤਾ ਗਿਆ। ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿ ਇਹਦੇ ਬਾਰੇ ਇੱਕ ਸਾਰੀ ਜਾਣਕਾਰੀ ਤੇ ਜਿਹੜੀ ਉਹ ਤਸਵੀਰ ਖਿੱਚੀ ਗਈ ਹੈ ਉਹ ਚੋਰੀਓਂ ਖਿੱਚੀ ਗਈ ਹੈ। ਅੱਛਾ। ਕਿ ਉਹਨੂੰ ਪਤਾ ਨਾ ਲੱਗ ਸਕੇ, ਸਾਡੇ ਕੋਲ ਇਹਦਾ ਹੁਲੀਆ ਰਹੇ। ਤੇ ਉਹਦੇ ਅੰਦਰ ਉਹਦੇ ਵਾਲ ਨੇ, ਫਿਰ ਨਹੀਂ ਹੈਗੇ ਤਾਂ ਇੱਕ ਤਾਂ ਇਹ ਸਾਬਿਤ ਹੋਇਆ ਕਿ ਇਹ ਵਾਲ ਉਹਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਿਲਣ ਤੋਂ ਬਾਅਦ ਨਹੀਂ ਵਧਾਏ, ਇਹ ਪਹਿਲਾਂ ਦੇ ਵਧੇ ਹੋਏ ਨੇ। ਤੇ ਉਹ ਪੂਰਾ ਅਖੰਡ ਕੀਰਤਨੀ ਜਥੇ ਦਾ ਇਹ ਸਾਰਾ ਜਿਹੜਾ ਪ੍ਰਚਾਰ ਰਣਧੀਰ ਸਿੰਘ ਹੁਣੀ ਕਰ ਰਹੇ ਸਨ ਸਿੱਖੀ ਦੇ ਐਂਗਲ ਤੋਂ, ਉਹ ਠੱਪ ਹੋ ਗਿਆ। ਪਰ ਉਹ ਅੱਜ ਵੀ ਵੱਖ-ਵੱਖ ਢੰਗਾਂ ਦੇ ਨਾਲ ਇਹਨੂੰ ਗਾਂਹ ਲੈ ਆਉਂਦੇ ਨੇ। ਇਹ ਤੇ ਇੱਕ ਉਹਦਾ ਆਸਪੈਕਟ ਹੋਇਆ। ਦੂਜਾ ਇਹ ਹੋਇਆ ਕਿ ਭਗਤ ਸਿੰਘ ਨੂੰ ਦੇ ਉੱਪਰ ਮਿੱਥ ਕੇ ਹਮਲਾ ਕੀਤਾ ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ। ਅੱਛਾ। ਸਰਦਾਰ ਕਪੂਰ ਸਿੰਘ ਦੁਵੱਲੀ ਸ਼ਖਸੀਅਤ ਦੇ ਮਾਲਕ ਲੱਗਦੇ ਨੇ ਮੈਨੂੰ, ਕਿ ਜਦੋਂ ਤੇ ਉਹ ਸਿੱਖ ਪਰੰਪਰਾ ਦਾ, ਸਿੱਖ ਸੰਸਥਾਵਾਂ ਦਾ, ਗੁਰਬਾਣੀ ਦਾ, ਵਿਚਾਰਧਾਰਾ ਦਾ ਜਦੋਂ ਉਹ ਅਧਿਐਨ ਕਰਦੇ ਨੇ ਤਾਂ ਉਹ ਬਹੁਤ ਕਮਾਲ ਦੇ ਸਾਨੂੰ ਸਿੱਟਿਆਂ ਤੱਕ ਲੈ ਕੇ ਜਾਂਦੇ ਆ। ਉੱਥੇ ਉਹਨਾਂ ਦੀ ਵਿਦਵਤਾ ਇੱਕ ਵੱਖਰੇ ਪੱਧਰ ਤੇ ਹੈ। ਪਰ ਜਦੋਂ ਉਹੋ ਹੀ ਬੰਦਾ ਆਪਣੇ ਸਮਕਾਲ ਦੀਆਂ ਰਾਜਨੀਤਿਕ ਘਟਨਾਵਾਂ ਦੇ ਉੱਪਰ ਜਦੋਂ ਟਿੱਪਣੀਆਂ ਕਰਦਾ ਹੈ, ਉਹਦੇ ਵਿੱਚ ਇੱਕ ਉਹ ਬਹੁਤ ਹੀ ਉਲਾਰ ਨੇ, ਗਲਤ ਬਿਆਨੀ ਕਰਦੇ ਨੇ ਤੇ ਇਹੋ ਜਿਹੇ ਕਲੇਮ ਕਰਦੇ ਨੇ ਜਿਨ੍ਹਾਂ ਦੀ ਕਿ ਤਸਦੀਕ ਨਹੀਂ ਹੋ ਸਕਦੀ। ਉਹ ਅੱਖੀਂ ਡਿੱਠਾ ਉੱਥੇ ਬਣ ਕੇ ਬਹਿ ਜਾਂਦੇ ਆ ਕਿ ਭਗਤ ਸਿੰਘ ਫਾਂਸੀ ਚੜ੍ਹਨ ਤੋਂ ਪਹਿਲਾਂ ਰੋ ਪਿਆ, ਕਿ ਮਤਲਬ ਭਗਤ ਸਿੰਘ ਹੁਣਾਂ ਨੇ ਗਲਤ ਬੰਦੇ ਦੇ ਗੋਲੀ ਮਾਰੀ। ਅੱਛਾ। ਤੇ ਇਸ ਕਰਕੇ ਅਸੀਂ ਉਹਨੂੰ ਸ਼ਹੀਦ ਹੀ ਨਹੀਂ ਕਹਿ ਸਕਦੇ। ਉਹ ਸਿੱਧਾ ਉਹਨੂੰ ਸ਼ਹੀਦ ਕਹਿਣ ਦੀਆਂ ਚੀਜ਼ਾਂ ਦੇ ਨਾਲ ਮੱਥਾ ਲਾਉਂਦਿਆਂ ਹੋਇਆਂ ਉਸ ਸਾਰੇ ਨੂੰ ਉਹ ਉਹਦੀ ਇੱਕ ਬੁਣਤੀ ਕਰਦੇ ਆ ਉਸ ਇੰਸੀਡੈਂਟ ਦੀ, ਜਿੱਥੇ ਕਿ ਚੰਨਨ ਸਿੰਘ ਹਵਾਲਦਾਰ ਨੂੰ ਗੋਲੀ ਮਾਰੀ ਜਾਂਦੀ ਹੈ। ਤੇ ਹੋਰ ਬਾਅਦ ਦੇ ਵਿੱਚ ਇਹ ਸਾਬਿਤ ਹੋਇਆ
ਮੈਨੂੰ ਵੀ ਕਈ ਜਣੇ ਪੁੱਛਦੇ ਆ, ਤਾਂ ਮੈਂ ਉਹਨਾਂ ਨੂੰ ਇਹ ਗੱਲ ਪੁੱਛਦਾ ਕਿ ਜੇ ਭਗਤ ਸਿੰਘ ਨੇ ਨਿਰਦੋਸ਼ ਹੀ ਮਾਰਨੇ ਹੁੰਦੇ ਤਾਂ ਉਹ ਸੌਂਡਰਸ ਨੂੰ ਹੀ ਕਿਉਂ ਮਾਰਦਾ, ਜਿਹੜਾ ਕਿ ਪੁਲਿਸ ਤੰਤਰ ਦਾ ਬੰਦਾ। ਮੈਂ ਕਿਹਾ ਉਹ ਤੇ ਫਿਰ ਕਿਸੇ ਵੀ ਅੰਗਰੇਜ਼ ਨੂੰ, ਉਹ ਤੇ ਉੱਥੇ ਬਾਜ਼ਾਰਾਂ 'ਚ ਘੁੰਮਦੇ ਫਿਰਦੇ ਸੀ, ਉਹਨਾਂ ਦੀਆਂ ਬੇਗਮਾਂ ਵੀ ਨਾਲ ਹੁੰਦੀਆਂ ਸੀ, ਬੱਚੇ ਵੀ ਹੁੰਦੇ ਸੀ, 4-5 ਨੂੰ ਮਾਰ ਕੇ ਦਹਿਸ਼ਤ ਪੈਦਾ ਕਰ ਦਿੰਦਾ ਜੇ ਉਹਨੇ ਇੰਨਾ ਹੀ ਕੰਮ ਕਰਨਾ ਹੁੰਦਾ ਤਾਂ। ਇਹ ਕਿੰਨਾ ਕੁ ਔਖਾ ਕੰਮ ਸੀ ਜੀ। ਪਰ ਉਹਨੇ ਮਿਸਟਰ ਸਕਾਟ ਨੇ ਜਿਹੜਾ ਹਮਲਾ ਕੀਤਾ ਲਾਲਾ ਲਾਜਪਤ ਰਾਏ ਦੇ ਉੱਪਰ, ਉਹਦੇ ਬਾਰੇ ਵੀ ਇਹ ਆਖਿਆ ਗਿਆ ਕਿ ਜੀ ਉਹਨਾਂ ਦੀ ਤੇ ਮੌਤ ਬਾਅਦ 'ਚ ਦਿਲ ਦਾ ਦੌਰਾ ਪੈਣ ਕਰਕੇ ਹੋਈ। ਗੱਲ ਇਹ ਨਹੀਂ। ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿੱਚ ਸਭ ਤੋਂ ਖਾੜਕੂ ਮੁਜ਼ਾਹਰਾ ਤੇ ਵੱਡੇ ਕੱਦ-ਬੁੱਤ ਦਾ ਮੁਜ਼ਾਹਰਾ 1928 ਦੇ ਵਿੱਚ ਲਾਹੌਰ 'ਚ ਹੋਇਆ। ਲਾਲਾ ਲਾਜਪਤ ਰਾਏ ਹੁਣਾਂ ਨੂੰ ਉਹਦੇ ਵਿੱਚ ਲਿਆਉਣ ਦਾ, ਉਹ ਨੇਤਾ ਸਨ ਬਹੁਤ ਵੱਡੇ, ਤੇ ਭਗਤ ਸਿੰਘ ਦਾ ਉਹਨਾਂ ਦੇ ਨਾਲ ਵਿਰੋਧ ਵੀ ਸੀ ਵਿਚਾਰਧਾਰਕ ਮਸਲਿਆਂ ਨੂੰ ਲੈ ਕੇ। ਇਹ ਲੈ ਕੇ ਆਉਂਦੇ ਆ ਤੇ ਜਿਹੜੇ ਸੈਕਸ਼ਨ ਦੇ ਵਿੱਚ ਇਹ ਮੂਵ ਕਰ ਰਹੇ ਨੇ, ਉੱਥੇ ਨੌਜਵਾਨਾਂ ਦਾ ਘੇਰਾ ਪਿਆ ਹੋਇਆ ਹੈ ਲਾਲਾ ਲਾਜਪਤ ਰਾਏ ਵਾਲੇ ਪਾਸੇ ਵੀ ਇਹਨਾਂ ਦੇ ਕੋਈ ਅਸੀਂ ਲਾਠੀ ਨਹੀਂ ਵੱਜਣ ਦੇਣੀ। ਇਹ ਆਖਿਆ ਜਾਂਦਾ ਜਿਹੜੇ ਉਹਦੇ ਚਸ਼ਮਦੀਦ ਨੇ ਉਸ ਜਲੂਸ ਦੇ, ਕਿ ਪੁਲਿਸ ਨੇ ਜਿਹੜੀ ਕਿ ਘੋੜਸਵਾਰ ਵੀ ਸੀ ਤੇ ਹੋਰ ਵੀ ਸੀ, ਉਹਨੇ ਇਹਨੂੰ ਆਪਣੀ ਨਿੱਜੀ ਹੱਤਕ ਵਜੋਂ ਲਿਆ ਤੇ ਉਹਨਾਂ ਨੇ ਇਹਨਾਂ ਨੌਜਵਾਨਾਂ ਦੇ ਉੱਤੇ ਬੇਤਹਾਸ਼ਾ ਡੰਡਾ ਚਾਰਜ ਤੇ ਬੈਂਤਾਂ ਮਾਰੀਆਂ, ਇਹਨਾਂ ਨੂੰ ਫੱਟੜ ਕੀਤੇ। ਉਸ ਸਾਰੀ ਧੱਕਾ ਮੁੱਕੀ ਦੇ ਵਿੱਚ ਲਾਲਾ ਲਾਜਪਤ ਰਾਏ ਇੰਨੀ ਬਿਰਧ ਸਨ, ਉਹਨਾਂ ਦੇ ਵੀ ਮਤਲਬ ਸੱਟਾਂ ਲੱਗੀਆਂ, ਜਿਸਮਾਨੀ ਤਸ਼ੱਦਦ ਦਾ ਸ਼ਿਕਾਰ ਹੋਏ, ਉਹ ਵੱਧ ਹੋਏ ਘੱਟ ਹੋਏ, ਤੇ ਉਹਨਾਂ ਦੀ ਤਬੀਅਤ ਨਾਸਾਜ਼ ਹੋਈ, ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਤੇ ਉੱਥੇ ਉਹ ਦਿਲ ਦਾ ਦੌਰਾ ਪੈਣ ਦੇ ਨਾਲ ਚੱਲ ਵਸੇ। ਤੇ ਇਸ ਕਰਕੇ ਉਹ ਸ਼ਹੀਦ ਨਹੀਂ ਹੈਗੇ। ਸ਼ਹੀਦ ਹੋਣ ਦੀ ਗੱਲ ਨਹੀਂ, ਇੱਕ ਇਮੇਜ ਇਹ ਬਣੀ ਜਿਹੜਾ ਇੱਕ ਪੂਰਾ ਬਣ ਰਿਹਾ ਸੀ ਕਿ ਇੰਨਾ ਤਸ਼ੱਦਦ ਜਿਹੜਾ ਕੀਤਾ ਗਿਆ ਕਿ ਬਈ ਇੱਕ ਬਜ਼ੁਰਗ ਆਦਮੀ ਕਰ ਰਿਹਾ ਹੋਵੇ ਔਰ ਉਹਨੂੰ ਇੰਨੀ ਨਿਰਮਮਤਾ ਦੇ ਨਾਲ ਪੁਲਿਸ ਤੰਤਰ ਨੇ ਜਿਹੜਾ ਅਟੈਕ ਕੀਤਾ ਕਿ ਉਹਦੇ ਵਿੱਚ ਤੇ ਖੜੇ ਰਹਿ ਜਾਣਾ, ਉਹਦੇ ਵਿੱਚ ਹਿੱਸਾ ਲੈਣਾ ਹੀ ਬਹੁਤ ਵੱਡੀ ਗੱਲ ਹੈ। ਜੀ ਸੁਮੇਲ ਜੀ, ਮੈਨੂੰ ਥੋੜ੍ਹੀ ਦੇਰ ਲਈ ਰੁਕਣਾ ਪੈਣਾ ਇੱਥੇ, ਮੈਂ ਮਾਫੀ ਚਾਹੁੰਦੀ ਹਾਂ, ਵਿੱਚੋਂ ਮੈਨੂੰ ਇੰਟਰਪਟ ਕਰਨਾ ਪੈ ਰਿਹਾ ਕਿਉਂਕਿ ਖਬਰਾਂ ਦਾ ਇੱਕ ਬੁਲੇਟਿਨ ਹੋਏਗਾ ਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ। The Navjot Tillu Show, only on AM 600, ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ। ਮੈਂ ਮਾਫੀ ਚਾਹੁੰਦੀ ਹਾਂ ਕਿ ਟੈਲੀਫੋਨ ਲਾਈਨ ਦੇ ਵਿੱਚ ਥੋੜ੍ਹੀ ਜਿਹੀ ਗੜਬੜ ਹੋਣ ਕਰਕੇ ਸਾਡੀ ਜਿਹੜੀ ਗੱਲ ਸੀ ਉਹ ਸੁਮੇਲ ਸਿੱਧੂ ਹੁਣਾਂ ਦੇ ਨਾਲ ਨਹੀਂ ਹੋ ਪਾ ਰਹੀ ਸੀ। ਹੁਣ ਉਮੀਦ ਹੈ ਕਿ ਗੱਲ ਹੋ ਜਾਊਗੀ। ਸੁਮੇਲ ਜੀ, ਆਵਾਜ਼ ਆ ਰਹੀ ਮੇਰੀ? ਜੀ ਬਿਲਕੁਲ ਜੀ। ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਇੱਕ ਲਿਸਨਰ ਨੂੰ ਲੈ ਲੈਂਦੀ ਹਾਂ, ਅੱਧੇ ਘੰਟੇ ਤੋਂ ਵੱਧ ਸਮੇਂ ਤੋਂ ਇਹ ਤਕਰੀਬਨ ਹੋਲਡ ਤੇ ਨੇ। ਸਵਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ ਨਵਜੋਤ ਜੀ, ਤੁਹਾਡੇ ਮਹਿਮਾਨ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮਹਿਮਾਨ ਸਾਹਿਬ ਨੇ ਹੁਣੇ ਗੱਲ ਕੀਤੀ ਸੀ ਵੀ ਜਿੱਦਾਂ ਵੀ ਦਲੀਲ ਨੂੰ ਕੱਟਿਆ ਜਾ ਸਕਦਾ। ਗੱਲ ਜੇ ਕੋਈ ਭਗਤ ਸਿੰਘ ਬਾਰੇ ਗੱਲ ਕਰਦੇ, ਬਾਬੇ ਨਾਨਕ ਬਾਰੇ ਆਪਾਂ ਕਹਿ ਸਕਦੇ ਹਾਂ ਉਹ 10 ਮਿੰਟ ਚਲੇ ਗਏ, ਮਤਲਬ ਬੱਚੇ ਨਹੀਂ ਸੰਭਾਲ ਹੋਏ, ਜਿੱਦਾਂ ਇੱਦਾਂ ਕੁਛ ਇਹਨਾਂ ਨੇ ਕਿਹਾ ਸੀ। ਹੁਣ ਮੇਰਾ ਕੁਐਸਚਨ ਇਹ ਹੈ ਇਹਨਾਂ ਨੂੰ ਵੀ ਕੋਈ ਵੀ ਮਾਪਾ ਜਿਹੜਾ ਉਹ ਬੱਚੇ ਨੂੰ ਇਸ ਕਰਕੇ ਨਹੀਂ ਪੈਦਾ ਕਰਦਾ ਕਿਉਂਕਿ ਹਿੰਦੁਸਤਾਨ ਦੇ ਅੱਜ ਵੀ ਹਾਲਾਤ ਇੱਦਾਂ ਦੇ, ਅੱਜ ਵੀ ਉੱਥੇ ਕਈ ਕਮਿਊਨਿਟੀ ਇੱਦਾਂ ਕਹਿੰਦੀਆਂ ਵੀ ਅਸੀਂ ਇਲਾਜ ਨਹੀਂ, ਡੋਡੀ ਕਿਤੇ ਨਕਸਲਵਾਦੀ ਲਿਆ ਚੱਲਦੀ, ਕਿਤੇ ਸਾਡੀ ਅੰਮ੍ਰਿਤਪਾਲੀ ਲਿਆ ਚੱਲਦੀ, ਕਿਤੇ ਕੋਈ ਚੱਲਦੀ ਆ। ਸੋ ਜਦੋਂ ਭਗਤ ਸਿੰਘ ਦੇ ਜਿਹੜੇ ਮਾਪੇ ਸੀਗੇ ਉਹਨਾਂ ਨੂੰ ਜਿਵੇਂ ਹੁਣ ਬਾਬੇ ਨਾਨਕ ਦੀ ਧਾਰ ਦਿੱਤੀ ਬੱਚੇ ਨੂੰ ਪਾ ਸਕੇ, ਉਹਨਾਂ ਭਗਤ ਸਿੰਘ ਦੇ ਡੈਡੀ ਜੀ ਮਾਤਾ ਜੀ ਉਹਨਾਂ ਨੇ ਨਹੀਂ ਇਹ ਸੋਚਿਆ, ਉਹ ਵੀ ਸੋਚਦੇ ਕਿ ਬੱਚਾ ਇਸ ਕਰਕੇ ਪੈਦਾ ਕੀਤਾ, ਵੱਡਾ ਹੋਵੇ ਵਿਆਹ ਕਰਾਂਗੇ ਸਾਡੀ ਆਂਸ ਕਰੂਗੀ, ਬੱਚਾ ਜਾ ਕੇ ਫਾਂਸੀ ਚੜ੍ਹ ਕੇ, ਮਤਲਬ ਇਸ ਕਰਕੇ ਤਾਂ ਮਤਲਬ ਕੋਈ ਵੀ ਪੈਦਾ ਕਰਦਾ। ਇਸ ਮਤਲਬ ਇਹ ਕੁਐਸਚਨ ਵੀ ਭਗਤ ਸਿੰਘ ਦੇ ਮਾਪੇ ਤੋਂ ਨਹੀਂ ਭਗਤ ਸਿੰਘ ਨੂੰ ਸੰਭਾਲਿਆ ਗਿਆ ਜੀ। ਹਾਂਜੀ ਸੁਮੇਲ ਸਿੰਘ ਸਿੱਧੂ ਜੀ, ਤੁਹਾਨੂੰ ਆਵਾਜ਼ ਪਹੁੰਚ ਗਈ ਸੀ ਤੁਹਾਡੇ ਤੱਕ? ਇਹਨਾਂ ਦੀ ਆਵਾਜ਼ ਆਈ? ਮੈਨੂੰ ਉਹਨਾਂ ਦੀ ਗੱਲ ਸੁਣ ਗਈ ਕਿ ਕੋਈ ਵੀ ਮਾਪਾ ਇਸ ਕਰਕੇ ਤੇ ਬੱਚਾ ਨਹੀਂ ਪੈਦਾ ਕਰਦਾ, ਔਰ ਯਕੀਨਨ ਭਗਤ ਸਿੰਘ ਦੇ ਮਾਪਿਆਂ ਨੇ ਵੀ ਉਹਨਾਂ ਨੂੰ ਇਧਰਲੇ ਪਾਸਿਓਂ ਹੋੜਨ ਦੀ ਕੋਸ਼ਿਸ਼ ਕੀਤੀ, ਪਰ ਘਰ ਦਾ ਜੋ ਮਾਹੌਲ ਸੀ, ਜੋ ਉੱਥੇ ਹੋਰ ਐਕਟੀਵਿਟੀਜ਼ ਹੋ ਰਹੀਆਂ ਸਨ ਸਰਦਾਰ ਅਜੀਤ ਸਿੰਘ ਹੁਣਾਂ ਦੀਆਂ ਹੋਰਾਂ ਦੀਆਂ, ਉਹ ਇੱਕ ਪ੍ਰੇਰਨਾ ਦਾ ਸਰੋਤ ਵੀ ਸਨ। ਤੇ ਮਾਪਿਆਂ ਦੀ ਆਪਣੀ ਜਿਹੜੀ ਖਾਹਿਸ਼ ਹੈ ਉਹ ਭਗਤ ਸਿੰਘ ਦੀ ਜ਼ਿੰਦਗੀ ਦੇ ਆਪਣੇ ਸੰਕਲਪ ਤੋਂ, ਆਪਣੇ ਆਦਰਸ਼ ਤੋਂ ਦੋਵਾਂ ਦੇ ਵਿਚਕਾਰ ਇੱਕ ਕਸ਼ਮਕਸ਼ ਵੀ ਚੱਲੀ ਤੇ ਭਗਤ ਸਿੰਘ ਹੁਣਾਂ ਨੇ ਆਪਣੇ ਉਸ ਸੰਕਲਪ ਦੇ ਉੱਪਰ ਖੜੇ ਰਹਿਣਾ ਪ੍ਰਵਾਨ ਕੀਤਾ। ਤੇ ਪਰਿਵਾਰ ਦੀ ਗ੍ਰੇਟਨੈਸ ਇਹ ਹੈ ਕਿ ਉਹਨਾਂ ਨੇ ਆਖਿਆ ਕਿ ਜੇ ਹੁਣ ਤੂੰ ਨਹੀਂ ਹੀ ਟਲਣਾ, ਜੇ ਤੂੰ ਸ਼ਾਦੀ ਵੀ ਨਹੀਂ ਕਰਵਾਉਣੀ ਤੇ ਤੂੰ ਇਸ ਸੰਘਰਸ਼ ਦੇ ਵਿੱਚ ਹੀ ਲੱਗਣਾ, ਤਾਂ ਫਿਰ ਇਹਦੇ ਬਾਰੇ ਬਿਹਤਰ ਜਾਣਕਾਰੀ
ਤੇ ਸੰਘਰਸ਼ ਦੇ ਬਿਹਤਰ ਢੰਗਾਂ ਦੇ ਬਾਰੇ ਅਵੇਅਰ ਹੋ ਫਿਰ। ਔਰ ਇਹ ਪਰਿਵਾਰ ਫਿਰ ਉਹਨਾਂ ਨੂੰ 1924 ਦੇ ਕਾਂਗਰਸ ਦੇ ਇੱਕ ਸੈਸ਼ਨ ਦੇ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਬੰਗਾਲ ਦੀ ਵਿੱਚ ਕ੍ਰਾਂਤੀਕਾਰੀਆਂ ਦਾ ਇੱਕ ਟੋਲਾ ਸੀ, ਉਹਦਾ ਨਾਮ ਸੀ ਅਨੁਸ਼ੀਲਨ ਸਮਿਤੀ। ਉਹਦੇ ਇੱਕ ਮੈਂਬਰ ਸਨ, ਉਹਨਾਂ ਦਾ ਨਾਮ ਨਿਰਲੰਬਾ ਸਵਾਮੀ ਸੀ। ਨਿਰਲੰਬਾ ਸਵਾਮੀ ਦੇ ਨਾਲ ਉੱਥੇ ਬੱਚੇ ਭਗਤ ਸਿੰਘ ਦੀ ਮੁਲਾਕਾਤ ਕਰਵਾਈ ਜਾਂਦੀ ਹੈ, ਗਭਰੂਟ ਦੀ, ਜਿਹੜਾ ਕਿ ਉਹਨਾਂ ਨੂੰ ਇਹਦੇ ਬਾਰੇ ਦੱਸਦਾ ਹੈ ਕਿ ਨਵੀਂ ਤਿਆਰੀ ਕਿਵੇਂ ਹੁੰਦੀ ਹੈ, ਨਵੀਂ ਕਿਸਮ ਦੇ ਸੰਘਰਸ਼ ਕਿਵੇਂ ਲੜੇ ਜਾਂਦੇ ਹੈ। ਇਹ ਵੀ ਉਸ ਪਰਿਵਾਰ ਦੀ ਇੱਕ ਵਿਰਾਸਤ ਹੈ ਕਿ ਠੀਕ ਆ, ਹੁਣ ਤੂੰ ਇਹ ਜੇ ਫੈਸਲਾ ਕਰ ਲਿਆ ਤਾਂ ਇਹਨੂੰ ਆਪਾਂ ਢੰਗ ਦੇ ਨਾਲ ਅੱਗੇ ਲੈ ਕੇ ਜਾਈਏ। ਸੋ ਮਾਪਿਆਂ ਨੂੰ ਇਹ ਕਹਿਣਾ ਕਿ ਉਹਨਾਂ ਨੇ ਸੰਭਾਲਿਆ ਨਹੀਂ, ਤੇ ਜਿਹੜੇ ਅਸੀਂ ਸਾਂਭੀ ਫਿਰਦੇ ਹਾਂ ਆਪਣੇ ਜਵਾਕਾਂ ਨੂੰ, ਤੇ ਉਹਨਾਂ ਨੂੰ ਮਤਲਬ ਛੋਟੇ ਛੋਟੇ ਕੰਮਾਂ ਦੇ ਵਿੱਚ ਪਾ ਕੇ ਜਿਹੜਾ ਖੁਸ਼ ਹੋ ਜਾਂਦੇ ਆ ਕਿ ਵੱਡੇ ਸਵਾਲਾਂ ਦੇ ਬਾਰੇ ਨਹੀਂ ਸੋਚਣਾ, ਤਾਂ ਮੈਂ ਇਹ ਵੇਖ ਰਿਹਾ ਕਿ ਅਸੀਂ ਕਿਹੋ ਜਿਹੀ ਦੁਨੀਆ ਬਣਾ ਬੈਠੇ ਹਾਂ ਖੁਦ, ਜਿਹਦੇ ਵਿੱਚ ਇੰਨੀ ਆਵਾਜ਼ਾਰੀ, ਇੰਨੀ ਨਸ਼ੇਖੋਰੀ, ਇੰਨੀ ਉਦਾਸੀ, ਜਿਹਦੇ ਵਿੱਚ ਕੋਈ ਕਿਸੇ ਦੇ ਨਾਲ ਦਾ ਨਹੀਂ। ਅਜਿਹੀ ਇੱਕ ਦੁਨੀਆ ਦੀ ਜਿਹੜੀ ਅਸੀਂ ਉਸਾਰੀ ਕਰ ਬੈਠੇ ਹਾਂ ਬੱਚਿਆਂ ਨੂੰ ਸੰਭਾਲਣ ਦੇ ਨਾਂ ਦੇ ਉੱਪਰ, ਮੈਂ ਸਮਝਦਾ ਵੀ ਇਹ ਵੀ ਕੋਈ ਬੱਚਿਆਂ ਦੇ ਨਾਲ ਇਨਸਾਫ ਨਹੀਂ ਕੀਤਾ ਗਿਆ। ਸੁਮੇਲ ਸਿੰਘ ਸਿੱਧੂ ਜੀ, ਇਹ ਇੱਕ ਗੱਲ ਨੂੰ ਮੈਂ ਕਹਿਣਾ ਚਾਹੁੰਦਾ। ਬਿਲਕੁਲ, ਸਮਾਂ ਆਪਣੇ ਕੋਲ ਘੱਟਦਾ ਜਾ ਰਿਹਾ, ਕੁਝ ਸਾਡੇ ਲਿਸਨਰਸ ਗੱਲ ਕਰਨਾ ਚਾਹੁੰਦੇ ਆ। ਮੈਂ ਵੈਸੇ ਇੱਥੇ ਜਦੋਂ ਇਹਨਾਂ ਨੇ ਕਿਹਾ ਕਿ ਮਾਪਿਆਂ ਕੋਲੋਂ ਸੰਭਾਲਿਆ ਨਹੀਂ ਗਿਆ, 1966 ਦੇ ਵਿੱਚ ਭਗਤ ਸਿੰਘ ਦੀ ਮਾਤਾ ਜੀ ਦਾ ਇੱਕ ਸੁਨੇਹਾ ਜਿਹੜਾ ਨੌਜਵਾਨਾਂ ਦੇ ਨਾਮ ਹੈ ਛਪਿਆ, ਉਹਦੇ ਵਿੱਚ ਉਹ ਆਪ ਜ਼ਿਕਰ ਕਰਦੇ ਆ, ਜਦੋਂ ਉਹ ਨੌਜਵਾਨਾਂ ਨੂੰ ਸੁਨੇਹਾ ਦੇ ਰਹੇ ਆ, ਭਗਤ ਸਿੰਘ ਦਾ ਜ਼ਿਕਰ ਕਰਦੇ, ਕਹਿੰਦੇ ਕਿ ਵੀ ਮੈਂ ਉਹਨੂੰ ਪੁੱਛਦੀ ਹੁੰਦੀ ਸੀ ਕਿ ਬੇਟਾ ਤੂੰ ਐਵੇਂ ਆਪਣੀਆਂ ਜੇਬਾਂ ਕਿਤਾਬਾਂ ਜਿਹੀਆਂ ਨਾਲ ਪਾੜ ਲਿਆਉਣਾ, ਇਹ ਸਭ ਕੀ ਹੈ? ਕਹਿੰਦੇ ਹਰ ਵੇਲੇ ਉਹਦੀਆਂ ਜੇਬਾਂ 'ਚ ਕਿਤਾਬਾਂ ਭਰੀਆਂ ਹੁੰਦੀਆਂ ਸੀ, ਤੇ ਉਹ ਹੱਸਦੇ ਹੱਸਦੇ ਕਹਿੰਦਾ ਹੁੰਦਾ ਸੀ ਕਿ ਕਿਤਾਬਾਂ ਬਹੁਤ ਕੀਮਤੀ ਹੈ, ਇਹ ਉਹਨਾਂ ਸ਼ਹੀਦਾਂ ਤੇ ਦੇਸ਼ ਭਗਤਾਂ ਬਾਰੇ ਆ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਨੇ। ਤੇ ਉਸ ਸੁਨੇਹੇ ਦੇ ਅਖੀਰ ਦੇ ਵਿੱਚ ਭਗਤ ਸਿੰਘ ਦੇ ਮਾਤਾ ਜੀ ਕੋਈ ਇਸ ਗੱਲ ਦਾ ਪਛਤਾਵਾ ਨਹੀਂ ਕਰਦੇ ਦਿਖਾਈ ਦੇ ਰਹੇ ਕਿ ਵੀ ਉਹਨਾਂ ਦਾ ਬੇਟਾ ਪੜ੍ਹ ਲਿਖ ਕੇ ਕਿਹੜੇ ਰਾਹ 'ਤੇ ਚੱਲ ਪਿਆ ਸੀ। ਅਖੀਰ 'ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਬੱਚਿਓ, ਤੁਹਾਨੂੰ ਵੀ ਦੇਸ਼ ਭਗਤਾਂ ਦੇ ਤਜਰਬੇ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਤਾਂ ਕਿ ਤੁਸੀਂ ਉਹਨੂੰ ਅੱਜ ਦੇ ਹਾਲਾਤ ਮੁਤਾਬਕ ਅਪਣਾ ਕੇ ਆਪਣਾ ਰਸਤਾ ਲੱਭ ਸਕੋ। ਅਗਲੇ ਮੈਂ ਲਿਸਨਰ ਵੀ ਜ਼ਰੂਰ ਸ਼ਾਮਿਲ ਕਰਨਾ ਚਾਹੁੰਦੀ ਹਾਂ, ਮਨਜੀਤ ਅਟਵਾਲ ਜੀ। ਹਾਂਜੀ ਮਨਜੀਤ ਜੀ, ਜੀ ਆਇਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਨਵਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਨਵਜੋਤ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਤਾਂ ਆਮ ਤੌਰ 'ਤੇ ਹੁੰਦਾ ਹੈ, ਪਰ ਪ੍ਰੋਗਰਾਮ ਵਿੱਚ ਕਾਲ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ, ਪਰ ਮੈਂ ਅੱਜ ਕਾਲ ਕਰ ਰਿਹਾ। ਪਲੀਜ਼ ਮੇਰੀ ਗੱਲ ਸੁਣਿਓ ਤੇ ਤੁਹਾਡੇ ਮਹਿਮਾਨ ਨੂੰ, ਚਲੋ ਤੁਹਾਡੇ ਪ੍ਰੋਗਰਾਮ 'ਤੇ ਆਇਓ ਆ। ਅੱਛਾ, ਮੈਂ ਟਰਾਈ ਕਰੂੰਗਾ ਛੇਤੀ ਮੁਕਾਦਮਾ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਦੇਖੋ, ਅਸੀਂ ਭਗਤ ਸਿੰਘ ਨੂੰ ਸੁਣਦਿਆਂ ਹੀ ਵੱਡੇ ਹੋਏ ਹਾਂ, ਔਰ ਇਸ ਵੇਲੇ ਮੈਂ ਸੀਨੀਅਰ ਏਜ ਦੇ ਵਿੱਚ ਆਇਆ ਹਾਂ। ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜੇ ਤੁਹਾਡੇ ਮਹਿਮਾਨ ਆ, ਉਹਨਾਂ ਦਾ ਸਤਿਕਾਰ ਆ, ਜਿਹੜੇ ਵਿਸ਼ੇ ਦੇ ਉੱਤੇ ਉਹ ਗੱਲ ਕਰ ਰਹੇ ਆ ਉਹਦੇ ਵਿੱਚ ਚਲੋ ਉਹਨਾਂ ਦੀ ਮੁਹਾਰਤ ਆ, ਪਰ ਉਹਨਾਂ ਨੂੰ ਸਰਦਾਰ ਭਗਤ ਸਿੰਘ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਕੰਪੈਰੀਜ਼ਨ ਕਰਨ ਵੇਲੇ ਮਤਲਬ 100 ਵਾਰ ਸੋਚਣਾ ਚਾਹੀਦਾ। ਦੇਖੋ, ਭਗਤ ਸਿੰਘ ਦੀ ਸ਼ਖਸੀਅਤ ਉਹ ਆ ਜਿਨ੍ਹਾਂ ਨੇ ਇੱਕ ਦੇਸ਼ ਦੀ ਆਜ਼ਾਦੀ ਲਈ ਆਪਣਾ ਜਾਨ ਦਿੱਤੀ, ਜਾਨ ਕੁਰਬਾਨ ਕੀਤੀ ਆ, ਔਰ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਉਹ ਆ ਜਿਨ੍ਹਾਂ ਨੇ ਸਾਰੀ ਮਨੁੱਖਤਾ ਦੀ ਸੇਵਾ ਦੇ ਲਈ, ਉਹਨਾਂ ਦੀ ਮਨੁੱਖਤਾ ਦੀ ਆਜ਼ਾਦੀ ਦੇ ਲਈ ਬਾਬਰ ਨੂੰ ਜਾਬਰ ਕਿਹਾ ਮੋਹਰੇ ਖੜ ਕੇ, ਔਰ ਉਹ ਵੀ ਜੇਲ੍ਹ ਦੇ ਵਿੱਚ ਗਏ ਆ। ਉਹਨਾਂ ਦੀ ਸ਼ਖਸੀਅਤ ਲਈ ਇਹ ਗੱਲ, ਉਹਨਾਂ ਨੂੰ ਆਪਣੇ ਤਰਕ ਨੂੰ ਸੱਚਾ ਸਾਬਤ ਕਰਨ ਦੀ ਖਾਤਰ ਇਹ ਕਹਿ ਦੇਣਾ ਕਿ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਨੂੰ ਛੱਡ ਕੇ ਗਏ, ਇਹਨਾਂ ਨੂੰ ਸੋਚਣਾ ਸਮਝਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਨੇ ਵਿਆਹ ਕਰਵਾਇਆ, 2 ਬੱਚੇ ਪੈਦਾ ਕੀਤੇ ਆ, ਉਦਾਸੀਆਂ ਤੇ ਗਿਆ ਜਗਤ ਨੂੰ ਤਾਰਨ ਲਈ, ਫਿਰ ਉਹ ਘਰ ਆਉਂਦੇ ਰਹੇ ਆ, ਘਰ ਆ ਕੇ ਆਪਣੇ ਪਰਿਵਾਰ ਦੀ ਸੰਭਾਲ ਕਰਦੇ ਰਹੇ ਆ। ਜਦੋਂ ਉਹਨਾਂ ਨੇ ਆਪਣੀਆਂ ਉਦਾਸੀਆਂ ਸਮਾਪਤ ਕਰ ਦਿੱਤੀਆਂ, ਉਹ ਤੋਂ ਬਾਅਦ 18 ਸਾਲ ਉਹਨਾਂ ਨੇ ਖੇਤੀ ਕੀਤੀ ਆ, ਆਪਣੇ ਹੱਥਾਂ ਨਾਲ ਬਲਦਾਂ ਨਾਲ ਹਲ ਵਾਇਆ, ਤੇ ਜਿੰਨੀ ਉਹਨਾਂ ਨੇ ਲੋਕਾਈ ਨੂੰ ਤਾਰਿਆ ਪੈਦਲ ਤੁਰ ਕੇ, ਉਹਨਾਂ ਜ਼ਮਾਨਿਆਂ ਦੇ ਵਿੱਚ ਨਾ ਉਹਨਾਂ ਤੋਂ ਕੋਈ ਪਹਿਲਾਂ ਨਾ ਕੋਈ ਉਹਨਾਂ ਤੋਂ ਬਾਅਦ ਦੇ ਵਿੱਚ ਜਾ ਸਕਿਆ, ਨਾ ਉੱਥੇ ਪਹੁੰਚ ਸਕਿਆ ਜਿੱਥੇ ਉਹ ਪਹੁੰਚੇ ਆ। ਸ਼ੁਕਰੀਆ ਮਨਜੀਤ ਜੀ, ਗੱਲ ਪਲੀਜ਼ ਬਰੀਫ ਰੱਖਣ ਦੀ ਕੋਸ਼ਿਸ਼ ਕਰਿਓ। ਮੈਂ ਤੁਹਾਡੀ ਗੱਲ ਜਿਹੜੀ ਆ ਉਹ ਸਮਝ ਗਈ ਹਾਂ, ਕਿਉਂਕਿ ਸਮਾਂ ਮੇਰੇ ਕੋਲ ਘੱਟ ਆ। ਪਲੀਜ਼ ਜੇ ਕੋਈ ਹੋਰ ਗੱਲ ਕਹਿਣੀ ਹੈ ਤਾਂ ਤੁਸੀਂ 10 ਸੈਕਿੰਡ 'ਚ ਕਹਿ ਦਿਓ। ਮੈਨੂੰ 1 ਮਿੰਟ, 10 ਸਕਿੰਟ ਹੋਰ ਦਿਓ। ਦੇਖੋ, ਭਗਤ ਸਿੰਘ ਉਹਨਾਂ ਨੇ ਕਿਤਾਬਾਂ ਲਿਖੀਆਂ, ਆਪਾਂ ਕਹਿੰਦੇ ਆ ਵੀ ਉਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ, ਬਹੁਤ ਪੜ੍ਹੇ ਲਿਖੇ ਸੀਗੇ। ਮੈਂ ਵੀ ਇਸ ਗੱਲ ਦਾ ਸਤਿਕਾਰ ਕਰਦਾ, ਜਿਹੜਾ ਪੜ੍ਹਿਆ ਲਿਖਿਆ ਜਿਹਨੇ ਕਿਤਾਬਾਂ ਲਿਖੀਆਂ ਮੈਂ ਉਹਦਾ ਹਰੇਕ ਦਾ ਸਤਿਕਾਰ ਕਰਦਾ। ਪਰ ਜਿੰਨੇ ਗੁਰੂ ਨਾਨਕ ਦੇਵ ਜੀ ਨੇ ਗਿਆਨ ਵੰਡਿਆ, ਗਿਆਨ ਲਿਖਿਆ ਔਰ ਗਿਆਨ ਇਕੱਠਾ ਕੀਤਾ, ਬਾਕੀ ਮਹਾਂਪੁਰਖਾਂ ਤੋਂ ਲੈ ਕੇ, ਉਹਦਾ ਕੋਈ ਸਤਿਕਾਰ ਨਹੀਂ। ਉਹ ਸਾਰੀ ਦੁਨੀਆ ਦੇ ਵਿੱਚ ਉਹ ਇਸ ਵੇਲੇ ਉਹਨੂੰ ਲੋਕੀ ਨਤਮਸਤਕ ਹੋ ਰਹੇ ਆ। ਤੇ ਮੈਂ ਸ਼ੁਕਰੀਆ ਮਨਜੀਤ ਅਟਵਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵੈਸੇ ਜਿਹੜਾ ਰੈਫਰੈਂਸ ਇਹਨਾਂ ਨੇ ਦਿੱਤਾ ਸੀ, ਇਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਕਿ ਸਵਾਲ ਤਾਂ ਗੁਰੂ ਨਾਨਕ ਸਾਹਿਬ 'ਤੇ ਵੀ ਉੱਠਦੇ ਆ, ਅਤੇ ਉਹ ਇੱਕ ਸਵਾਲ
ਕਈ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਦਾ ਜ਼ਿਕਰ ਕੀਤਾ ਸੀ, ਪਰ ਫਿਰ ਵੀ ਸਮੇਲ ਜੀ ਜੇ ਤੁਸੀਂ ਕੁਝ ਕਹਿਣਾ ਚਾਹੋ ਤਾਂ। ਮੇਰਾ ਖਿਆਲ ਤੁਸੀਂ ਕਹਿ ਹੀ ਦਿੱਤਾ। ਮੈਂ ਆਪਣੇ ਵੱਲੋਂ ਨਹੀਂ ਸੀ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਵੀ ਮੈਂ ਇਹ ਕਹਿ ਰਿਹਾ ਕਿ ਜੇ ਤੁਸੀਂ ਕਿਸੇ ਨੂੰ ਨੀਵਾਂ ਦਿਖਾਉਣਾ ਹੈ ਤਾਂ ਹਰੇਕ ਦੀ ਜ਼ਿੰਦਗੀ ਦੀਆਂ ਇਹਨਾਂ ਤੰਦਾਂ ਨੂੰ, ਉਹਨਾਂ ਦੇ ਵੱਖ-ਵੱਖ ਪ੍ਰਸੰਗਾਂ ਨੂੰ ਜਿੱਧਰ ਨੂੰ ਮਰਜ਼ੀ ਖਿੱਚਿਆ ਜਾ ਸਕਦਾ ਤੇ ਕਹਿਣ ਵਾਲੇ ਇੰਜ ਵੀ ਕਹਿ ਹੀ ਸਕਦੇ ਆ। ਮੈਂ ਸਿਰਫ ਇੱਕ ਦ੍ਰਿਸ਼ਟਾਂਤ ਵਜੋਂ ਕਿ ਜੇ ਕੋਈ ਕਿਸੇ ਨੂੰ ਵਿਗਾੜਨ ਤੇ ਹੀ ਆ ਜਾਏ ਤਾਂ ਉਹ ਇਹ ਵੀ ਕਹਿ ਹੀ ਸਕਦਾ ਜੀ। ਸ਼ੁਕਰੀਆ। ਠੀਕ ਹੈ, ਅਗਲੀ ਕਾਲਰ ਲੈ ਲੈਂਦੇ ਆਪਾਂ। ਮੇਰਾ ਖੁਦ ਕੋਈ ਇਹਦੇ ਵਿੱਚ ਕੋਈ ਕੰਟਰਡਿਕਸ਼ਨ ਨਹੀਂ ਹੈ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਦੇ ਨਾਲ ਜੀ। ਕੁਲਵੰਤ ਸਿੰਘ ਜੀ। ਹਾਂਜੀ ਕੁਲਵੰਤ ਸਿੰਘ ਜੀ। ਹਾਂਜੀ, ਮੈਂ ਕਮੈਂਟਸ ਦੇ ਇੱਕ ਸਵਾਲ ਸੀ ਮੇਰਾ ਜੀ। ਕਮੈਂਟਸ ਇਹ ਹੈ ਕਿ ਜਦੋਂ ਉਹਨਾਂ ਦੇ ਮੁਕੱਦਮਾ ਚੱਲ ਰਿਹਾ ਸੀਗਾ ਤਾਂ ਇੱਕ ਜੱਜ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਕ੍ਰਾਂਤੀ ਸੇ ਆਪਕਾ ਕਿਆ ਮਤਲਬ ਹੈ। ਹਾਂ, ਤਾਂ ਭਗਤ ਸਿੰਘ ਜੀ ਨੇ ਜਵਾਬ ਦਿੱਤਾ ਸੀਗਾ ਕਿ ਬਈ ਇੱਕ ਆਦਮੀ ਦਾ ਸ਼ੋਸ਼ਣ ਦੂਸਰਾ ਆਦਮੀ ਕਰਦਾ ਪਿਆ ਜੀ, ਔਰ ਉਸ ਨੂੰ ਰੋਕਣ ਦਾ ਨਾਮ ਹੀ ਕ੍ਰਾਂਤੀ ਹੈ। ਫਿਰ ਉਹਨਾਂ ਨੇ ਡਿਟੇਲ ਅੰਦਰ ਦੱਸਿਆ ਵੀ ਇੱਕ ਕਿਸਾਨ ਜਿਹੜਾ ਵੇ ਉਹ ਆਪਣੇ ਅੰਨ ਪੈਦਾ ਕਰਦਾ ਪੂਰੇ ਦੇਸ਼ ਵਾਸਤੇ, ਔਰ ਉਹਦੇ ਆਪਣੇ ਬੱਚੇ ਭੁੱਖੇ ਮਰਦੇ ਪਿਆ। ਫਿਰ ਇੱਕ ਬੁਣਕਰ ਜਿਹੜਾ ਉਹ ਬੁਣਦਾ ਕੱਪੜਾ। ਹਾਂਜੀ ਹਾਂਜੀ, ਬਿਲਕੁਲ। ਕੁਲਵੰਤ ਜੀ ਸਵਾਲ ਵੀ ਹੈ ਕੋਈ? ਹਾਂਜੀ ਸਵਾਲ ਵੀ ਹੈਗਾ ਜੀ। ਸਵਾਲ ਇਹ ਆ ਮੇਰਾ ਕਿ ਮੈਂ ਉਹਨਾਂ ਦੀਆਂ ਕਿਤਾਬਾਂ ਤੇ ਕੋਈ ਲਿਖੀ ਨਹੀਂ ਉਹਨਾਂ ਨੇ, ਭਗਤ ਸਿੰਘ ਨੇ ਕਿਤਾਬ, ਪਰ ਉਹਨਾਂ ਨੇ ਇੱਕ ਡਾਇਰੀ ਲਿਖੀ ਸੀ 404 ਪੇਜ ਦੀ ਜੇਲ੍ਹ ਡਾਇਰੀ, ਔਰ ਉਹਦੇ ਮੈਨੂੰ 200 ਪੇਜ ਦੀ ਜਿਹੜੇ ਸੀ ਉਹ ਇੰਟਰਨੈਟ ਤੇ ਪੜ੍ਹੇ ਸੀ ਮੈਂ 10-12 ਸਾਲ ਪਹਿਲੇ, ਪਰ ਬਾਕੀ ਦੇ ਜਿਹੜੇ ਉਹ 200 ਪੇਜ ਸੀ ਉਹ ਕਿੱਥੋਂ ਮਿਲਣਗੇ ਜੀ? ਦੱਸੋ ਜੀ, ਕਿੱਥੋਂ ਪੜ੍ਹਿਆ ਜਾ ਸਕਦਾ ਭਗਤ ਸਿੰਘ ਦੀਆਂ ਲਿਖਤਾਂ ਨੂੰ? ਬਹੁਤ ਕਿਤਾਬਾਂ ਆ ਚੁੱਕੀਆਂ ਨੇ ਜੀ, ਘੱਟੋ ਘੱਟ 3 ਕਿਤਾਬਾਂ ਤੇ ਮੇਰੇ ਕੋਲ ਹੀ ਪਈਆਂ ਨੇ ਭਗਤ ਸਿੰਘ ਦੀ, ਜਿਹਦੇ ਵਿੱਚ ਜੇਲ੍ਹ ਡਾਇਰੀ ਸ਼ਾਮਿਲ ਹੈ ਜਾਂ ਉਹਦੀ ਜਿਹੜੀ ਜੇਲ੍ਹ ਨੋਟਬੁੱਕ ਦੇ ਨਾਮ ਦੇ ਉੱਪਰ ਹੀ ਅਵੇਲੇਬਲ ਨੇ। ਤੁਸੀਂ ਉਹਨਾਂ ਤੇ ਗੌਰ ਫਰਮਾਓ, ਔਰ ਉਹ ਸਾਰੀ ਮੁਕੰਮਲ ਹੈ। ਉਹਨਾਂ ਦੇ ਉਹ ਸਕੈਨ ਕਰਕੇ ਭਗਤ ਸਿੰਘ ਦੀ ਓਰੀਜਨਲ ਹੈਂਡ ਰਾਈਟਿੰਗ ਦੇ ਵਾਲੇ ਸਫ਼ੇ ਨੇ ਉਹਦੇ ਵਿੱਚ ਜਿਹੜੇ ਉਹਨੇ ਨੋਟਸ ਲਏ ਹੋਏ ਨੇ, ਤੇ ਉਹਨਾਂ ਨੂੰ ਹੀ ਟਾਈਪ ਕਰਕੇ ਅੱਗੇ ਲਿਆਂਦਾ ਗਿਆ ਤੇ ਉਹਨਾਂ ਦਾ ਐਨਾਲਿਸਿਸ ਹੈ ਕਿ ਉਹਨੇ ਕਿਹੜੀ ਕਿਤਾਬ ਦੇ ਕਿਹੜੇ ਐਡੀਸ਼ਨ ਤੋਂ ਕਿਹੜੀਆਂ ਲਾਈਨਾਂ ਨੋਟ ਕੀਤੀਆਂ, ਪੂਰੀ ਲਾਈਨ ਕਿਵੇਂ ਸੀ, ਉਹਨਾਂ ਨੇ ਕਿਵੇਂ ਲਈ ਹੈ। ਇਹਦੇ ਤੇ ਬਹੁਤ ਅੱਛਾ ਸੰਪਾਦਕੀ ਦਾ ਕੰਮ ਹੋ ਚੁੱਕਿਆ ਹੈਗਾ। ਇਹ ਕਿਤਾਬਾਂ ਫ੍ਰੀਲੀ ਅਵੇਲੇਬਲ ਨੇ, ਤੁਸੀਂ ਜੇ ਸਰਚ ਕਰੋਗੇ ਤੁਹਾਨੂੰ ਮਿਲ ਜਾਣਗੀਆਂ ਇੰਟਰਨੈਟ ਦੇ ਉੱਪਰੋਂ ਜੀ। ਸ਼ੁਕਰੀਆ ਤੁਹਾਡਾ ਇਸ ਸਵਾਲ ਜਵਾਬ ਲਈ। ਬਾਕੀ ਲਿਸਨਰਸ ਪਲੀਜ਼ ਜੇ 15 ਸੈਕਿੰਡ ਦੇ ਵਿੱਚ ਆਪਣਾ ਸਵਾਲ ਰੱਖ ਸਕੋ ਤਾਂ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹੋਊਂਗੀ। ਰਾਜਦੀਪ ਜੀ। ਸਤਿ ਸ਼੍ਰੀ ਅਕਾਲ। ਇੱਕ ਦੁਨੀਆ ਪੋਲੀਟੀਕਲ ਗੇਮ ਆ, ਉਦੋਂ ਵੀ ਪੋਲੀਟੀਕਲ ਗੇਮ ਚੱਲ ਰਹੀ ਸੀ ਤੇ ਪੋਲੀਟੀਕਲ ਗੇਮ ਦੇ ਵਿੱਚ ਇਹ ਹੁੰਦਾ ਵੀ ਇੱਕ ਮੂਹਰੇ ਕਰਕੇ ਉਹਦੇ ਪਿੱਛੇ ਇੱਕ ਫੇਸ ਦੇ ਕੇ ਇੱਕ ਮੂਵਮੈਂਟ ਨੂੰ ਉਹਦੇ ਪਿੱਛੇ ਇੱਕ ਰੈਵੋਲੂਸ਼ਨ ਖੜਾ ਕੀਤਾ ਜਾਂਦਾ ਹੁੰਦਾ। ਸੋ ਉਹ ਵੀ ਪੋਲੀਟੀਕਲ ਗੇਮ ਦਾ ਇੱਕ ਮੋਹਰਾ ਸੀਗਾ। ਆਪਣੇ ਜੇ ਆਪਾਂ ਕਹੀਏ ਵੀ ਆਜ਼ਾਦੀ ਲਈ ਲੜਿਆ ਤੇ ਫਿਰ ਹੁਣ ਤਾਂ ਫਿਰ ਇੰਡੀਆ ਦਾ ਹਾਲ ਬਹੁਤ ਵਧੀਆ ਹੋ ਜਾਣਾ ਚਾਹੀਦਾ ਸੀ। ਹਾਂਜੀ ਸੁਮੇਲ ਜੀ, ਕੀ ਟਿੱਪਣੀ ਤੁਹਾਡੀ? ਮੇਰੀ ਇਹਦੇ ਤੇ ਜੀ ਟਿੱਪਣੀ ਮੈਂ ਹੁਣ ਕੀ ਕਰਾਂ ਕਿ ਇੱਕ ਤੇ ਮੈਨੂੰ ਇਹ ਲੱਗਦਾ ਬਈ ਸਾਨੂੰ ਆਪਣੀ ਭਾਸ਼ਾ ਦੇ ਉੱਪਰ ਥੋੜ੍ਹਾ ਵਸੀਕਾਰ ਚਾਹੀਦਾ। ਪੋਲੀਟੀਕਲ ਗੇਮ ਆ ਤੇ ਫਿਰ ਜਿਨ੍ਹਾਂ ਨੂੰ ਆਪਾਂ ਤੁਸੀਂ ਕੈਨੇਡਾ 'ਚ ਆਏ ਹੋ ਇੱਥੇ, ਤੇ ਕੈਨੇਡਾ ਦੇ ਵਿੱਚ ਆਜ਼ਾਦੀ ਜਿੰਨੀ ਕੁ ਇੰਡੀਆ ਦੇ ਵਿੱਚ ਖਾਂਦੇ ਪੀਂਦੇ ਤਬਕੇ ਕੋਲ ਹੈ, ਇੱਥੇ ਤੁਹਾਡੇ ਕੋਲ ਹੈ ਜਿਨ੍ਹਾਂ ਨੇ ਲੜ ਕੇ ਲਈ ਹੈ। ਤੇ ਜਿਹੜੇ ਇੱਥੋਂ ਦੇ ਮੂਲ ਵਾਸੀਆਂ ਦੇ ਉੱਪਰ ਜਿਵੇਂ ਇਹ ਆਜ਼ਾਦੀ ਵਰਤੀ ਹੈ, ਜੇ ਉਹ ਇਹ ਕੱਲ੍ਹ ਨੂੰ ਕਹਿਣਾ ਸ਼ੁਰੂ ਕਰ ਦੇਣ ਕਿ ਜੀ ਤੁਸੀਂ ਇੱਥੇ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ, ਫਿਰ ਤੇ ਸਾਰਾ ਕੁਛ ਹੀ ਗੁਲਾਮ ਹੈ, ਫਿਰ ਅਸੀਂ ਵੀ ਉਹਦੇ ਚੋਂ ਬਰੀ ਨਹੀਂ ਹੁੰਦੇ। ਤੇ ਇਹਨਾਂ ਵੀ ਉਹਦਾ ਇੱਕ ਚਿਹਰਾ ਬਣਾ ਦਿੱਤਾ। ਤੇ ਜੇ ਉਹਨਾਂ ਨੇ ਕੀਤਾ ਹੁੰਦਾ, ਮੈਨੂੰ ਇਹ ਲੱਗਦਾ ਵੀ ਐਡੀ ਇੱਕ ਇਹ ਬੜੀ, ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ ਦਾ ਇਸਤੇਮਾਲ, ਪਰ ਇਹ ਬੜੀ ਲਚਰ ਜੀ ਗੱਲਬਾਤ ਹੈ। ਅਸੀਂ ਜਿਵੇਂ ਆਪਣੀਆਂ ਗੱਲਾਂ ਨੂੰ ਗਲੱਛਣ ਦੇ ਲਈ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਮੈਂ ਵੀ ਆਹ ਕਹਿ ਦਿੱਤਾ, ਤਾਂ ਮੈਂ ਸਮਝਦਾ ਕਿ ਜੀ ਤੁਸੀਂ ਰਹੋ ਆਪਣੀ ਗੱਲ ਦੇ ਉੱਪਰ ਕਾਇਮ ਰਹੋ, ਮੈਂ ਇਹਦੇ ਨਾਲ ਇੰਗੇਜ ਕਰਨਾ ਵੀ ਇਹਦਾ ਕੋਈ ਜਵਾਬ ਜਿਹੜੀ ਗੱਲ ਮੂਲੋਂ ਹੀ ਗਲਤ ਹੈ ਉਹਦੇ ਨਾਲ ਕੀ ਬੰਦਾ ਇੰਗੇਜ ਕਰੇ। ਉਹ ਤੇ ਪਹਿਲੀਆਂ ਚ ਇੱਕ ਨਿਰਣੇ ਤੇ ਪਹੁੰਚੇ ਹੋਏ ਨੇ, ਉਹਨਾਂ ਨੇ ਤੇ ਇੱਕ ਸਟੇਟਮੈਂਟ ਬੋਲੀ ਹੈ ਇੱਥੇ, ਨਾ ਉਹਨਾਂ ਨੇ ਇਹਨੂੰ ਸਾਬਿਤ ਕੀਤਾ, ਨਾ ਕੋਈ ਦਲੀਲ ਰੱਖੀ ਹੈ। ਤੇ ਜੇ ਉਹਨਾਂ ਦੀ ਕੋਈ ਦਲੀਲ ਨੂੰ ਉਹਨਾਂ ਦੀਆਂ ਹੀ ਜ਼ਿੰਦਗੀ ਦੀਆਂ ਚੋਇਸਿਸ ਦੇ ਉੱਪਰ ਅਪਲਾਈ ਕਰ ਦਈਏ ਤਾਂ ਉਹਦੇ ਚੋਂ ਕੁਛ ਵੀ ਨਹੀਂ ਨਿਕਲਦਾ। ਤੇ ਇਹਦਾ ਤੇ ਮਤਲਬ ਇਹ ਹੈ ਕਿ ਫਿਰ ਤੇ ਆਜ਼ਾਦੀ ਜਿਹੜੀ ਉਸ ਕਿਸਮ ਦੀ ਹੈ ਜਿਹਦੇ ਲਈ ਦੁਨੀਆ ਭਰ ਦੇ ਵਿੱਚ ਲੋਕ ਸੰਘਰਸ਼ ਕਰਦੇ ਨੇ, ਤੇ ਫਿਰ ਤੇ ਸਰਦਾਰ ਸਾਹਿਬ ਇਹ ਕਹਿ ਰਹੇ ਨੇ ਕਿ ਸਭ ਪੋਲੀਟੀਕਲ ਗੇਮ ਆ, ਕੋਈ ਆਜ਼ਾਦੀ ਨਹੀਂ ਹੁੰਦੀ, ਕੋਈ ਗੁਲਾਮੀ ਨਹੀਂ ਹੁੰਦੀ, ਬਸ ਐਵੇਂ ਹੀ ਬੰਦੇ ਜੇ ਗੇਮ ਕਰਦੇ ਰਹਿੰਦੇ, ਅਸੀਂ ਗੱਲਾਂ ਕਰਦੇ ਰਹਿੰਦੇ ਆ, ਸਾਰਾ ਹੀ ਇੱਕ ਝੂਠ ਦਾ ਪਸਾਰਾ ਹੈ। ਤੇ ਬਸ ਫਿਰ ਠੀਕ ਹੈ ਜੀ, ਫਿਰ ਆਪਾਂ ਮਤਲਬ ਇਹ ਫਿਰ ਆਪਣਾ ਪ੍ਰੋਗਰਾਮ ਵੀ ਝੂਠ ਦਾ ਪਸਾਰਾ ਹੈ।
ਫਿਰ ਤੇ ਕਿਸੇ ਵੀ ਗੱਲ ਦਾ ਫਿਰ ਤੇ ਕੋਈ ਮਤਲਬ ਨਹੀਂ ਹੈ। ਸੁਮੇਲ ਸਿੱਧੂ ਜੀ, ਸਮਾਂ ਆਪਣੇ ਕੋਲ ਥੋੜਾ, ਆਪਾਂ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਹਾਲੇ ਰਹਿ ਗਈਆਂ। ਜਿੱਥੇ ਮੈਂ ਤੁਹਾਨੂੰ ਰੋਕਿਆ ਸੀ ਕਿ ਤੁਸੀਂ ਜ਼ਿਕਰ ਕਰ ਰਹੇ ਸੀ 3 ਖਾਸ ਘਟਨਾਵਾਂ ਦਾ ਜ਼ਿਕਰ, ਉਹਨਾਂ ਦੇ ਉੱਤੇ ਪ੍ਰਭਾਵ ਸੀ। ਜਲਿਆਂਵਾਲੇ ਬਾਗ ਦੀ 1919 ਦੀ ਗੱਲ ਕੀਤੀ ਹੈ, ਦੈਨ ਤੁਸੀਂ ਨਨਕਾਣਾ ਸਾਹਿਬ ਦੇ ਸਾਕੇ ਦੀ ਗੱਲ ਕੀਤੀ 1920 ਦੀ, ਦੈਨ 1920-21 ਦੀ ਮਹਾਤਮਾ ਗਾਂਧੀ ਵਾਲੇ ਅੰਦੋਲਨ ਦਾ ਜ਼ਿਕਰ ਤੁਸੀਂ ਕੀਤਾ। ਮੈਂ ਇਹ ਗੱਲਬਾਤ ਅੱਗੇ ਵਧਾਉਣਾ ਚਾਹੁੰਦੀ ਤੁਹਾਡੇ ਨਾਲ। ਅਗੇਨ ਕਾਲ ਡਿਸਕਨੈਕਟ ਹੋ ਗਈ ਹੈ, ਮੈਂ ਮਾफ़ੀ ਚਾਹੁੰਦੀ। ਬਾਕੀ ਕਾਲਰਸ ਕੋਲੋਂ ਵੀ ਮਾफ़ੀ ਮੰਗਦੀ ਹਾਂ। ਰੀਜ਼ਨ ਇਹ ਹੈ ਕਿ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਕਿਉਂਕਿ ਮੈਂ ਅਗਲੇ ਹਿੱਸੇ ਦੇ ਵਿੱਚ ਪਾਸ਼ ਬਾਰੇ ਵੀ ਗੱਲਬਾਤ ਛੇੜਨੀ ਹੈ। The Navjot Tilloo Show, only on AM 600, Sher-e Punjab। ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ ਦ ਨਵਜੋਤ ਢਿੱਲੋਂ ਸ਼ੋਅ। ਮੇਰੇ ਨਾਲ ਡਾਕਟਰ ਸੁਮੇਲ ਸਿੰਘ ਸਿੱਧੂ ਇੰਡੀਆ ਤੋਂ ਇਸ ਵੇਲੇ ਜੁੜੇ ਹੋਏ ਨੇ। ਸ਼ਹੀਦ ਭਗਤ ਸਿੰਘ ਬਾਰੇ ਅਸੀਂ ਗੱਲਬਾਤ ਛੇੜੀ ਹੋਈ ਹੈ। ਸਮਾਂ ਘੱਟਦਾ ਜਾ ਰਿਹਾ ਕਿਉਂਕਿ ਇਸ ਸ਼ਖਸੀਅਤ ਦੇ ਵੱਖ-ਵੱਖ ਪਹਿਲੂ ਹੈ, ਇੰਨੇ ਕੁ ਸਮੇਂ ਦੇ ਵਿੱਚ ਸਮੇਟੇ ਨਹੀਂ ਜਾ ਸਕਦੇ। ਪਰ ਫਿਰ ਵੀ 1-2 ਗੱਲਾਂ ਜਿਹੜੀਆਂ ਖਾਸ ਤੌਰ 'ਤੇ ਮੈਂ ਜ਼ਰੂਰ ਕਰਨਾ ਚਾਹੁੰਦੀ ਸੀ ਡਾਕਟਰ ਸੁਮੇਲ ਸਿੱਧੂ, ਉਹ ਜ਼ਰੂਰ ਕਰਨਾ ਚਾਹੁੰਦੀ ਹਾਂ। ਇੱਕ ਤਾਂ ਸ਼ਹੀਦ ਭਗਤ ਸਿੰਘ ਦੇ ਜਿਹੜੇ ਨਾਸਤਿਕ ਹੋਣ ਦੀ ਕਹਾਣੀ ਹੈ, ਉਹਦੇ ਬਾਰੇ ਬਹੁਤ ਗੱਲਾਂ ਲੋਕ ਕਰਦੇ ਆ ਜਾਂ ਸੁਣਦੇ ਆ। ਵੈਸੇ ਤਾਂ ਹੈ ਤਾਂ ਧਰਮ, ਆਪਾਂ ਦੇਖੀਏ ਹਰ ਕਿਸੇ ਦਾ ਪਰਸਨਲ ਮਸਲਾ, ਕੋਈ ਨਾਸਤਿਕ ਹੈ ਕੋਈ ਆਸਤਿਕ ਹੈ, ਹਰ ਕਿਸੇ ਦੀ ਆਪਣੀ ਚੋਇਸ ਦਾ ਮਸਲਾ ਹੋ ਸਕਦਾ। ਪਰ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਲੇਖ ਆ, ਇਹ ਵੀ ਬਹੁਤ ਸਾਰੇ ਲੋਕਾਂ ਨੇ ਪੜ੍ਹਿਆ ਹੋਊਗਾ, ਤੁਸੀਂ ਵੀ ਪੜ੍ਹਿਆ ਹੋਊਗਾ। ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਇਹਨੂੰ ਕਿਵੇਂ ਦੇਖਣਾ ਜੀ ਕਿ ਭਗਤ ਸਿੰਘ ਉਹਦੇ ਅੰਦਰ ਆਪ ਹੀ ਦੱਸਦਾ ਕਿ ਜਦੋਂ ਚੀਜ਼ਾਂ ਦੇ ਉਹਨਾਂ ਦੀ ਸਰਗਰਮੀ ਦੇ ਨਾਲ ਤੇ ਦੇਸ਼ ਦੀਆਂ ਹਾਲਤਾਂ ਨੂੰ ਸਮਝਣ ਦੇ ਲਈ ਤੇ ਸਿਧਾਂਤਕ ਜਿਹੜੇ ਮਸਲੇ ਉੱਠ ਰਹੇ ਸਨ ਉਹਨਾਂ ਦੇ ਸਹੀ ਜਵਾਬਾਂ ਦੇ ਲਈ ਭਗਤ ਸਿੰਘ ਨੂੰ ਜਦੋਂ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਮੈਨੂੰ ਇਹਨਾਂ ਦੇ ਜਵਾਬ ਖੁਦ ਲੱਭਣੇ ਪੈਣੇ ਨੇ ਤੇ ਪੜ੍ਹਨਾ ਪੈਣਾ ਤੇ ਆਪਣੇ ਆਪ ਨੂੰ ਇੰਨਾ ਸਮਰੱਥ ਕਰਨਾ ਪੈਣਾ ਕਿ ਇਹਨਾਂ ਦੇ ਜਵਾਬ ਦਿੱਤੇ ਜਾ ਸਕਣ ਤੇ ਮੈਂ ਖੁਦ ਦੇ ਸਕਾਂ, ਤਾਂ ਇਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਇੱਕ ਜਿਹੜਾ ਮਿਸਟੀਫਾਈਂਗ ਜਿਹੜਾ ਇੱਕ ਤਰੀਕਾ ਹੈ ਕਿ ਇਹਨਾਂ ਦੇ ਜਵਾਬ ਗਾਇਬ ਦੇ ਵਿੱਚੋਂ ਆਉਣਗੇ ਜਾਂ ਉੱਥੇ ਪਏ ਨੇ, ਕਿ ਇਹਨਾਂ ਸਵਾਲਾਂ, ਠੋਸ ਸਵਾਲਾਂ ਦੇ ਠੋਸ ਜਵਾਬਾਂ ਨੂੰ ਲੱਭਣ ਦੇ ਲਈ ਜਿਹੜਾ ਮੈਂ ਅਧਿਐਨ ਕੀਤਾ ਤੇ ਉਹਦੇ ਨਾਲ ਮੇਰੀ ਸ਼ਖਸੀਅਤ ਦੇ ਵਿੱਚ ਜਿਹੜਾ ਇੱਕ ਕੌਨਫੀਡੈਂਸ ਬਣਨਾ ਸ਼ੁਰੂ ਹੋਇਆ, ਉਹਦਾ ਵਿਕਾਸ ਹੋਣਾ ਸ਼ੁਰੂ ਹੋਇਆ ਕਿ ਮੈਂ ਉੱਥੋਂ ਇਸ ਪ੍ਰਕਿਰਿਆ ਦੇ ਵਿੱਚ ਪੈ ਕੇ ਮੈਨੂੰ ਇਹ ਲੱਗਣਾ ਸ਼ੁਰੂ ਹੋਇਆ ਕਿ ਮੈਨੂੰ ਜਿਹੜੇ ਪਰੰਪਰਾ ਦੇ ਦਿੱਤੇ ਹੋਏ ਜਵਾਬ ਨੇ ਉਹਨਾਂ ਦੇ ਨਾਲ ਮੇਰੀ ਤਸੱਲੀ ਨਹੀਂ ਹੋ ਰਹੀ। ਇਹਨੂੰ ਉਹ ਆਪਣੇ ਉਸ ਫੇਥ ਤੋਂ ਬਾਹਰ ਆਉਣ ਨੂੰ ਤੇ ਉਸ ਫੇਥ ਦੇ ਮੁਕਾਬਲੇ ਆਪਣਾ ਉਦਮ ਕਰਕੇ ਜਵਾਬਾਂ ਤੱਕ ਪਹੁੰਚਣ ਦੀ ਪ੍ਰਕਿਰਿਆ ਨੂੰ ਉਹ ਨਾਸਤਿਕਤਾ ਦੇ ਨਾਲ ਜੋੜਦੇ ਆ। ਪਰ ਇਹ ਜੋ ਇਹਦੇ ਅਰਥ ਬਣਾ ਲਏ ਗਏ ਨਾਸਤਿਕਵਾਦੀਆਂ ਵੱਲੋਂ ਕਿ ਜਿਵੇਂ ਨਾਸਤਿਕ ਹੋਣਾ ਹੀ ਭਗਤ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇ, ਜਾਂ ਜਿਵੇਂ ਭਗਤ ਸਿੰਘ ਇਜ਼ ਇਕੁਅਲ ਟੂ ਨਾਸਤਿਕ ਕਹਿਣ ਵਾਲਾ ਜਿਹੜਾ ਇੱਕ ਬੜਾ ਹੀ ਸੌਖਾ ਜਿਹਾ ਫਾਰਮੂਲਾ ਬਣਾ ਲਿਆ ਗਿਆ, ਉਹਦੇ ਵਿੱਚ ਜਿਹੜੀ ਗੱਲ ਨੂੰ ਉੱਪਰ ਪਰਦਾ ਪਾਇਆ ਗਿਆ ਜਾਂ ਜਿਸ ਦੇ ਉੱਪਰ ਬਣਦਾ ਧਿਆਨ ਨਾ ਦਿੱਤਾ ਗਿਆ, ਉਹ ਇਹ ਹੈ ਕਿ ਭਗਤ ਸਿੰਘ, ਮੈਂ ਪਹਿਲਾਂ ਦੱਸ ਆਇਆ ਕਿ ਉਹਨਾਂ ਦੇ ਉੱਪਰ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਹੁਤ ਅਸਰ ਪਿਆ। ਉੱਥੇ ਗਏ ਤੇ ਉਹਦਾ ਪ੍ਰਭਾਵ ਇਹਨਾਂ ਦੀ ਸ਼ਖਸੀਅਤ ਦੇ ਉੱਪਰ ਪਿਆ। ਕੋਈ ਬਹੁਤੀ ਉਮਰ ਨਹੀਂ ਸੀ ਭਗਤ ਸਿੰਘ ਉਦੋਂ, ਕੁੱਲ 12-13 ਸਾਲਾਂ ਦੇ ਸਨ। ਅਗਲੇ ਹੀ ਸਾਲ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ, ਭਗਤ ਸਿੰਘ ਉੱਥੇ ਜਾਂਦੇ ਆ, ਬਹੁਤ ਅਸਰ ਮੰਨਦੇ ਆ ਉਸ ਅਕਾਲੀ ਲਹਿਰ ਦੇ ਜਿੱਥੋਂ ਮੁੱਢ ਵੱਜਿਆ ਜਿਸ ਖੂਨੀ ਸਾਕੇ ਤੋਂ। ਉੱਥੋਂ ਉਹ ਆਉਂਦੇ ਹੋਏ ਕਾਲੀ ਪੱਗ ਬੰਨ੍ਹਦੇ ਆ ਜਿਹੜੀ ਕਿ ਅਕਾਲੀਆਂ ਨੇ ਉਸ ਸਮੇਂ ਰੰਗ ਚਲਾ ਦਿੱਤਾ ਹੋਇਆ ਸੀ ਪ੍ਰੋਟੈਸਟ ਦੇ ਵਜੋਂ। ਆਪਣੀ ਭੈਣ ਦੇ ਲਈ ਕਾਲੀ ਚੁੰਨੀ ਤੇ ਆਪਣੇ ਲਈ ਕਾਲੀ ਪੱਗ ਲੈ ਕੇ ਆਉਂਦੇ ਆ। 5 ਗ੍ਰੰਥੀ ਦਾ ਗੁਟਕਾ ਉਹ ਉੱਥੋਂ ਲੈ ਕੇ ਆਉਂਦੇ ਆ ਤੇ ਪਾਠ ਕਰਨਾ ਸ਼ੁਰੂ ਕਰਦੇ ਆ। ਉਹਨਾਂ ਦੀ ਦਿਲਚਸਪੀ ਇੱਧਰਲੇ ਪਾਸੇ ਵਧਣੀ ਸ਼ੁਰੂ ਹੁੰਦੀ ਹੈ। ਤੀਜਾ ਉਹਨਾਂ ਦੇ ਉੱਪਰ ਜਿਹੜਾ ਵੱਡਾ ਇਨਫਲੂਐਂਸ ਪੈਂਦਾ ਉਹ ਮਹਾਤਮਾ ਗਾਂਧੀ ਦੇ ਨਾ ਮਿਲਵਰਤਨ ਅੰਦੋਲਨ ਦਾ ਪੈਂਦਾ, ਜਦੋਂ ਲੋਕ ਆਪਣੀਆਂ ਸਰਕਾਰੀ ਨੌਕਰੀਆਂ, ਸਰਕਾਰੀ ਪੜ੍ਹਾਈ ਤੇ ਹੋਰ ਸਾਰੇ ਮਿਲੇ ਹੋਏ ਇਨਾਮਾਂ ਸਨਮਾਨਾਂ ਦੀ ਹੋਲੀ ਜਲਾ ਰਹੇ ਸਨ ਤੇ ਉਹਦੇ ਤੋਂ ਬਾਹਰ ਆਉਣ ਦਾ, ਅੰਗਰੇਜ਼ਾਂ ਤੋਂ ਦੇ ਗੁਲਾਮੀ ਤੋਂ ਬਾਹਰ ਆਉਣ ਦਾ ਇੱਕ ਪ੍ਰਤੀਕਾਤਮਕ ਇਜ਼ਹਾਰ ਕਰ ਰਹੇ ਸਨ। ਭਗਤ ਸਿੰਘ ਉਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਸ਼ਾਮਿਲ ਹੁੰਦਾ ਹੈ
ਤੇ ਚੌਰੀ ਚੌਰਾ ਦੀ ਹਿੰਸਕ ਘਟਨਾ ਤੋਂ ਬਾਅਦ ਜਦੋਂ ਮਹਾਤਮਾ ਗਾਂਧੀ ਨੇ ਪਹਿਲਾਂ ਇਹ ਜਿਹੜਾ ਨਾਅਰਾ ਦਿੱਤਾ ਹੋਇਆ ਸੀ ਕਿ ਜੇ ਤੁਸੀਂ ਮੇਰੇ ਇਹਨਾਂ ਅਸੂਲਾਂ ਦੇ ਉੱਪਰ ਚੱਲੋਗੇ ਤਾਂ 1 ਸਾਲ ਦੇ ਵਿੱਚ ਮੈਂ ਸਵਰਾਜ ਹਾਸਲ ਕਰਾਂਗਾ। ਉਹ 1 ਸਾਲ ਵਾਲਾ ਜਿਹੜੀ ਇੱਕ ਹੱਦ ਸੀ ਉਹਨੇ ਬਹੁਤ ਵੱਡਾ ਉਬਾਲ ਲਿਆਂਦਾ ਮੁਲਕ ਦੇ ਵਿੱਚ। ਹਿੰਦੂ ਮੁਸਲਮਾਨਾਂ ਦੀ ਏਕਤਾ ਹੋਈ। ਭਗਤ ਸਿੰਘ ਦੇ ਉੱਪਰ ਇਸ ਅੰਦੋਲਨ ਦੇ ਵਿੱਚ ਸ਼ਿਰਕਤ ਕਰਨ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਤੁਸੀਂ ਚੀਜ਼ਾਂ ਨੂੰ ਸਿੱਖਦੇ ਹੋ। ਜਦੋਂ ਨਿਕਲੇ ਹੋਏ ਹੁੰਦੇ ਨੇ ਸੜਕਾਂ ਦੇ ਵਿੱਚ, ਤੁਹਾਡੀ ਚੇਤਨਾ ਦੇ ਵਿੱਚ ਬਹੁਤ ਇਜ਼ਾਫਾ ਹੁੰਦਾ, ਬਹੁਤ ਤੇਜ਼ੀ ਦੇ ਨਾਲ ਤੁਸੀਂ ਮੰਜ਼ਿਲਾਂ ਤੈਅ ਕਰਦੇ ਹੋ। ਤੀਜੀ ਜਿਹੜੀ ਗੱਲ ਹੋਈ ਕਿ ਜਦੋਂ ਮਹਾਤਮਾ ਗਾਂਧੀ ਉਸ ਹਿੰਸਕ ਘਟਨਾ ਤੋਂ ਬਾਅਦ ਇਸ ਅੰਦੋਲਨ ਨੂੰ ਵਾਪਸ ਲੈ ਲੈਂਦੇ ਨੇ ਤਾਂ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਜਾਂਦਾ ਹੈ। ਭਗਤ ਸਿੰਘ ਡਿਸਓਰੀਐਂਟਡ ਮਹਿਸੂਸ ਕਰਦਾ ਹੈ ਕਿ ਹੁਣ ਕੀ ਕਰੀਏ, ਇਸ ਦੇ ਵਿੱਚ ਸਾਡੇ ਕੋਲ ਕੋਈ ਰਾਹ ਨਹੀਂ ਹੈ। ਤੇ ਮਹਾਤਮਾ ਗਾਂਧੀ ਤੋਂ ਉਹਨਾਂ ਦਾ ਇੱਕ ਫਾਸਲਾ, ਇੱਕ ਦੂਰੀ ਬਣਨੀ ਸ਼ੁਰੂ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਤੇ ਸ਼ੱਕ ਕਰਨਾ ਵੀ ਸ਼ੁਰੂ ਕਰਦੇ ਨੇ। ਪਰ ਇੱਕ ਬਹੁਤ ਵੱਡਾ ਕੰਮ ਕਰਦਾ ਹੈ ਜਿਹੜੀ ਕਿ ਉਹਨਾਂ ਦੀ ਆਜ਼ਾਦ ਖਿਆਲੀ ਦੇ ਲਈ ਮੈਨੂੰ ਲੱਗਦਾ ਕਿ ਇਹ ਹੈ ਜਿੱਥੇ ਉਹਨੇ ਪੰਜਾਬ ਦੀ ਜਵਾਨੀ ਦੇ ਸਾਹਮਣੇ ਪ੍ਰਤਿਮਾਨ ਖੜਾ ਕਰਕੇ ਦਿੱਤਾ। ਭਗਤ ਸਿੰਘ ਇਸ ਫੈਸਲੇ ਤੇ ਆਉਂਦਾ ਹੈ ਕਿ ਜੇ ਮਹਾਤਮਾ ਗਾਂਧੀ ਅਗਵਾਈ ਨਹੀਂ ਦੇ ਰਹੇ ਤੇ ਆਹ ਉਹਨਾਂ ਦੀਆਂ ਸੀਮਤਾਈਆਂ ਨੇ ਤਾਂ ਫਿਰ ਸਿਰਫ ਉਹਨਾਂ ਨੂੰ ਬੁਰਾ ਕਹਿ ਕੇ ਤੇ ਆਪ ਘਰੇ ਬਹਿ ਜਾਣ ਦੇ ਨਾਲ ਮੇਰਾ ਕੰਮ ਖਤਮ ਨਹੀਂ ਹੋ ਜਾਂਦਾ। ਮੈਨੂੰ ਉਹਨਾਂ ਦੇ ਬਰਾਬਰ ਆਪਣਾ ਸਮਾਨਾਂਤਰ ਰਾਹ ਖੋਜਣਾ ਪਏਗਾ ਵਿਚਾਰਾਂ ਦੇ ਵਿੱਚ, ਅੰਦੋਲਨ ਦੀਆਂ ਪ੍ਰਸਥਿਤੀਆਂ ਦੇ ਮੁਤਾਬਕ ਤੇ ਸਰਗਰਮੀ ਦੇ ਨਵੇਂ ਸਿਸਟਮ ਨੂੰ ਲੱਭਣਾ ਪਏਗਾ। ਔਰ ਉਹ ਫਿਰ ਇਧਰਲੇ ਪਾਸੇ ਆਪਣੀ ਵਿਚਾਰਕ ਤਿਆਰੀ ਦੇ ਵੱਲ ਲੱਗਦੇ ਆ ਤੇ ਜਿੱਥੇ ਉਹਨਾਂ ਦੀ ਮਦਦ ਹੁੰਦੀ ਹੈ ਕਿ ਜਿਹੜਾ ਨੈਸ਼ਨਲ ਕਾਲਜ ਜਿਹੜਾ ਬ੍ਰੈਡਲਾਅ ਹਾਲ ਦੇ ਵਿੱਚ ਚੱਲਦਾ ਹੈ ਲਾਹੌਰ ਦੇ ਵਿੱਚ, ਜਿਹਨੂੰ ਕਿ ਪੁਰਾਣੀ ਜਨਰੇਸ਼ਨ ਦੇ ਕ੍ਰਾਂਤੀਕਾਰੀ ਜਿਹੜੇ ਉਹਨੂੰ ਚਲਾ ਰਹੇ ਨੇ ਕਿ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਲਈ ਤੇ ਅੰਦੋਲਨਾਂ ਦੇ ਲਈ ਸਿਖਲਾਈ ਇੱਥੇ ਦਿੱਤੀ ਜਾਵੇ। ਭਗਤ ਸਿੰਘ ਉੱਥੇ, ਇਹ ਗੱਲ ਉਹਨਾਂ ਦੇ ਅਧਿਆਪਕ ਕਹਿੰਦੇ ਨੇ ਔਰ ਇਹ ਸੁਣਨ ਵਾਲੀ ਗੱਲ ਹੈ ਸਾਡੇ ਸਰੋਤਿਆਂ ਦੇ ਲਈ ਕਿ ਭਗਤ ਸਿੰਘ ਦੀ ਖਾਸ ਮੁਹਾਰਤ ਹੈ ਇਕਨੋਮਿਕ ਹਿਸਟਰੀ ਆਫ ਯੂਰਪ ਨੂੰ ਪੜ੍ਹਨ ਦੇ ਉੱਪਰ। ਸੋਸ਼ਲ ਤੇ ਇਕਨੋਮਿਕ ਹਿਸਟਰੀ ਆਫ ਯੂਰਪ ਦੇ, ਉਹ ਕਿ ਯੂਰਪ ਇੱਥੋਂ ਤੱਕ ਕਿਵੇਂ ਪਹੁੰਚਿਆ, ਉਹਦੇ ਆਰਥਿਕ ਇਤਿਹਾਸ ਦੇ ਵਿੱਚ ਕੀ ਹੋਇਆ, ਉਹਦੇ ਨਾਲ ਸਮਾਜੀ ਵਿਵਸਥਾ ਦੇ ਵਿੱਚ ਕੀ ਪਰਿਵਰਤਨ ਆਏ ਤੇ ਰਾਜਨੀਤਿਕ ਤੌਰ ਦੇ ਉੱਪਰ ਉਹਨੇ ਨਵੀਆਂ ਅੰਦੋਲਨਾਂ ਤੇ ਨਵੀਆਂ ਸਥਿਤੀਆਂ ਨੂੰ ਕਿਵੇਂ ਜਨਮ ਦਿੱਤਾ। ਭਗਤ ਸਿੰਘ ਦਾ ਖਾਸ ਏਰੀਆ ਸੀ ਯੂਰਪ ਦੇ ਇਤਿਹਾਸ ਤੇ ਮੁਹਾਰਤ ਹਾਸਲ ਕਰਨਾ ਔਰ ਉਹਨਾਂ ਦੀ ਪੜ੍ਹਾਈ ਮਸ਼ਹੂਰ ਸੀ। ਤੁਸੀਂ ਉਹਨਾਂ ਦੀ ਮਾਤਾ ਜੀ ਦਾ ਰੈਫਰੈਂਸ ਦੇ ਹੀ ਦਿੱਤਾ, ਮੈਂ ਉਹਦੇ ਵਿਸਥਾਰ 'ਚ ਨਹੀਂ ਜਾਊਂਗਾ। ਨਹੀਂ, ਇਹਦੇ ਵਿੱਚ ਵੀ ਕਰਨ ਵਾਲੀਆਂ ਅਸੰਖ ਗੱਲਾਂ ਨੇ। ਸਮਝਣ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਅਧਿਆਪਕਾਂ ਨੂੰ ਬਾਅਦ 'ਚ ਜਦੋਂ ਪੁੱਛਿਆ ਗਿਆ ਛਬੀਲ ਦਾਸ ਹੁਣਾਂ ਜੀ ਨੂੰ ਕਿ ਭਗਤ ਸਿੰਘ ਵਰਗਾ ਕੋਈ ਹੋਰ ਸਟੂਡੈਂਟ ਜਾਂ ਤੁਸੀਂ ਉਸ ਤੋਂ ਬਾਅਦ ਉਹ ਕਾਲਜ ਨੂੰ ਕਿਉਂ ਨਹੀਂ ਰੱਖਿਆ, ਤੇ ਜਿਹੜਾ ਉਹਨਾਂ ਦਾ ਜਵਾਬ ਹੈ ਉਹ ਇਹ ਕਹਿੰਦੇ ਹੈ ਕਿ ਦੇਖੋ ਅਸੀਂ ਭਗਤ ਸਿੰਘ ਨੂੰ ਪੜ੍ਹਾਇਆ, ਉਹਨੂੰ ਪੜ੍ਹਦਿਆਂ ਵੇਖਿਆ ਤੇ ਕਹਿੰਦੇ ਸੱਚ ਜਾਣਿਓ ਕਿ ਉਹਦੇ ਤੋਂ ਬਾਅਦ ਹੁਣ ਕਿਸੇ ਹੋਰ ਨੂੰ ਪੜ੍ਹਾਉਣ ਦੀ ਨਾ ਉਹ ਜਲਵਾ ਵੇਖਣ ਤੋਂ ਬਾਅਦ ਹੁਣ ਸਾਡੀ ਕੋਈ ਉਹਦੇ ਅੰਦਰ ਕੋਈ ਬਹੁਤੀ ਰੁਚੀ ਨਹੀਂ ਰਹਿ ਗਈ ਕਿ ਕੋਈ ਉਹਦੇ ਵਰਗਾ ਵਿਦਿਆਰਥੀ ਦੁਬਾਰਾ ਆਏਗਾ ਕਿ ਨਹੀਂ ਆਏਗਾ। ਸੁਮੇਲ ਸਿੱਧੂ ਜੀ, ਆਪਣੇ ਵਿਦਿਆਰਥੀਆਂ ਜੀ ਇਹ ਤੁਸੀਂ ਗੱਲ ਕਰ ਦਿੱਤੀ ਕਿ ਉਹਨਾਂ ਦੇ ਅਧਿਆਪਕ ਦਾ ਮਤਲਬ ਇਹ ਉਦਾਸੀ ਭਰਿਆ ਜਵਾਬ ਸੀ ਕਿ ਉਹੋ ਜਿਹਾ ਅਧਿਆਪਕ, ਉਹੋ ਜਿਹਾ ਉਹਨਾਂ ਨੂੰ ਵਿਦਿਆਰਥੀ ਮੁੜ ਕੇ ਨਹੀਂ ਮਿਲਿਆ। ਹੁਣ ਇੱਕ ਤਾਂ ਸਮਾਂ ਮੇਰੇ ਕੋਲ ਥੋੜ੍ਹਾ ਹੈ, ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਜਿੱਥੇ ਅਸੀਂ ਇਤਿਹਾਸ ਦੀਆਂ ਗੱਲਾਂ ਇਸ ਵੇਲੇ ਕਰਦੇ ਹਾਂ, ਹਰ ਸਾਲ ਅਸੀਂ 23 ਮਾਰਚ ਨੂੰ ਭਗਤ ਸਿੰਘ ਨੂੰ ਯਾਦ ਕਰ ਲੈਂਦੇ ਹਾਂ, ਉਹਨਾਂ ਦੀ ਸੋਚ ਦੀ ਗੱਲ ਕਰ ਲੈਂਦੇ ਹਾਂ। ਪੂਰਾ ਸਾਲ ਪਿਆ ਹੁੰਦਾ ਜਦੋਂ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਜਾਂ ਇਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੁੰਦਾ। ਕੀ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੂੰ ਉਸ ਤਰ੍ਹਾਂ ਦੀ ਥਾਂ ਮਿਲੀ ਆ ਜਾਂ ਉਸ ਤਰ੍ਹਾਂ ਪੜ੍ਹਾਇਆ ਗਿਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ? ਹਾਂ ਵੀ ਤੇ ਨਹੀਂ ਵੀ, ਕਿਉਂਕਿ ਇਤਿਹਾਸ ਦਾ ਕੋਈ ਸਿਲੇਬਸ ਤੇ ਜਦੋਂ ਅਸੀਂ ਅਗਾਂਹ ਦੀਆਂ ਥਾਵਾਂ ਤੇ ਜਾਂਦੇ ਹਾਂ ਨਾ, ਜਦੋਂ ਅਸੀਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਤੇ ਉੱਥੇ ਕੋਈ ਨਿਸ਼ਚਿਤ ਸਿਲੇਬਸ ਨਹੀਂ ਹੁੰਦਾ ਕਿ ਆਹ ਹੀ ਕਿਤਾਬਾਂ ਨੇ। ਠੀਕ ਹੈ। ਸਾਨੂੰ ਆਦਤ ਪੈ ਚੁੱਕੀ ਹੈ ਕਿ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਉਹਨਾਂ ਨੂੰ ਪਾਓ ਤੇ ਇਹਨਾਂ ਦੇ ਉੱਪਰ ਇਹ ਕਰੋ। ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਹਾਂ, ਜਿਹੜੀ ਹਿੰਦੁਸਤਾਨ ਦੇ ਆਜ਼ਾਦੀ ਸੰਘਰਸ਼ ਦੀ ਜਿਹੜੀ ਇਤਿਹਾਸਕਾਰੀ ਹੋਈ, ਇਹਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਨੈਸ਼ਨਲਿਸਟ ਹਿਸਟੋਰੀਓਗ੍ਰਾਫੀ ਦਾ ਰਿਹਾ। ਉਹਨੇ ਕਾਂਗਰਸ ਨੂੰ ਬੁਨਿਆਦੀ ਤੌਰ ਦੇ ਉੱਪਰ ਇਸ ਆਜ਼ਾਦੀ ਦੇ ਸੰਘਰਸ਼ ਦੇ ਕੇਂਦਰ ਦੇ ਵਿੱਚ ਰੱਖ ਕੇ ਤੇ ਬਾਕੀਆਂ ਧਿਰਾਂ ਨੂੰ ਗੌਣ ਕਰਨ ਦਾ ਇੱਕ ਪ੍ਰੋਸੈਸ ਚੱਲਿਆ। ਮਾਰਕਸਵਾਦੀ ਹੋਣ, ਹੋਰ ਹੋਣ, ਅਕਾਲੀ ਹੋਣ, ਭਗਤ ਸਿੰਘ ਹੁਣੀ ਹੋਣ, ਇਹਨਾਂ ਨੂੰ ਉਹਨਾਂ ਨੇ ਇੰਨਾ ਬਣਦਾ ਥਾਂ
ਨਹੀਂ ਦਿੱਤਾ। ਫਿਰ ਮਾਰਕਸਵਾਦੀ ਇਤਿਹਾਸਕਾਰੀ ਦਾ ਜਿਹੜਾ ਇੱਕ ਸਕੂਲ ਖੜਾ ਹੋਇਆ, ਉਹਦੇ ਵਿੱਚ ਕੁਛ ਇਸ ਕਿਸਮ ਦਾ ਸਾਨੂੰ ਰੁਝਾਨ ਦਿਸਣਾ ਸ਼ੁਰੂ ਹੋਇਆ ਕਿ ਹੋਰ ਜਿਹੜੀਆਂ ਚੀਜ਼ਾਂ ਦੇ ਵੱਲ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਸੀ ਉਹਨਾਂ ਨੂੰ ਕੇਂਦਰ 'ਚ ਲਿਆਂਦਾ ਗਿਆ। ਤੀਜਾ, ਸਬੋਲਟਨ ਸਕੂਲ ਨੇ ਹਜੇ ਤੱਕ ਉਹਨਾਂ ਧਿਆਨ ਨਹੀਂ ਦਿੱਤਾ, ਪਰ ਭਗਤ ਸਿੰਘ ਦੇ ਵਿੱਚ ਦਿਲਚਸਪੀ ਲਗਾਤਾਰ ਵੱਧਦੀ ਗਈ ਹੈਗੀ ਹੈ ਸਕਾਲਰਸ ਦੀ, ਤੇ ਹੁਣ ਉਹਨਾਂ ਦੇ ਉੱਪਰ ਚੱਲੇ ਮੁਕੱਦਮੇ ਦੀ, ਉਹਨਾਂ ਦੇ ਵਿਚਾਰਾਂ ਦੀ, ਉਹਨਾਂ ਦੇ ਦੋਸਤੀਆਂ ਦੀ, ਉਹਨਾਂ ਦੀਆਂ ਸੰਸਥਾਵਾਂ ਦੇ ਉੱਪਰ ਵੱਖ-ਵੱਖ ਕਿਤਾਬਾਂ ਆ ਰਹੀਆਂ ਨੇ। ਲਗਾਤਾਰ ਇਹਦਾ ਜਿਹੜਾ ਘੇਰਾ ਹੈ ਉਹ ਵਸੀਹ ਹੁੰਦਾ ਜਾ ਰਿਹਾ ਹੈ, ਤੇ ਉਹਦੇ ਵਿੱਚੋਂ ਭਗਤ ਸਿੰਘ ਹੁਣਾਂ ਦੇ ਉਸ ਦੌਰ ਦੇ ਬਾਰੇ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ, ਹਿੰਦੁਸਤਾਨੀ ਪੰਜਾਬ ਜਾਂ ਦਿੱਲੀ ਦੇ ਵਿੱਚ ਵੀ, ਹੋਰਾਂ ਥਾਵਾਂ ਦੇ ਉੱਪਰ ਦਿਲਚਸਪੀ ਪਹਿਲਾਂ ਦੇ ਨਾਲੋਂ ਵਧੀ ਹੈ, ਤੇ ਲੋਕ ਜਿਹੜੇ ਸਟੂਡੈਂਟਸ ਨੇ, ਜਿਹੜੇ ਪੜ੍ਹਨ ਵਾਲੇ ਨੇ, ਉਹਨਾਂ ਦੀਆਂ ਪੀੜ੍ਹੀਆਂ ਤਿਆਰ ਹੋਈਆਂ ਨੇ ਜਿਹੜੀਆਂ ਭਗਤ ਸਿੰਘ ਨੂੰ ਥੋੜਾ ਬਿਹਤਰ ਜਾਣਦੀਆਂ ਨੇ। ਸੋ ਮੈਂ ਇਹ ਕਹੂੰਗਾ ਕਿ ਇਹ ਵੱਧ ਰਿਹਾ ਰੁਝਾਨ। ਓਕੇ, ਸੋ ਉਸ ਵੇਲੇ ਜਿਸ ਕਿਤਾਬ ਦਾ ਪੰਨਾ ਉਹਨਾਂ ਨੇ ਮੋੜ ਦਿੱਤਾ, ਉਸ ਤੋਂ ਬਾਅਦ ਸ਼ਾਇਦ ਜਿਹੜੇ ਪੜ੍ਹਨ ਵਾਲੇ ਕਿਹੋ ਜਿਹੇ ਆਏ ਆ ਜਾਂ ਕੀ ਕੁਝ ਪੜ੍ਹ ਰਹੇ ਆ ਇਹ ਤਾਂ ਪਤਾ ਨਹੀਂ ਹੈ, ਪਰ ਜਿਹੋ ਜਿਹਾ ਦੌਰ ਇਸ ਵੇਲੇ ਚੱਲ ਰਿਹਾ, ਅੱਜ ਵੀ ਗੱਲਾਂ ਉਹ ਚੱਲ ਰਹੀਆਂ ਨੇ ਕਿ ਭਾਰਤ ਚੰਗੀ ਤਰ੍ਹਾਂ ਆਜ਼ਾਦ ਨਹੀਂ ਹੋਇਆ, ਅੱਜ ਵੀ ਗੁਲਾਮੀ ਦੀਆਂ ਗੱਲਾਂ ਚੱਲ ਰਹੀਆਂ ਨੇ। ਕਿ ਜੇ ਨੌਜਵਾਨ ਅੱਜ ਵੀ ਭਗਤ ਸਿੰਘ ਨੂੰ ਪੜ੍ਹਨਾ ਸ਼ੁਰੂ ਕਰ ਦੇਣ, ਤੁਹਾਨੂੰ ਲੱਗਦਾ ਹੈ ਕਿ ਵੀ ਅਗੇਨ ਕੋਈ ਕਿਸੇ ਤਰ੍ਹਾਂ ਦੀ ਲਹਿਰ ਖੜੀ ਹੋ ਸਕਦੀ ਹੈ? ਭਗਤ ਸਿੰਘ ਨੂੰ ਪੜ੍ਹਨਾ ਚਾਹੀਦਾ, ਪਰ ਅਸੀਂ ਕੀ ਸੋਚ ਕੇ ਪੜ੍ਹਨਾ ਚਾਹ ਰਹੇ ਹਾਂ ਭਗਤ ਸਿੰਘ ਨੂੰ, ਇਹ ਵੱਡਾ ਸਵਾਲ ਹੈ ਕਿ ਅਸੀਂ ਕਿਹੜੇ ਕਿਸਮ ਦੇ ਸਵਾਲ ਲੈ ਕੇ ਭਗਤ ਸਿੰਘ ਕੋਲ ਜਾਂਦੇ ਹਾਂ। ਮੈਂ ਇਹ ਸਮਝਦਾ ਹਾਂ ਕਿ ਜਦੋਂ ਅਸੀਂ ਭਗਤ ਸਿੰਘ ਨੂੰ ਇੱਕ ਪੂਰਾ ਪਰਫੈਕਟ ਚਿੰਤਕ ਮੰਨ ਲੈਂਦੇ ਹਾਂ, ਜੇ ਉਹਨਾਂ ਨੇ ਇੰਨਾ ਲਿਖ ਦਿੱਤਾ, ਉਹਨਾਂ ਨੂੰ ਪੜ੍ਹ ਲਓ, ਉਹਦੇ ਚੋਂ ਸਾਰੇ ਜਵਾਬ ਮਿਲ ਜਾਣਗੇ, ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਭਗਤ ਸਿੰਘ ਦੀ ਜਦੋਜਹਿਦ ਦੇ ਨਾਲ ਇਨਸਾਫ ਨਹੀਂ ਕਰ ਰਹੇ। ਭਗਤ ਸਿੰਘ ਨੇ ਹਜੇ ਤੱਕ ਜਿਹੜੀਆਂ ਵੀ ਕਿਤਾਬਾਂ ਲਿਖੀਆਂ ਉਹ ਪੈਂਫਲੇਟਸ ਹਨ, ਬੁਕਲੈਟਸ ਹਨ, ਉਹ ਕੋਈ ਕਿਤਾਬ ਹਜੇ ਨਹੀਂ ਬਣੀ। ਜਿਹੜੀ ਜੇਲ ਨੋਟਬੁੱਕ ਤੁਸੀਂ ਐਂਟੋਨੀਓ ਗ੍ਰਾਮਸ਼ੀ ਦੀਆਂ ਦੇਖੋ, ਉਹਨਾਂ ਨੂੰ ਤੇ ਸਮਾਂ ਵੀ ਬਹੁਤ ਮਿਲਿਆ, ਪਰ ਉਹਦੇ ਅੰਦਰ ਇੱਕ ਭਰਵਾਂ ਐਨਾਲਿਸਿਸ ਹੈ, 3 ਵੱਡੀਆਂ ਵੋਲਿਊਮਸ ਦੇ ਵਿੱਚ ਉਹ ਆਉਂਦੀਆਂ ਨੇ। ਜਵਾਹਰ ਲਾਲ ਨਹਿਰੂ ਨੇ ਇੰਨਾ ਲਿਖਿਆ, ਉਹਦੀਆਂ ਘੱਟੋ ਘੱਟ 50-60 ਵੋਲਿਊਮਸ ਬਣ ਜਾਂਦੀਆਂ ਨੇ। ਹੋਰਾਂ ਬੰਦਿਆਂ ਨੇ, EMS ਨੰਬੂਦਰੀਪਾਦ ਨੇ 100 ਵੋਲਿਊਮਸ ਦੇ ਵਿੱਚ ਲਿਖਿਆ, ਮਹਾਤਮਾ ਗਾਂਧੀ ਦੀਆਂ 100 ਵੋਲਿਊਮਸ ਬਣਦੀਆਂ ਨੇ। ਭਗਤ ਸਿੰਘ ਨੂੰ ਬਹੁਤ ਘੱਟ ਸਮਾਂ ਮਿਲਿਆ ਉਮਰ ਦੇ ਵੱਲੋਂ, ਤੇ ਉਹਦੇ ਵਿੱਚ ਉਹ ਜਿੰਨਾ ਕਰ ਗਿਆ, ਉਹਦੇ ਵਿੱਚੋਂ ਸਾਨੂੰ ਜਿਹੜੀ ਗੱਲ ਦਾ ਪਤਾ ਲੱਗਦਾ ਹੈ ਕਿ ਇੱਕ ਇਨਕਲਾਬੀ ਵਿਚਾਰਕ ਤੌਰ ਤੇ ਸਮਰੱਥ ਹੋਣ ਦੀ ਪ੍ਰਕਿਰਿਆ ਦੇ ਵਿੱਚ ਪਿਆ ਹੋਇਆ ਹੈ। ਕਿ ਸਾਨੂੰ ਉਸ ਪ੍ਰਕਿਰਿਆ ਦੇ ਬਾਰੇ, ਉਸ ਪ੍ਰੋਸੈਸ ਦੇ ਬਾਰੇ ਜਾਣਕਾਰੀ ਮਿਲਦੀ ਹੈ, ਜਿਹੜੀ ਕਿ ਇੱਕ ਕਿਸਮ ਦੀ ਬੌਧਿਕ ਸਫਾਈ ਦੇ ਲਈ ਜ਼ਰੂਰੀ ਹੈ, ਤੁਹਾਡੇ ਦਿਸਹੱਦਿਆਂ ਨੂੰ ਜਿਹੜੀ ਹੋਰ ਕਲੀਅਰ ਕਰਦੀ ਹੈ, ਤੁਹਾਡੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਦੀ ਇੱਕ ਨਿਸ਼ਾਨਦੇਹੀ ਕਰਦੀ ਹੈ, ਤੇ ਤੁਸੀਂ ਲਗਾਤਾਰ ਅਧਿਐਨ ਦੇ ਨਾਲ ਤੇ ਆਪਣੇ ਅਨੁਭਵ ਦੇ ਨਾਲ, ਜਿਹੜੀ ਗੱਲ ਭਗਤ ਸਿੰਘ ਤੋਂ ਸਿੱਖਣ ਵਾਲੀ ਹੈ ਕਿ ਉਹਨੇ ਇਕੱਲਾ ਕਿਤਾਬਾਂ ਪੜ੍ਹ ਕੇ ਨਹੀਂ ਆਪਣੀਆਂ ਸਾਰੀਆਂ ਗੱਲਾਂ ਬਣਾਈਆਂ। ਸਾਡੇ ਬਹੁਤੇ ਬੰਦੇ ਇਹ ਗਲਤੀ ਕਰਦੇ ਨੇ ਭਗਤ ਸਿੰਘ ਦੇ ਬਾਰੇ। ਭਗਤ ਸਿੰਘ ਨੇ ਆਪਣੇ ਜੀਵਨ ਦੇ ਅਨੁਭਵ, ਆਪਣੀਆਂ ਸਰਗਰਮੀਆਂ ਚੋਂ ਹਾਸਲ ਹੋਏ ਸਬਕਾਂ ਤੇ ਸਿੱਟਿਆਂ ਨੂੰ ਲਗਾਤਾਰ ਆਪਣੀ ਪੜ੍ਹਾਈ ਦੇ ਨਾਲ, ਦੋਵਾਂ ਦੇ ਨਾਲ ਜਸਟਿਸ ਕਰਦਿਆਂ ਹੋਇਆਂ, ਉਹਨੇ ਆਪਣੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਚੋਂ ਬਿਹਤਰ ਰੌਸ਼ਨੀ ਹਾਸਲ ਕੀਤੀ। ਉਹ ਕੋਈ ਕਿਤਾਬਾਂ ਦੇ ਵਿੱਚ ਲਿਖੀ ਹੋਈ ਗੱਲ ਦਾ ਗੁਲਾਮ ਨਹੀਂ ਹੋ ਗਿਆ ਜਿਵੇਂ ਸਾਡੇ ਵਿਦਵਾਨ ਹੋ ਗਏ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਜਿਹੜੇ ਪੰਜਾਬ ਦੇ ਮਾਰਕਸਵਾਦੀ ਨੇ, ਤੇ ਪਾਸ਼ ਦਾ ਵੀ ਅੱਜ ਸ਼ਹਾਦਤ ਦਿਵਸ ਹੈ, ਉਹ ਇੱਕ ਗੱਲ ਕਹਿੰਦਾ ਕਿ ਸਾਡੇ ਮਾਰਕਸਵਾਦੀ ਬਹੁਤੇ ਸਿਆਣੇ ਨਹੀਂ ਹਨ। ਇਹ ਉਹਦੀ ਲਾਈਨ ਹੈ ਪੰਜਾਬ ਦੇ ਮਾਰਕਸਵਾਦੀਆਂ ਬਾਰੇ। ਹਾਂਜੀ, ਪੜ੍ਹ ਰਹੀ ਸੀ ਮੈਂ। ਤੇ ਇਹਨਾਂ ਦੇ ਕੋਲ ਆਪਣੇ ਅਨੁਭਵ ਦੀ ਜਾਂ ਆਪਣੀ ਮਿੱਟੀ ਹੀ ਇਹਨਾਂ ਦੇ ਕੋਲ ਨਹੀਂ ਹੈ। ਇਹ ਜਿਹੜਾ ਸ਼ਬਦ ਹੈ ਨਾ ਕਿ ਇਹਨਾਂ ਦੇ ਕੋਲ ਆਪਣੀ ਮਿੱਟੀ ਨਹੀਂ ਹੈ, ਇਹਦੇ ਉੱਪਰ ਗੌਰ ਕਰਨ ਦੀ ਲੋੜ ਹੈ ਕਿ ਇਹਨਾਂ ਦੇ ਕੋਲ ਆਪਣੇ ਅਨੁਭਵ ਦੀ ਜ਼ਮੀਨ ਨਹੀਂ ਹੈ, ਇਹਨਾਂ ਦੇ ਕੋਲ ਆਪਣੇ ਲੋਕਾਂ ਦੇ ਬਣਾਏ ਗਏ ਇਤਿਹਾਸ ਦੇ ਵਿੱਚ ਰਚਣ ਦੀ ਕਾਬਲੀਅਤ ਨਹੀਂ ਹੈ। ਇਹ ਆਪਣੇ ਪੜ੍ਹੇ ਹੋਏ ਨੂੰ ਲੋਕਾਂ ਦੇ ਅਨੁਭਵ ਦੇ ਉੱਪਰ ਲੱਦ ਦੇਣ ਨੂੰ ਇਹ ਮਾਰਕਸਵਾਦ ਤੇ ਬੜਾ ਵਿਕਾਸ ਤੇ ਨਾਸਤਿਕਤਾ ਤੇ ਇਹ ਸਾਰੀਆਂ ਗੱਲਾਂ ਮਿਲਾ ਕੇ ਇਹ ਕਹਿੰਦੇ ਨੇ, ਤੇ ਇਸ ਗੱਲ ਦੇ ਉੱਪਰ ਕੋਈ ਤਬਸਰਾ ਕਰਨ ਨੂੰ ਇਹ ਤਿਆਰ ਨਹੀਂ ਕਿ 100 ਸਾਲਾਂ ਤੋਂ ਮਾਰਕਸਵਾਦੀ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਤੇ ਪੰਜਾਬ ਦੇ ਲੋਕ ਕਿਹੜੀਆਂ ਥਾਵਾਂ ਦੇ ਉੱਪਰ ਜਾ ਕੇ ਹੁੰਗਾਰਾ ਭਰ ਰਹੇ ਨੇ,
ਕਿਉਂ ਡੇਰੇ ਇੰਨੇ ਵੱਧ ਗਏ ਨੇ ਇਸ ਸਾਇੰਸ ਦੇ ਦੌਰ ਦੇ ਵਿੱਚ? ਪਹਿਲਾਂ 50ਵੇਂ 60ਵੇਂ 70ਵੇਂ 80ਵੇਂ ਦੇ ਵਿੱਚ ਤੇ ਇੰਨੇ ਨਹੀਂ ਹੁੰਦੇ ਸਨ। ਜਦੋਂ ਬਾਕੀ ਸਾਰੇ ਪਾਸੇ ਤਰੱਕੀ ਹੋ ਰਹੀ ਹੈ ਤੇ ਪੰਜਾਬ ਇੱਧਰਲੇ ਪਾਸੇ ਨੂੰ ਕਿਉਂ ਜਾ ਰਿਹਾ ਹੈ? ਕਿਉਂਕਿ ਅਸੀਂ ਆਪਣੇ ਲੋਕਾਂ ਦੇ ਅਨੁਭਵ ਜਗਤ, ਉਹਨਾਂ ਦੀ ਆਪਣੀ ਮਿੱਟੀ ਦੇ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ। ਭਗਤ ਸਿੰਘ ਨੇ ਗੁਰੇਜ਼ ਨਹੀਂ ਕੀਤਾ ਸੀ। ਉਹ ਸਿੱਖੀ ਨੂੰ ਲੈ ਕੇ ਵੀ ਉਨਾ ਹੀ ਸਹਿਜ ਹੈ। ਜਿਹੜਾ ਬੰਦਾ ਨਾਸਤਿਕ ਕਹਿ ਰਿਹਾ ਹੈ ਉਹ ਇਹ ਵੀ ਕਹਿ ਰਿਹਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਲਿਖੀ ਇੱਕ ਚਿੱਠ ਦੇ ਵਿੱਚ ਕਿ ਮੈਂ ਸਿੱਖੀ ਦੀ ਬੰਦ ਕਟਵਾਉਣ ਵਾਲੀ ਪਰੰਪਰਾ ਦਾ ਕਾਇਲ ਹਾਂ ਜੀ, ਤੇ ਹਜੇ ਤਾਂ ਮੈਂ ਆਪਣਾ ਪਹਿਲਾ ਬੰਦ ਹੀ ਕਟਵਾਇਆ ਹੈ, ਲੋੜ ਪਈ ਤਾਂ ਗਰਦਨ ਵੀ ਕਟਵਾਵਾਂਗਾ। ਉਹ ਸਿੱਖੀ ਦੇ ਸ਼ਹਾਦਤਾਂ ਦੇ ਉਸ ਸਿਲਸਿਲੇ ਦੇ ਵਿੱਚ ਭਗਤ ਸਿੰਘ ਆਪਣੇ ਆਪ ਨੂੰ ਪੇਸ਼ ਵੀ ਕਰ ਰਿਹਾ ਹੈ। ਇਸ ਲਿਹਾਜ਼ ਦੇ ਨਾਲ ਉਹ ਸਿੱਖੀ ਦੀ ਉਸ ਧਾਰਾ ਦੀ ਕੰਟੀਨਿਊਟੀ ਵੀ ਹੈ ਤੇ ਉਹਨੂੰ ਸਮਾਜਵਾਦ ਦੇ ਨਾਲ ਤੇ ਐਂਟੀ ਇੰਪੀਰੀਅਲਿਜ਼ਮ ਦੇ ਨਾਲ ਤੇ ਨਵੇਂ ਗਿਆਨ ਦੇ ਨਾਲ ਜੋੜਨ ਦੇ ਵਿੱਚ ਇੱਕ ਪੁਲ ਵਜੋਂ ਵੀ ਕੰਮ ਕਰ ਰਿਹਾ ਹੈ। ਔਰ ਜਿਹੜੀ ਲੋਕਾਂ ਦੇ ਅੰਦਰ ਇਮੇਜ ਹੈ ਭਗਤ ਸਿੰਘ ਦੀ, ਜਿਹੜੀ ਕਵਿਤਾਵਾਂ ਦੇ ਵਿੱਚੋਂ ਉਹਨਾਂ ਦੀ ਫਾਂਸੀ ਤੋਂ ਬਾਅਦ ਜਿਹੜੀਆਂ ਲੋਕਾਂ ਨੇ ਲਿਖੀਆਂ, ਉਹਨਾਂ ਦਾ ਅਧਿਐਨ ਕਰਨਾ ਚਾਹੀਦਾ ਕਿ ਉਹ ਭਗਤ ਸਿੰਘ ਨੂੰ ਆਦਰਸ਼ ਆਸ਼ਿਕ, ਆਦਰਸ਼ ਸ਼ਹੀਦ ਤੇ ਆਦਰਸ਼ ਸਿੱਖ ਮੰਨਦੇ ਨੇ। ਇਹ ਤਿੰਨੇ ਚੀਜ਼ਾਂ ਇਕੱਠੀਆਂ ਨੇ ਉਹਦੇ ਵਿੱਚ। ਮਨਸੂਰ ਆਖਿਆ ਜਾਂਦਾ ਕਿ ਇਹ ਪੰਜਾਬ ਦਾ ਮਨਸੂਰ ਹੈ, ਜਿਹਨੇ ਕਿ ਮਨਸੂਰ ਅਲ ਹੱਲਾਜ ਦੇ ਬਾਰੇ ਆਖਿਆ ਜਾਂਦਾ ਕਿ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਅਸੀਂ ਤੇ ਭਗਤ ਸਿੰਘ ਨੂੰ ਨਹੀਂ ਦੇਖਿਆ ਕਿ ਉਹਨੇ ਚੁੰਮਿਆ ਸੀ ਕਿ ਨਹੀਂ ਚੁੰਮਿਆ ਸੀ, ਪਰ ਅਸੀਂ ਇਹਦੇ ਤੇ ਕਿਉਂ ਯਕੀਨ ਕਰਦੇ ਹਾਂ? ਕਿਉਂਕਿ ਜਿਹੜਾ ਉਹਦਾ ਕੰਡਕਟ ਹੈ, ਜਿਹੜਾ ਉਹਦਾ ਆਚਰਣ ਹੈ, ਸ਼ਖਸੀਅਤ ਹੈ, ਉਹ ਇਸ ਲੈਜੈਂਡ ਨੂੰ ਆਪਣੇ ਨਾਲ ਕੈਰੀ ਕਰ ਸਕਦੀ ਹੈ, ਇਹਦੇ ਨਾਲ ਇਨਸਾਫ ਕਰਦੀ ਹੈ। ਜੀ ਸਮੇਲ ਜੀ, ਸਮਾਂ ਆਪਣਾ ਲਗਭਗ ਖਤਮ ਹੋ ਗਿਆ। ਬਹੁਤ ਸਾਰੀਆਂ ਗੱਲਾਂ ਹੋਰ ਹੋ ਸਕਦੀਆਂ ਸੀ, ਪਰ ਆਪਣੇ ਕੋਲ 4 ਮਿੰਟ ਹੋਰ ਨੇ, ਬਹੁਤ ਥੋੜ੍ਹਾ ਸਮਾਂ ਬਚਿਆ। ਮੈਂ ਚਾਹੁੰਦੀ ਹਾਂ ਫਿਰ ਵੀ ਅੱਜ, ਕਿਉਂਕਿ ਪਾਸ਼ ਦਾ ਵੀ ਸ਼ਹੀਦੀ ਦਿਨ ਹੈ, ਉਸ ਬਾਰੇ ਜ਼ਰੂਰ ਜ਼ਿਕਰ ਕੀਤਾ ਜਾਵੇ। ਪਾਸ਼ ਦੀਆਂ ਰਚਨਾਵਾਂ ਬਹੁਤ ਸਾਰੇ ਲੋਕਾਂ ਨੇ ਪੜ੍ਹੀਆਂ ਹੋਣਗੀਆਂ। ਪਾਸ਼ ਦੀਆਂ ਉਹਦੇ 'ਤੇ ਬਹੁਤ ਸਾਰੇ ਲੇਖ ਲਿਖੇ ਜਾ ਚੁੱਕੇ ਆ। ਉਹਦਾ ਬਹੁਤ ਸਾਰਾ ਜਿਹੜਾ ਜੋ ਕੁਝ ਲਿਖਿਆ ਉਹਨੇ, ਉਹ ਟਰਾਂਸਲੇਟ ਵੀ ਹੋਇਆ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ, ਈਵਨ ਬਾਹਰਲੀਆਂ ਭਾਸ਼ਾਵਾਂ ਦੇ ਵਿੱਚ ਵੀ। ਉਹਦੀ ਇੱਕ ਵਿਲੱਖਣਤਾ ਸੀ। ਯਕੀਨਨ ਤੌਰ 'ਤੇ ਲੋਕ ਉਹਨੂੰ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਯਾਦ ਕਰਦੇ ਨੇ। ਫਿਰ ਵੀ ਪਾਸ਼ ਦੀ ਉਹਦੇ ਵਿਅਕਤੀਤਵ ਦੇ ਉੱਤੇ ਵੀ ਅਕਸਰ ਹਮਲਾ ਹੁੰਦਾ ਰਹਿੰਦਾ। ਉਹਦਾ ਵੀ ਅਕਸਰ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕੁੱਲ ਮਿਲਾ ਕੇ ਤੁਸੀਂ ਅੱਜ ਪਾਸ਼ ਬਾਰੇ ਕਹਿਣਾ ਹੋਵੇ, ਕੀ ਕਹੋਗੇ? ਸਿਰਫ 3 ਮਿੰਟ ਆਪਣੇ ਕੋਲ। ਮੈਨੂੰ ਇਹ ਲੱਗਦੀ ਹੈ ਗੱਲ ਕਿ ਪਾਸ਼ ਦਾ ਮੁਲਾਂਕਣ ਕਰਦਿਆਂ ਹੋਇਆਂ, ਪਾਸ਼ ਨੂੰ ਸਮਝਦਿਆਂ ਹੋਇਆਂ, ਉਹਦੇ ਨਾਲ ਗੱਲ ਕਰਦਿਆਂ ਹੋਇਆਂ ਸਾਨੂੰ ਦੋ ਧੁਰਿਆਂ ਨੂੰ ਆਪਸ ਦੇ ਵਿੱਚ ਮੇਲ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਤਾਂ ਇਹ ਕਿ ਪਾਸ਼ ਪੰਜਾਬ ਨੂੰ ਬੇਹੱਦ ਪਿਆਰ ਕਰਨ ਵਾਲਾ ਸ਼ਖਸ ਸੀ। ਉਹਦੀ ਸ਼ਾਇਰੀ ਦੇ ਵਿੱਚ ਪੰਜਾਬ ਦਾ ਲੈਂਡਸਕੇਪ ਜਿਵੇਂ ਆਉਂਦਾ ਹੈ, ਜਿਹੜਾ ਪੰਜਾਬ ਦਾ ਭੌਂ ਦ੍ਰਿਸ਼ ਹੈ, ਇਹਦੇ ਅੰਦਰ ਸੂਰਜ ਕਿਵੇਂ ਚੜ੍ਹਦਾ ਹੈ, ਉਹ ਸੂਰਜ ਕਿਸ ਤਰ੍ਹਾਂ ਦੇ ਨਾਲ ਧਰਤੀ ਤੇ ਉਤਰਦਾ, ਜਿਹੜੇ ਉਹਦੇ ਚਾਨਣ ਨੇ। ਉਹਦੀ ਲਾਈਨ ਸੁਣੋ ਇੱਕ, ਉਹ ਕਹਿੰਦਾ ਕਿ ਮੈਂ ਚਾਨਣ ਨੂੰ ਬੋਚ ਕੇ ਧਰਤੀ ਤੇ ਰੱਖਿਆ। ਇਸ ਕਿਸਮ ਦੀਆਂ ਉਹ ਗੱਲਾਂ ਕਰਦਾ ਹੈ। ਤੁਸੀਂ ਇਹ ਦੇਖੋ ਕਿ ਉਹ ਇਹ ਗੱਲ ਜਿਹੜੀ ਕਹਿੰਦਾ ਹੈ ਕਿ ਚੰਦ ਕਿਵੇਂ ਚੜ੍ਹਦਾ ਹੈ ਜਾਂ ਇੱਥੇ ਸੂਰਜ ਕਿਵੇਂ ਚੜ੍ਹਦਾ ਹੈ, ਇੱਥੇ ਉਹ ਕਹਿੰਦਾ ਕਿ ਆਓ ਕੋਈ ਦੇਖੋ ਮੇਰੇ ਪਿੰਡ ਦੇ ਸਵੇਰੇ, ਆਓ ਕੋਈ ਦੇਖੋ ਮੇਰੇ ਪਿੰਡ ਦੇ ਸਵੇਰੇ, ਚੱਲਦਿਆਂ ਖਰਾਸਾਂ ਦੇ ਵਿੱਚ ਪਿਸਦੇ ਤੜਕੇ ਦੇ ਹਨੇਰੇ। ਤੜਕੇ ਦੇ ਹਨੇਰੇ ਤੇ ਚੱਲਦਿਆਂ ਖਰਾਸਾਂ ਦੇ ਵਿੱਚ ਉਹ ਪਿੜ ਰਹੇ ਨੇ। ਆਓ ਕੋਈ ਦੇਖੋ ਮੇਰੇ ਪਿੰਡ ਦੇ ਸਵੇਰੇ, ਚੱਲਦਿਆਂ ਖਰਾਸਾਂ ਵਿੱਚ ਪਿੜਦੇ ਤੜਕੇ ਦੇ ਹਨੇਰੇ। ਆਓ ਮਹਿਸੂਸ ਕਰੋ ਰਾਹਾਂ 'ਚ ਤੁਰਦੇ ਰੌਸ਼ਨੀ ਦੇ ਘੇਰੇ। ਇਹਦੇ ਬਰਾਬਰ ਦੀਆਂ ਸਤਰਾਂ ਨਹੀਂ ਹੈਗੀਆਂ ਸਾਡੇ ਕੋਲ, ਜਾਂ ਬਹੁਤ ਘੱਟ ਨੇ। ਇਹ ਲਗਭਗ ਵਾਰਸ਼ਾ ਜਿੱਥੇ ਕਹਿੰਦਾ ਨਾ ਕਿ ਚਿੜੀ ਚੂਕ ਦੀ ਨਾਲ ਜਾ ਤੁਰੇ ਪਾਂਦੀ ਤੇ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਇਹ ਉਹ ਜਿਹੜੀ ਪੰਜਾਬ ਦੇ ਪਿੰਡ ਦੇ ਉੱਪਰ ਜਿਹੜੀ ਸੰਨ 1760-61 ਦੇ ਕਰੀਬ ਜਿਹੜੀ ਧੁੱਪ ਚੜ੍ਹ ਰਹੀ ਹੈ ਪੰਜਾਬ ਦੇ ਵਿੱਚ, ਜਿਹੜਾ ਚਾਨਣ ਆ ਰਿਹਾ ਸਵੇਰ ਵੇਲੇ, ਪਾਸ਼ ਉਹਨੂੰ ਇੰਝ ਰੱਖਦਾ ਇੱਥੇ ਆਪਣੇ ਦੌਰ ਦੇ ਵਿੱਚ। ਉਹ ਕਿਤੇ ਵੱਡੇ ਸੰਵਾਦ ਦੇ ਵਿੱਚ ਹੈ। ਨੰਬਰ 2 ਕਿ ਪਾਸ਼ ਪੰਜਾਬ ਨੂੰ ਜਿੰਨਾ ਪਿਆਰ ਕਰਦਾ ਸੀ, ਪੇਂਡੂ ਹੋਣ ਨੂੰ ਉਹਨੇ ਜਿੱਡੀ ਸਾਰਥਕਤਾ ਦਿੱਤੀ, ਔਰ ਉਹਦੀ ਹਾਸਲ ਕਵਿਤਾ ਯਾਰਾਂ ਨਾਲ ਸੰਵਾਦ ਇਸ ਕਿਸਮ ਦੀ ਸ਼ਹਿਰੀ ਆਧੁਨਿਕਤਾ ਦੇ ਮੁਕਾਬਲੇ ਤੇ
ਪਿੰਡਾਂ ਦੇ ਕਮਾਏ ਹੋਏ ਅਨੁਭਵ ਨੂੰ ਤੇ ਉਹਦੀ ਅਣਖ ਤੇ ਜਜ਼ਬੇ ਨੂੰ ਉਹ ਜਿਸ ਤਰ੍ਹਾਂ ਦੇ ਨਾਲ ਉਹਦੇ ਵਿੱਚ ਸਾਹਮਣੇ ਰੱਖਦਾ ਹੈ ਕਿ ਇੱਥੋਂ ਲੜਾਈ ਬੰਨਾਂਗੇ ਅਸੀਂ, ਇਹ ਸ਼ਹਿਰਾਂ ਦੇ ਵਿੱਚੋਂ ਨਹੀਂ ਨਿਕਲੇਗੀ, ਉੱਥੇ ਤੇ ਕੰਮ ਅਸੀਂ ਹਾਰ ਚੁੱਕੇ ਹਾਂ। ਮੈਨੂੰ ਇਹ ਗੱਲ ਲੱਗਦੀ ਹੈ ਕਿ ਅਸੀਂ ਹੁਣ ਤੱਕ ਪਾਸ਼ ਦੇ ਬਾਰੇ ਗੱਲ ਕਰਦਿਆਂ ਹੋਇਆਂ ਉਹਨੂੰ ਵੀ ਫਾਰਮੂਲਿਆਂ ਦੇ ਵਿੱਚ ਬਹੁਤਾ ਰੱਖਿਆ ਤੇ ਜਿਹੜਾ ਉਹਦਾ ਪੰਜਾਬ ਦੇ ਨਾਲ, ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਦੇ ਨਾਲ ਜਿਹੜਾ ਉਹਦਾ ਇੱਕ ਕੌਨਸਟੈਂਟ ਰਿਸ਼ਤਾ ਹੈ, ਜਿਹਨੂੰ ਉਹ ਵਾਰ-ਵਾਰ ਇੱਕ ਕ੍ਰਿਟੀਕਲ ਡਾਇਲੋਗ ਦੇ ਵਿੱਚ ਉਹਦੇ ਨਾਲ ਪੈਂਦਾ ਤੇ ਉਹਨੂੰ ਬਹੁਤ ਪਿਆਰ ਕਰਦਾ ਹੈ। ਉਹਦੀਆਂ ਸਾਰੀਆਂ ਕਮੀਆਂ ਦੇ ਬਾਵਜੂਦ ਉਹਦੀ ਇੱਕ ਲਾਈਨ ਹੈ ਉਹਦੀ ਡਾਇਰੀ ਦੇ ਵਿੱਚ ਆਉਂਦੀ ਕਿ ਮੇਰਾ ਪਿੰਡ ਅੱਜ ਵੀ ਜੰਨਤ ਹੈ। ਆਪਣੀ ਉਦਾਸੀ, ਆਪਣੀ ਮਤਲਬ ਹਾਦਸਿਆਂ ਦੇ ਨਾਲ ਆਈ ਹੋਈ ਉਦਾਸੀ ਦੇ ਬਾਵਜੂਦ ਕਿ ਉਹ ਖਾਰਿਜ ਨਹੀਂ ਕਰ ਰਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਬੜੀਆਂ ਤਰਾਸਦੀਆਂ ਨੇ, ਬੜੀਆਂ ਉਦਾਸੀਆਂ ਨੇ, ਪਰ ਇਹਦੇ ਬਾਵਜੂਦ ਇਹ ਅੱਜ ਵੀ ਜੰਨਤ ਹੈ। ਇਹ ਹੈ ਜਿੱਥੇ ਪੰਜਾਬ ਦਾ ਇਤਿਹਾਸ, ਪੰਜਾਬ ਦੇ ਸ਼ਹੀਦ ਆਪਣਿਆਂ ਲੋਕਾਂ ਦੇ ਮਨਾਂ ਦੇ ਵਿੱਚ ਵਸਦੇ ਨੇ। ਸ਼ਾਇਰ ਉਹਨਾਂ ਨੂੰ ਕਿਵੇਂ ਜ਼ੁਬਾਨ ਦਿੰਦਾ ਤੇ ਪੰਜਾਬ ਨੂੰ ਨਰੋਆ ਕਰਦੀਆਂ ਨੇ ਇਹ ਗੱਲਾਂ। ਪਾਸ਼ ਨੂੰ ਇੱਕ ਪੰਜਾਬ ਦੀ, ਪੰਜਾਬੀ ਸੱਭਿਆਚਾਰ ਦੀ, ਇਹਦੇ ਲੋਕਾਂ ਦੇ ਇੱਕ ਬਹੁਤ ਮੋਹਵੰਨ ਤੇ ਹਾਸਲ ਵਜੋਂ ਸਾਨੂੰ ਪੜ੍ਹਨਾ ਆਉਣਾ ਵੀ ਚਾਹੀਦਾ। ਬਹੁਤ ਖੂਬ। ਸੁਮੇਲ ਸਿੱਧੂ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੀਆਂ ਗੱਲਾਂ ਬਾਤਾਂ ਲਈ, ਤੇ ਖਾਸ ਕਰਕੇ ਇਸ ਔੜ ਜਿਹੇ ਸਮੇਂ, ਇੰਡੀਆ ਦੇ ਮੁਤਾਬਿਕ ਤਾਂ ਬਹੁਤ ਤੜਕੇ ਦਾ ਟਾਈਮ ਹੈ, ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬੜੀ ਮਿਹਰਬਾਨੀ, ਤੁਸੀਂ ਮੌਕਾ ਦਿੱਤਾ, ਧੰਨਵਾਦ ਤੁਹਾਡਾ ਨਵਜੋਤ ਜੀ। ਇਹ ਸਨ ਡਾਕਟਰ ਸੁਮੇਲ ਸਿੰਘ ਸਿੱਧੂ। ਸੋ ਗੱਲਬਾਤ ਅੱਜ ਕੀਤੀ ਸ਼ਹੀਦ ਭਗਤ ਸਿੰਘ ਬਾਰੇ ਖਾਸ ਤੌਰ 'ਤੇ ਥੋੜ੍ਹਾ ਜਿਹਾ ਅੱਜ ਅਸੀਂ ਪਾਸ਼ ਨੂੰ ਵੀ ਯਾਦ ਕਰ ਸਕੇ। ਪਾਸ਼ ਦੀਆਂ ਕਵਿਤਾਵਾਂ ਬਹੁਤ ਸ਼ਾਨਦਾਰ ਕਵਿਤਾਵਾਂ ਨੇ। ਜਿਵੇਂ ਪਹਿਲਾਂ ਕਹਿ ਕੇ ਹਟੀਆਂ ਕਿ ਕੋਈ ਕ੍ਰਾਂਤੀਕਾਰੀ ਕਵੀ ਉਹਨਾਂ ਨੂੰ ਮੰਨਿਆ ਜਾਂਦਾ। ਪਾਸ਼ ਦੀ ਕਵਿਤਾ ਉਸ ਦੇ ਸਮਿਆਂ ਦੇ ਵਿੱਚ ਵੀ ਪ੍ਰਭਾਵਸ਼ਾਲੀ ਸੀ ਅਤੇ ਅੱਜ ਦੇ ਇਸ ਸਮੇਂ ਦੇ ਵਿੱਚ ਵੀ ਓਨੀ ਹੀ ਉਹ ਪ੍ਰਭਾਵਸ਼ਾਲੀ ਹੈ। ਜਿਹੜੇ ਭਗਤ ਸਿੰਘ ਨੇ ਜੋ ਕੁਛ ਲਿਖਿਆ, ਭਗਤ ਸਿੰਘ ਦੀਆਂ ਲਿਖਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਪ੍ਰਤੀਤ ਹੁੰਦੀਆਂ ਜਿਵੇਂ ਉਹ ਅੱਜ ਬੈਠਾ ਲਿਖ ਰਿਹਾ ਹੋਵੇ। ਗੱਲ ਅਖੀਰ 'ਤੇ ਮੈਂ ਇੱਥੇ ਨਿਬੇੜਨਾ ਚਾਹੁੰਦੀ ਹਾਂ ਕਿ ਜੋ ਕੁਝ ਸਾਡੇ ਕੋਲ ਹੈ ਇਤਿਹਾਸ ਦੇ ਵਿੱਚ, ਉਹਨੂੰ ਪੜ੍ਹ ਸਕਦੇ ਹਾਂ ਅਸੀਂ, ਪੜ੍ਹ ਕੇ ਉੱਤੇ ਵਿਚਾਰ ਕੀਤਾ ਜਾ ਸਕਦਾ, ਬਹੁਤ ਸਾਰੀਆਂ ਸਿੱਖਿਆਵਾਂ ਲਈਆਂ ਜਾ ਸਕਦੀਆਂ, ਉਹਦੇ ਤੋਂ ਸੇਧ ਲਈ ਜਾ ਸਕਦੀ ਹੈ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੋ ਆਪਾਂ ਜੋ ਪੜ੍ਹਦੇ ਹਾਂ ਉਹਦੇ ਵਿੱਚੋਂ ਰੱਦ ਕਰਦੇ ਹਾਂ, ਕੁਝ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਆਪਾਂ ਅਪਣਾ ਵੀ ਲੈਂਦੇ ਹਾਂ, ਪਰ ਉਹਦੇ ਲਈ ਅਗੇਨ ਪੜ੍ਹਨਾ, ਸੰਵਾਦ ਕਰਨਾ, ਡਾਇਲੋਗ ਕਰਨਾ ਬਹੁਤ ਜ਼ਰੂਰੀ ਹੁੰਦਾ। ਅੱਜ ਦਾ ਇਹ ਪ੍ਰੋਗਰਾਮ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਕੋਈ ਫੀਡਬੈਕ ਦੇਣੀ ਹੋਵੇ navjot@sherpunjabradio.ca 'ਤੇ ਮੈਨੂੰ ਈਮੇਲ ਕਰ ਸਕਦੇ ਹੋ।